ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਰਾਜਕੁਮਾਰ ਘੋੜਿਆਂ ਤੇ ਸਵਾਰ ਹੋ ਕੇ ਜੰਗਲਾਂ ਪਹਾੜਾਂ 'ਚ ਆਪਣੀ ਪਰੀ ਲੱਭਣ ਜਾਇਆ ਕਰਦੇ ਸੀ, ਠੀਕ ਉਸੇ ਤਰ੍ਹਾਂ ਮੈਂ ਆਪਣੇ ਬੁਲਟ ਤੇ ਸਵਾਰ ਹੋ ਕੇ ਹਰ ਰੋਜ਼ ਆਪਣੇ ਸੁਪਨਿਆਂ ਦੀ ਰਾਣੀ ਲੱਭਣ ਇੰਟਰਨੈਟ ਕੈਫੇ ਜਾਇਆ ਕਰਦਾ ਸੀ। ਮੁੰਡੇ ਨੇ ਬੜੇ ਫਨੀ ਕਿਸਮ ਦੇ ਪੋਸਟ ਪਾਏ ਹੋਏ ਸੀ। ਮੈਨੂੰ ਚੰਗਾ ਲੱਗਿਆ, ਮੈਂ ਰਿਸਪੌਂਡ ਕਰਨਾ ਸ਼ੁਰੂ ਕਰਤਾ। ਫੇਰ ਕੀ ਸੀ, ਇੱਕ ਰਾਤ ਉੱਠ ਕੇ ਸਾਰੀ ਦੁਨੀਆ ਤੋਂ ਤਾਂ ਕਰਕੇ ਸਿਗਨਲ ਸਟਰੋਂਗ ਹਮਾਰੀ ਚਲਾ ਕੇ ਫਰੈਂਡਸ਼ਿਪ ਰਿਕਵੈਸਟ। ਸੋ ਲੈ ਕੇ ਬਾਬੇ ਦਾ ਨਾਂ ਮੈਨੂੰ ਜਿੰਨੇ ਬਰਬਡ ਬਰਬਾਉਂਦੇ ਸੀ ਸਾਰੇ ਇੱਕੋ ਲਾਈਨ ਚਲਾ ਕੇ ਠੋਕਦਾ ਸਵਾਲ, ਡੂ ਯੂ ਵਿਲ ਹੈਵ ਮਸਟ ਫਰੈਂਡਸ਼ਿਪ ਵਿਦ ਮੀ? Do you will have must? Wow. ਉਹ ਬਣ ਗਈ ਗੱਲ। ਉਹ ਤੇਰੀ ਆ ਤਾਂ ਮਰੀਸ਼ਸ ਦੀ ਕੁੜੀ ਹੈ, ਸ਼ੀਤ ਚਾਚੇ ਵਾਲਾ ਕੰਟਰੀ। ਮਾਈ ਅੰਕਲਸ ਇਜ਼ ਆਲਸੋ ਲਿਵਸ ਇਨ ਮਰੀਸ਼ੀਅਸ। Wow, that's great. ਆਜੋ ਫਿਰ ਮਿਲਣ। ਨੀਤੂ ਨਾਲ ਚਾਰ ਪਿਆਰ ਦੀਆਂ ਗੱਲਾਂ ਕਰਨ ਤੋਂ ਬਾਅਦ ਮੈਂ ਸਿੱਧਾ ਪਹੁੰਚਿਆ ਆਪਣੇ ਚਾਚੇ ਦੇ ਰੈਸਟੋਰੈਂਟ। ਬਾਪੂ ਵਾਸਤੇ ਤਾਂ ਚਾਚਾ ਭਗੌੜਾ ਸੀ, ਪਰ ਮੇਰੇ ਵਾਸਤੇ ਤਾਂ ਰੱਬ ਸੀ। ਚਾਚਾ ਮੈਂ ਹਨੀ। ਹਨੀ, ਹਾਂਜੀ ਤੂੰ ਇੱਥੇ? ਪੈਰੀ ਪੈਣਾ ਚਾਚਾ। ਕਿੱਡਾ ਵੱਡਾ ਹੋ ਗਿਆ ਤੂੰ। ਸੁੱਖ ਨਾਲ ਵੱਡਾ ਤਾਂ ਚਾਚਾ ਤੂੰ ਵੀ ਬਹੁਤ ਹੋ ਗਿਆ। ਓਏ ਜੱਫੀ ਪਾ। ਚਾਚਾ ਪੈਂਦੀ ਨਹੀਂ। ਅਸਲ ਚਾਚਾ ਮੈਨੂੰ ਨਾ ਇੱਕ ਕੁੜੀ ਪਸੰਦ ਆ ਗਈ ਮਰੀਸ਼ੀਅਸ ਦੀ ਨੈਟ ਤੇ, ਉਹਦੇ ਕਰਕੇ ਇੱਥੇ ਆਇਆ ਉਹਨੂੰ ਮਿਲਣ। ਹੁਣ ਤੈਨੂੰ ਤਾਂ ਮੇਰੇ ਨਾਲ ਵੱਧ ਪਤਾ, ਤੈਨੂੰ ਵੀ ਚਾਚੀ ਉਰੇ ਮਿਲੀ ਸੀ। ਕੀ ਕਿਹਾ ਤੂੰ? ਆਸ਼ਕੀ ਦੇ ਚੱਕਰ ਚ ਮੌਰੀਸ਼ੀਅਸ ਆਇਆ? ਉੱਤਰ ਗੱਡੀ ਚੋਂ, ਮੈਂ ਕਹਿੰਦਾ ਉੱਤਰ। ਉੱਤਰ ਗੱਡੀ ਚੋਂ, ਉੱਤਰ। ਪਰ ਹੋਇਆ ਕੀ? ਮੇਰੀ ਆਸ਼ਕੀ ਲਈ ਤੇਰੇ ਪਿਓ ਨੇ ਮੈਨੂੰ ਅੱਜ ਤੱਕ ਮਾਫ ਨਹੀਂ ਕੀਤਾ। ਆ ਤੇਰੀ ਆਸ਼ਕੀ ਵੀ ਮੇਰੇ ਸਿਰ ਪੈ ਜਾਣੀ ਆ। ਉਹਨੇ ਇੱਥੇ ਆ ਕੇ ਮੇਰਾ ਮਰਡਰ ਕਰ ਦੇਣਾ। ਚਾਚਾ ਮੇਰੇ ਗੱਲ ਤਾਂ ਸੁਣੋ, ਮੈਨੂੰ ਤਾਂ ਆਪ ਹੁਣ ਪਤਾ ਲੱਗਾ। ਉਹ ਕਹਿ ਚਾਚਾ ਯਾਰ ਤੂੰ ਆਪਣੇ ਭਤੀਜ ਵਾਸਤੇ ਇੰਨਾ ਵੀ ਨਹੀਂ ਕਰ ਸਕਦਾ ਯਾਰ। ਫਿਰ ਕੀ ਫਰਕ ਰਹਿ ਗਿਆ ਬਾਪੂ ਔਰ ਤੇਰੇ ਵਿੱਚ? ਉਹ ਵੀ ਮੇਰੇ ਪਿਆਰ ਦਾ ਦੁਸ਼ਮਣ ਆ, ਤੂੰ ਵੀ ਮੇਰੇ ਪਿਆਰ ਦਾ ਦੁਸ਼ਮਣ ਬਣੀ ਜਾਣਾ। ਮੈਂ ਤਾਂ ਤੈਨੂੰ ਆਪਦਾ ਸਟਾਫ ਮੈਂਬਰ ਸਮਝਦਾ ਸੀ। ਚਾਚੇ ਤੈਨੂੰ ਚਾਚੀ ਨਾਲ ਤੇਰੇ ਪਿਆਰ ਦੀ ਸੌਂ। ਨੀਤੂ ਬਖਤਾਵਰ ਸਿੰਘ ਦੀ ਧੀ ਆ। ਪਤਾ ਬਖਤਾਵਰ ਸਿੰਘ ਕੌਣ ਆ? ਇਸ ਮੁਲਕ ਦਾ ਸਭ ਤੋਂ ਸਨਕੀ ਪੁਲਿਸ ਅਫਸਰ। ਡੈਡੀ ਨਹੀਂ ਹੋ ਰਿਹਾ ਸਾਫ, ਨਾੜ ਚੜ ਗਈ ਕਰ ਦਿੰਦੀ, ਗਲਤੀ ਹੋ ਗਈ, ਮਾਫ ਕਰ ਦੋ। गल लंबी न कर, जीभ लंबी कर। कर छेती कर, छेती। जमाना की कहेगा कि आ संस्कार देते हैं बख्तावर सिंह ने अपनी औलाद नू, जिन्हां नू आलू कोफ्ता नहीं खाना आंदा है। या तो चंगी तरह खाना सीख लो या जीभ दी लंबाई वधा लो। कल नू आलू कोफ्ता पैरां च भी टिक सकदा है। ਇੱਕੋ ਦੀ ਨੂੰਹ ਆ, ਖਵਾਉਣ ਦੀ ਬੜੀ ਸ਼ਕੀਨ ਆ, ਪਰ ਖਵਾਉਂਦੀ ਘਰ ਵਾਲੇ ਨੂੰ ਹੀ ਆ। ਦੁਨੀਆ ਦੀ ਪਹਿਲੀ ਘਰ ਵਾਲੀ ਹੋਏਗੀ ਤੂੰ, ਜਿਹੜੀ ਆਪਣੇ ਘਰ ਵਾਲੇ ਦੇ ਇੰਨੇ ਥੱਪੜ ਮਾਰਦੀ ਹੈ। ਸ਼ੁਕਰ ਕਰ ਮੇਰਾ ਸੁਭਾਅ ਨਰਮ ਹੈ, ਸਿਰਫ ਥੱਪੜ ਹੀ ਮਾਰਦੀਆਂ, ਬਹੁਤੀਆਂ ਤਾਂ ਡੰਡੇ ਮਾਰਦੀਆਂ ਨੇ। ਤੂੰ ਸਿਰਫ ਥੱਪੜ ਹੀ ਮਾਰਦੀ ਐ, ਮੈਨੂੰ ਇਸ ਗੱਲ ਦਾ ਮਾਣ ਹੈ। ਹੋਰ ਵਧਾਵਾਂ ਮਾਣ? ਹੈਂ? ਵਧਾਵਾਂ ਮਾਣ? ਹੁਣ ਰਹਿ ਗਈ ਕੁੜੀ, ਉਹਦੇ ਬਾਰੇ ਤੈਨੂੰ ਪਤਾ ਹੋਣਾ। ਉਹ ਦੱਸ, ਕੁੜੀ ਤਾਂ ਠੀਕ ਆ?
ਲੱਗਦੀ ਤਾਂ ਠੀਕ ਹੀ ਹੈ ਚਾਚਾ। ਵਿਆਹ ਤੋਂ ਪਹਿਲਾਂ ਸਾਰੀਆਂ ਕੁੜੀਆਂ ਠੀਕ ਹੀ ਲੱਗਦੀਆਂ, ਇਹ ਤਾਂ ਵਿਆਹ ਤੋਂ ਬਾਅਦ ਪਤਾ ਲੱਗਦਾ ਕਿ ਕੁੜੀ ਠੀਕ ਆ ਜਾਂ ਠੀਕ ਠਾਕ ਹੀ ਹੈ। ਪਰ ਹੁਣ ਤਾਂ ਚਾਚਾ ਇਸ਼ਕ ਹੋ ਗਿਆ। ਆਏ ਹਾਏ ਹਾਏ, ਸਦਕੇ ਕਿਆ ਬਾਤ ਜਾਵਾਂ ਹੈ। ਤੇਰੇ, ਫੇਰ ਕੀ ਸੋਚਣਾ, ਜਾ ਕੇ ਮਾਰ ਮੱਥੇ ਮੈਰਿਜ ਦਾ ਪ੍ਰਪੋਜ਼ਲ। मैरिज ਹੋਰ बट मैं मैरिज बारे अजे सोचा नहीं। वी आर जस्ट फ्रेंड्स हनी। ਮੈਂ 47,258 ਰੁਪਏ 50 ਪੈਸੇ ਦੀ ਟਿਕਟ ਲਾ ਕੇ ਥੇ ਸੁਣਨਾ ਕਿ ਵੀ ਆਰ ਜੱਟ ਫਰੈਂਡ। ਮੈਂ ਇੰਡੀਆ ਤਾਂ ਤੇ ਨਾ ਵਿਆਹ ਕਰਾਉਣਾ ਹੈ ਯਾਰ। पर मैं तो तेरे बारे कुछ भी नहीं जानती। ਕੁੜੀਆਂ ਨੇ ਵਿਆਹ ਤੋਂ ਪਹਿਲਾਂ ਮੁੰਡਿਆਂ ਬਾਰੇ ਕੀ ਜਾਣਨਾ ਹੁੰਦਾ? ਇਹੀ ਨਾ ਕਿ ਉਹਦੀ ਜ਼ਿੰਦਗੀ 'ਚ ਪਹਿਲਾਂ ਕਦੇ ਕੋਈ ਕੁੜੀ ਆਈ ਕਿ ਨਹੀਂ ਆਈ। ਨਹੀਂ ਆਈ। ਮੈਂ ਤਾਂ ਅੱਜ ਤੱਕ ਕਦੇ ਕਿਸੇ ਕੁੜੀ ਨੂੰ ਐਵੇਂ ਕਰਕੇ ਟੱਚ ਵੀ ਨਹੀਂ ਕੀਤਾ। ਆ ਤਾਂ ਬਹੁਤ ਦੂਰ ਦੀ ਗੱਲ ਹੈ। That's not the issue, honey. मेरा मतलब सी कि तू की करदा है, तेरी फैमिली की करदी है। तेनू पता मेरे डैडी इत्थे पुलिस ऑफिसर ने, मेरी पूरी फैमिली हाईली एजुकेटेड है ते मेरे कोल इंग्लिश ऑनर्स दी डिग्री है। तेरे कोल की है? ਮੇਰੇ ਕੋਲ ਪੈਲੀ ਆ, ਮੇਰੇ ਕੋਲ ਲੰਡੀ ਜੀਪ ਆ, ਮੇਰੇ ਕੋਲ ਬੁਲਟ ਆ। ਜਿਹੜੇ ਜੱਟ ਦੇ ਪੁੱਤ ਕੋਲ ਆ ਤਿੰਨ ਚੀਜ਼ਾਂ ਹੁੰਦੀਆਂ ਨਾ, ਪਿੰਡ 'ਚ ਉਹਦੀ ਚੜਾਈ ਪ੍ਰਧਾਨ ਮੰਤਰੀ ਜਿੰਨੀ ਹੁੰਦੀ ਆ। ਹਾਂ जे डैडी पूछेंगे मुंडा की करदा ते मैं की कहा? ਕਹਦੀ ਕਿ ਮੁੰਡਾ ਮੈਨੂੰ ਪਿਆਰ ਕਰਦਾ। ਪਿਆਰ ਦੀ ਡਿਗਰੀ ਤਾਂ ਉਹਨਾਂ ਦੇ ਕੋਲੇ ਹੁੰਦੀ ਹੈ ਜਿਨ੍ਹਾਂ ਦੇ ਕੋਲ ਕੋਈ ਡਿਗਰੀ ਨਹੀਂ ਹੁੰਦੀ। ਹੋਰ ਰਾਂਝਾ ਕਿਹੜਾ ਡਾਕਟਰ ਸੀ। ਬਸ ਤੂੰ ਇੱਕ ਵਾਰੀ ਮੈਨੂੰ ਔਰ ਮੇਰੇ ਚਾਚੇ ਨੂੰ ਆਪਣੇ ਘਰੇ ਸੱਦ ਲੈ। ਉਸ ਤੋਂ ਬਾਅਦ ਤੇਰੇ ਡੈਡੀ ਨੂੰ ਮੈਂ ਪਟ ਲੂੰ ਤੇ ਤੇਰੀ ਮੰਮੀ ਨੂੰ ਮੇਰਾ ਚਾਚਾ ਪਟ ਲੂ। ਮਤਲਬ ਵਿਆਹ ਨੂੰ ਮਨਾ ਲੂ। तेरा चाचा ओ हैप्पी राजा रेस्टोरेंट वाले चिकन तंदूरी ओ तो मेरे डैडी दी हिट लिस्ट नंबर 1 ते आ। आए दिन लोग ओदे रेस्टोरेंट ते बाहर दारू पी के न्यूसेंस क्रिएट करदे आ। डैडी ने उन्हां दा नाम ही सुन के ना कर देनी आ। तू आपदे मम्मी डैडी ਨੂੰ ਲੈ ਕੇ ਆ। ਫੇਰ ਤਾਂ ਨਹੀਂ ਨਾ ਕਰਨਗੇ ਨਾ। ਹੋ ਵੀ ਸਕਦਾ, ਡੈਡੀ ਦੀ ਕੋਈ ਗਾਰੰਟੀ ਨਹੀਂ। ਓ ਯਾਰ 1.5 ਲੱਖ ਲੱਗ ਜਾਣਾ। ਜੇ ਲੱਖ 1.5 ਲੱਖ ਦੀ ਸੋਚ ਕੇ ਜੱਟ ਤਾਂ ਬਹੁਤ ਡਰ ਗਿਆ ਹੋਵੇ ਤਾਂ ਆਪ ਕਦੇ ਵੀ ਆਪਦਾ ਫੇਸਬੁੱਕ ਸਟੇਟਸ ਚੇਂਜ ਕਰ ਸਕਦਾ। ਫਰਮ ਇਨਰ ਰਿਲੇਸ਼ਨਸ਼ਿਪ ਟੂ ਸਿੰਗਲ। ਓਏ ਗੋਲੀ ਮਾਰ ਇਹ ਜੇ ਇਸ਼ਕ ਨੂੰ, ਤੈਨੂੰ ਕੁੜੀਆਂ ਦਾ ਘੱਟ ਹੈ? ਇੱਕ ਗਈ ਆ ਹੋਰ ਆਜੂ। ਤੇ ਨਾਲੇ ਕੁੜੀਆਂ ਪਿੱਛੇ ਮਰੂ ਮਰੂ ਕਰਦਾ ਬੰਦਾ ਠੀਕ ਨਹੀਂ ਲੱਗਦਾ। ਮੇਰੇ ਵੱਲ ਦੇਖ, ਸਿਰੇ ਦੀ ਗੋਰੀ ਪੱਟੀ ਸੀ ਜੈਸਿਕਾ, ਪਰ ਧੌਂਸ ਨਹੀਂ ਝੱਲੀ ਜੱਟ ਨੇ। ਕਹਿੰਦੀ ਆ ਨਹੀਂ ਕਰਨਾ, ਉਹ ਨਹੀਂ ਕਰਨਾ। ਮੈਂ ਕਿਹਾ ਚੱਕ ਆਪਣਾ ਟਿੰਡ ਬੋੜੀ ਤੇ ਤੁਰਦੀ ਲੱਗ। ਕਹਿੰਦੀ ਮੈਨੂੰ ਯਾਦ ਕਰੇਗਾ। ਮੈਂ ਕਿਹਾ ਫਿਟੇ ਲਾਂਤ ਜੇ ਤੈਨੂੰ ਕਰ ਗਿਆ ਯਾਦ। ਕਿਉਂ ਬਿੱਟੂ, ਕਦੇ ਯਾਦ ਕੀਤਾ ਮੈਂ ਜੈਸਿਕਾ ਨੂੰ? ਨਾ ਚਾਚਾ, ਜਮੀ ਨਹੀਂ। ਜੇ ਹੁਣ ਬੰਦਾ ਦਿਨ 'ਚ 10-15 ਵਾਰੀ ਜੈਸਿਕਾ ਜੈਸਿਕਾ ਕਹਿ ਵੀ ਲੂ, ਇਹਦਾ ਮਤਲਬ ਇਹ ਥੋੜਾ ਵੀ ਉਹਨੂੰ ਯਾਦ ਕਰੀ ਜਾਂਦਾ। ਸੁਣ ਲਾ, ਸੋ ਭਤੀਜ ਭੁੱਲ ਜਾ ਉਸ ਕੁੜੀ ਨੂੰ। ਜੇ ਉਹਦਾ ਬਾਪ ਮੰਨ ਵੀ ਗਿਆ ਨਾ, ਤੇਰੇ ਬਾਪੂ ਨੇ ਨਹੀਂ ਮੰਨਣਾ ਮਰੀਸ਼ਸ ਦਾ ਨਾਂ ਸੁਣ ਕੇ। ਬਾਪੂ ਨੂੰ ਮੈਂ ਆਪੇ ਸੰਭਲੂ। ਬੇਬੇ ਨਾਲ ਮੇਰੀ ਸੂਤ ਹੈ ਤੇ ਬੇਬੇ ਨੇ ਬਾਪੂ ਨੂੰ ਸਾਂਭ ਵੀ ਲੈਣਾ। ਟੈਨਸ਼ਨ ਤਾਂ ਇਸ ਗੱਲ ਦੀ ਹੈ ਚਾਚਾ, ਤੇ ਜਦੋਂ ਬੇਬੇ ਬਾਪੂ ਨਾਲ ਸਾਰੇ ਰਿਸ਼ਤੇਦਾਰ ਇੱਥੇ ਆਉਣਗੇ, ਉਹ ਰਹਿਣਗੇ ਕਿੱਥੇ? ਰਹਿਣਗੇ ਕਿੱਥੇ ਕੀ ਮਤਲਬ? ਇੱਥੇ ਰਹਿਣਗੇ ਮੇਰੇ ਘਰੇ, ਹੋਰ ਗੁਰਦੁਆਰੇ ਰਹਿਣਗੇ। ਫਿਰ ਤੂੰ ਕਿੱਥੇ ਰਹੇਗਾ? ਤੂੰ ਟੈਨਸ਼ਨ ਨਾ ਲੈ। ਕਹਿਦੀ ਆਪਣੇ ਬਾਪੂ ਨੂੰ, ਜਿਹੜੀ ਉਹਨੇ ਮੇਰੇ ਨਾਂ ਮੱਥੇ ਲੱਗਣ ਦੀ ਸਹੁੰ ਖਾਦੀ ਹੈ ਨਾ, ਉਹ ਨਹੀਂ ਮੈਂ ਟੁੱਟਣ ਦਿੰਦਾ। ਜਿੰਨੀ ਦੇਰ ਉਹ ਇੱਥੇ ਰਹੂਗਾ, ਮੈਂ ਰੈਸਟੋਰੈਂਟ ਰਹੂੰਗਾ। ਚੀਅਰਸ। ਓਏ ਲੋਕਾਂ ਦੇ ਜਵਾਕ ਜੰਗਲ ਪਾਣੀ ਗਏ, ਅਮਰੀਕੇ ਕੈਨੇਡਾ ਪਹੁੰਚ ਗਏ, ਤਾਂ ਇੱਥੋਂ ਆਸ਼ਕੀ ਕਿਸੇ ਚੱਜਦੇ ਮੁਲਕ 'ਚ ਨਹੀਂ ਹੋਈ। ਬਾਪੂ ਯਾਰ, ਮੈਂ ਕੁੜੀ ਦੇਖ ਕੇ ਸੈਟਿੰਗ ਕੀਤੀ ਹੈ, ਦੁਨੀਆ ਦਾ ਨਕਸ਼ਾ ਦੇਖ ਕੇ ਥੋੜੀ ਕੀਤੀ ਹੈ। ਕੁੜੀ ਠੀਕ ਹੈ, ਭਾਵੇਂ ਮੌਰੀਸ਼ੀਅਸ ਦੀ ਹੈ। ਹੱਦ ਹੈ ਤੁਹਾਡੀ। ਓ ਮੈਂ ਉਸ ਮੁਲਕ ਦਾ ਨਾਂ ਨਹੀਂ ਲੈਣਾ ਚਾਹੁੰਦਾ। ਚਾਹੁੰਦਾ ਨਹੀਂ ਕਿ ਲੈਣਾ ਹੀ ਨਹੀਂ ਆਉਂਦਾ। ਜੋ ਵੀ ਹੈ, ਉਸ ਮੁਲਕ 'ਚ ਨਹੀਂ ਜਿੱਥੇ ਦੁਨੀਆ ਦਾ ਕੋਹੜੀ ਬੰਦਾ ਤੇਰਾ ਚਾਚਾ ਰਹਿੰਦਾ ਹੈ। ਉਹ ਵੀ ਕਿਸੇ ਕੁੜੀ ਮਗਰੀ ਗਿਆ ਸੀ। ਕੀ ਹੋਇਆ ਫਿਰ? ਅਗਲੀ ਛੱਡ ਕੇ ਕਿਸੇ ਹੋਰ ਮਗਰ ਤੁਰ ਗਈ। ਹੁਣ ਢਾਬਾ ਖੋਲੀ ਬੈਠਾ ਹੈ। ਓਏ ਮੈਨੂੰ ਲੱਗਦਾ ਤੇਰਾ ਰਿਸ਼ਤਾ ਵੀ ਉਹੀ ਕਰਾ ਰਿਹਾ ਹੈ, ਤਾਂ ਹੀ ਆਪਣੇ ਕੋਲ ਬੁਲਾਉਂਦਾ ਹੈ। ਓਏ ਖਬਰਦਾਰ ਜੇ ਉਸ ਮੁਲਕ ਦਾ ਨਾਂ ਲਿਆ। ਓ ਮੈਂ ਵਿਆਹ 'ਚ ਸੀਐਮ ਨੂੰ ਬੁਲਾਉਣ ਨੂੰ ਫਿਰਦਾ। ਲਓ ਜੀ, ਪਾਰਟੀ ਪ੍ਰਧਾਨ ਜਥੇਦਾਰ ਤੇਜਾ ਸਿੰਘ ਨੇ ਤਾਂ ਮਤਾ ਪਹਿਲੇ ਝਟਕੇ 'ਚ ਹੀ ਰੱਦ ਕਰਤਾ। ਹੁਣ ਮੇਰੀ ਲਵ ਸਟੋਰੀ ਡਿਪੈਂਡ ਕਰਦੀ ਸੀ ਬੇਬੇ ਤੇ ਮੇਰੀ ਬੇਬੇ ਡਿਪੈਂਡ ਕਰਦੀ ਸੀ ਪੰਡਿਤ ਭੀਮ ਪ੍ਰਕਾਸ਼ ਤੇ। ਸਾਡੇ ਪਰਿਵਾਰ ਤੇ ਜਦ ਵੀ ਕੋਈ ਮੁਸੀਬਤ ਆਉਂਦੀ ਤਾਂ ਮੇਰੀ ਵਹਿਮਣ ਬੇਬੇ ਮੈਨੂੰ ਪੰਡਿਤ ਭੀਮ ਪ੍ਰਕਾਸ਼ ਕੋਲ ਲੈ ਤੁਰਦੀ। ਲੈ ਵੀ ਕਾਕਾ, ਆਹ ਲਕੀਰ ਜਾਂਦੀ ਹੈ ਦੇਸ਼ਾਂ ਨੂੰ ਤੇ ਆਹ ਲਕੀਰ ਜਾਂਦੀ ਹੈ ਵਿਦੇਸ਼ਾਂ ਨੂੰ, ਪਰ ਇਹਨਾਂ ਦਾ ਆਪਸ 'ਚ ਕੋਈ ਮੇਲ ਨਹੀਂ। ਬਣਨਾ ਨਹੀਂ ਕੰਮ। ਵੇ ਬਾਬਾ ਜੀ, ਜੇ ਤੂੰ ਮੇਰੇ ਪੁੱਤ ਦਾ ਕੰਮ ਕਰਦੇ ਨਾ, ਮੈਂ ਤਾਂ ਤੈਨੂੰ ਮੁੱਦੀ ਹੋ ਮੱਥੇ ਟੇਕੂ।
ਵੇ ਅਸੀਂ ਤਾਂ ਬਾਹਲੀ ਵੱਡੀ ਉਮੀਦ ਲੈ ਕੇ ਆਏ ਆ ਤੇਰੇ ਕੋਲ। ਤੇਰਾ ਤੇ ਉਸ ਕੁੜੀ ਦਾ ਕੋਈ ਯੋਗ ਨਹੀਂ, ਕਿਉਂਕਿ ਮੰਮੇ ਤੋਂ ਮਰਚੀਚਸ, ਆੜੇ ਤੋਂ ਇੰਡੀਆ। ਮੇਰੇ ਖਿਆਲ ਨਾਲ ਇੰਡੀਆ ਈਡੀ ਤੋਂ ਪੈਂਦਾ ਬਾਬਾ ਜੀ। ਜੋਤਿਸ਼ ਵਿਦਿਆ ਦੇ ਵਿੱਚ ਆੜੇ ਤੇ ਈੜੀ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ। ਆੜਾ ਮੇਲ ਹੈ, ਈੜੀ ਫੀਮੇਲ ਹੈ। ਇਹਨਾਂ ਦਾ ਦੋਨਾਂ ਦਾ ਆਪਸ 'ਚ ਮੇਲ ਹੈ, ਪਰ ਤੁਹਾਡਾ ਆਪਸ 'ਚ ਕੋਈ ਮੇਲ ਨਹੀਂ, ਕਿਉਂਕਿ ਕੁੜੀ ਤੇ ਮੰਗਲ ਭਾਰੂ ਹੈ ਤੇ ਤੇਰੇ ਤੇ ਸ਼ਨੀ। ਬੋਲ ਮਾਤਾ, ਮੁੰਡਾ ਸ਼ਨੀਵਾਰ ਨੂੰ ਜੰਮਿਆ ਸੀ ਨਾ? ਲੈ ਤੂੰ ਤਾਂ ਜਾਣੀ ਜਾਣਾ ਬਾਬਾ ਜੀ, ਵੀਰਵਾਰ ਨੂੰ ਹੀ ਤਾਂ ਜੰਮਿਆ ਸੀ। ਬੇਬੇ ਜੋਤਿਸ਼ ਵਿਦਿਆ ਦੇ ਵਿੱਚ ਵੀਰ ਤੇ ਸ਼ਨੀ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ, ਵਿੱਚ ਸ਼ੁੱਕਰ ਹੀ ਤਾਂ ਆਉਂਦਾ ਹੈ। ਆਉਂਦਾ ਕਿ ਨਹੀਂ ਆਉਂਦਾ? ਆਉਂਦਾ ਹੈ ਬਾਬਾ ਜੀ, ਆਉਂਦਾ ਹੈ। ਦਿਨਾਂ ਨੂੰ ਭਲਾ ਕੌਣ ਰੋਕ ਸਕਿਆ? ਹਾਂ, ਮੁੰਡਾ ਤੇਰਾ ਸਨਿਚਰੀ ਹੈ, ਤਾਂ ਹੀ ਇਹਦਾ ਧਿਆਨ ਭਟਕਦਾ ਹੈ। ਨਿੱਤ ਨਵੀਆਂ ਕੁੜੀਆਂ ਦੇ ਸੁਪਨੇ ਲੈਂਦਾ ਹੈ। ਪਰ ਬੇਬੇ ਮੈਨੂੰ ਤਾਂ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਕੁੜੀ ਨਾਲ ਲਵ ਹੋਇਆ। ਮੈਨੂੰ ਕੀ ਦੱਸਦਾ ਕਾਕਾ, ਮੈਂ ਤਾਂ ਆਪ ਜਾਣੀ ਜਾਣਾ। ਕੁੜੀ ਬਾਹਰਲੇ ਵਿਦੇਸ਼ ਵਿੱਚ ਰਹਿੰਦੀ ਹੈ ਨਾ, ਨਾ ਬਹੁਤੀ ਲੰਬੀ ਹੈ ਨਾ ਬਹੁਤੀ ਛੋਟੀ ਹੈ, ਵਿੱਚ ਵਿਚਾਲੇ ਜੀ ਹੈ। ਨਾ ਬਹੁਤੀ ਕਾਲੀ ਹੈ ਨਾ ਬਹੁਤੀ ਚਿੱਟੀ ਹੈ, ਵਿੱਚ ਵਿਚਾਲੇ ਜੀ ਹੈ। ਨਾ ਬਹੁਤੀ ਪਤਲੀ ਹੈ ਨਾ ਬਹੁਤੀ ਮੋਟੀ ਹੈ। ਵਿੱਚ ਵਿਚਾਲੇ ਜੇ। ਹਾਂ, ਰਾਰੇ ਤੋਂ ਸ਼ੁਰੂ ਹੁੰਦਾ ਨਾ ਕੁੜੀ ਦਾ ਨਾਮ। ਹਾਂ ਹਾਂ ਬਾਬਾ ਜੀ, ਕੁੜੀ ਦਾ ਨਾਮ ਨੀਤੂ ਹੈ। ਮੇਰੇ ਹਿਸਾਬ ਨਾਲ ਨੀਤੂ ਤਾਂ ਨੰਨੇ ਨਾਲ ਪੈਂਦਾ ਹੈ। ਓਹੋ, ਜੋਤਿਸ਼ ਵਿਦਿਆ ਦੇ ਵਿੱਚ ਰਾਰੇ ਤੇ ਨੰਨੇ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ। ਰਾਰਾ ਰਾਮ ਜੀ ਦਾ ਅੱਖਰ ਹੈ, ਨੰਨਾ ਨੈਣਾ ਦੇਵੀ ਜੀ ਦਾ। ਕੋਈ ਵੀ ਅੱਖਰ ਇੱਕ ਦੂਜੇ ਤੋਂ ਬਾਹਰ ਨਹੀਂ, ਪਰ ਕੁੜੀ ਬਾਹਰ ਹੈ। ਉਹ ਤਾਂ ਪਤਾ ਹੀ ਹੈ, ਕੁੜੀ ਮੌਰੀਸ਼ੀਅਸ 'ਚ ਹੈ। ਓਏ ਕੁੜੀ ਬਸ ਤੋਂ ਬਾਹਰ ਹੈ, ਉਹਦਾ ਖਹਿੜਾ ਛੱਡ। ਵੇ ਉਹੀ ਤਾਂ ਡੁੱਬੜਾ ਛੱਡਦਾ ਨਹੀਂ ਬਾਬਾ ਜੀ। ਰਿਸ਼ਤੇ ਤਾਂ ਕਈ ਲੱਭੀ ਬੈਠੀਆਂ ਨੇ ਇਹਦੀਆਂ ਤਿੰਨੇ ਵੱਡੀਆਂ ਭੈਣਾਂ ਇਹਦੇ ਵਾਸਤੇ, ਪਰ ਇਹ ਮੰਨੇ ਵੀ ਇਹ ਤਾਂ ਅੜਿਆ ਬੈਠਾ ਹੈ। ਓਏ ਹੁਣ ਅੜਨ ਦਾ ਕੋਈ ਫਾਇਦਾ ਨਹੀਂ ਜਜਮਾਨਾ। ਅੜੀ ਤਾਂ ਹੁਣ ਹੈਗੀ ਉਹ ਬਾਬਾ ਜੀ, ਜੱਟ ਅੜ ਜੇ ਜਾਂ ਘੜੀ ਖੜ ਜੇ, ਫਿਰ ਐਡਜਸਟਮੈਂਟ ਤਾਂ ਦੁਨੀਆ ਨੂੰ ਕਰਨੀ ਪੈਂਦੀ ਹੈ। ਮੁੰਡਾ ਤੇਰਾ ਤ੍ਰਿਖਲ ਹੈ, 3 ਕੁੜੀਆਂ ਤੋਂ ਬਾਅਦ ਜੰਮਿਆ। ਜੰਮਿਆ ਕਿ ਨਹੀਂ? ਜੰਮਿਆ ਬਾਬਾ ਜੀ, ਪਰ ਇੰਨਾ ਔਖਾ ਨਹੀਂ ਜੰਮਿਆ। ਤਿੰਨੇ ਭੈਣਾਂ ਦਾ ਪਰਛਾਵਾਂ ਹੈ ਇਹਦੇ ਤੇ, ਜਾਣੀ ਕਿ ਦੇਹ ਪੱਖੋਂ ਮੇਲ ਹੈ, ਸੁਭਾਅ ਪੱਖੋਂ ਫੀਮੇਲ ਹੈ। ਖੜ ਤੇਰੀਓ ਬਾਬਾ ਜੀ। ਇਹਦਾ ਵਿਆਹ ਕਿਸੇ ਕੁੜੀ ਨਾਲ ਨਹੀਂ, ਕਿਸੇ ਮੁੰਡੇ ਨਾਲ ਹੋਊ। ਬੂ ਮੈਂ ਮੱਚ ਗਈ। ਮੇਰੇ ਘਰੇ 4 ਜਵਾਈ ਨੂੰ ਇੱਕ ਵੀ ਨਹੀਂ। ਹੁਣ ਇਹਦਾ ਉਪਾਅ ਵੀ ਤੈਨੂੰ ਹੀ ਕਰਨਾ ਪਊ। ਅੱਗ ਲੱਗੜਿਆ ਬਾਬਾ ਜੀ। ਉਪਾਅ ਵੀ ਕਰਾਂਗੇ, ਉਪਾਅ ਵੀ ਕਰਾਂਗੇ। ਵਾਹਿਗੁਰੂ, ਲੈ ਦੇਖ ਲੈ, ਫੇਰ ਮੋੜਤੀ ਰੋਟੀ ਉਹਨੇ। ਮੁੰਡੇ ਨੇ ਕੱਲ ਸ਼ਾਮ ਦਾ ਕੁਝ ਨਹੀਂ ਖਾਦਾ। ਹੁਣ ਤਾਂ ਫਿਰ ਲਫੇੜੇ ਹੀ ਖਾਊਗਾ ਉਹ। ਲੈ ਦੱਸ, ਨਾ ਤੂੰ ਜੀਤ ਦੀਆਂ ਗਲਤੀਆਂ ਦੀ ਸਜ਼ਾ ਮੁੰਡੇ ਨੂੰ ਕਾਹਤੋਂ ਦੇਈ ਜਾਂਦਾ? ਇੱਕ ਵਾਰੀ ਕੁੜੀ ਤੇ ਉਹਦੇ ਘਰਦਿਆਂ ਨੂੰ ਮਿਲਤਾ ਲੈ ਜਾ ਕੇ। ਲੋਕ ਤਾਂ ਆਪਦੇ ਜਵਾਕਾਂ ਦੀਆਂ ਖੁਸ਼ੀਆਂ ਲਈ ਕੀ ਕੀ ਕਰਦੇ ਨੇ। ਤੇਰਾ ਤਾਂ ਮੂੰਹ ਟੁੱਟ ਜੇ ਕਦੇ ਮੇਰੇ ਪੁੱਤ ਨੂੰ ਪਿਆਰ ਨਾਲ ਵੀ ਬੋਲਿਆ ਹੋਵੇ। ਚੰਗਾ ਜਹੇਦਾਰ ਨਹੀਂ ਚੱਲਦੇ ਆ। ਪਰ ਇੱਕ ਗੱਲ ਸੁਣ ਲੈ ਮੇਰੀ, ਹਾਂ, ਮੈਂ ਉਸ ਕੋੜੀ ਦੇ ਘਰ ਨਹੀਂ ਰਹਿਣਾ ਜਾ ਕੇ। ਉਹ ਨਹੀਂ ਰਹਿੰਦੇ ਬਾਪੂ, ਜਿੰਨੀ ਦੇਰ ਆਪਾਂ ਰਹਾਂਗੇ ਚਾਚੇ ਦੇ ਘਰ, ਚਾਚਾ ਰਹੂਗਾ ਆਪਣੇ ਰੈਸਟੋਰੈਂਟ। ਤੁਸੀਂ ਬਸ ਜਾਣ ਦੀ ਤਿਆਰੀ ਕਰੋ। ਮੌਰੀਸ਼ੀਅਸ ਸੂਤਰ ਅਨੁਸਾਰ ਸਭ ਤੋਂ ਪਹਿਲਾਂ ਅਸੀਂ ਗਏ ਚਾਚੇ ਦੇ ਘਰ। ਤੇ ਅਗਲੇ ਦਿਨ ਸਵੇਰੇ ਹੀ ਹੋ ਕੇ ਤਿਆਰ ਸ਼ਿਆਰ ਵਿਚਲੀ ਨੀਤੂ ਦੇ ਘਰ ਦੀ ਤਿਆਰੀ। ਬੇਬੀ ਨੀਤੂ, ਸਤਿ ਸ਼੍ਰੀ ਅਕਾਲ ਜੀ। ਜਿਉਂਦੀ ਰਹਤੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਾਂ ਜੀ। ਸਦਕੇ। ਆ ਜਾਓ ਪਲੀਜ਼। ਚਲੋ ਚਲੋ ਪੁੱਤ, ਚਲੋ। ਕੀ ਗੱਲ ਹੀਰੋ ਜੀ, ਬੜੀ ਟੈਨਸ਼ਨ 'ਚ ਲੱਗ ਰਹੇ ਹੋ? ਉਹ ਯਾਰ ਪਹਿਲੀ ਵਾਰੀ ਵਿਆਹ ਕਰਾਉਣ ਲੱਗਿਆ ਨਾ, ਇਸ ਕਰਕੇ ਕੌਨਫੀਡੈਂਸ ਥੋੜਾ ਜਿਹਾ ਲੂਜ਼ ਹੋ ਰਿਹਾ। ਅੱਛਾ, ਤਾਂ ਇਹ ਉਹ ਭਾਬੀ ਜਿਹੜੀ ਚਪੇੜਾਂ ਨਾਲ ਆਪਣੇ ਘਰ ਵਾਲੇ ਨੂੰ ਕੁੱਟਦੀ ਹੈ। ਆ ਦੇਖ ਲਓ, ਮੁੰਡਾ ਘਰੇ ਵੀ ਆ ਗਿਆ। ਨੀਤੂ ਵੀ ਪੱਕਾ ਇਹਨਾਂ ਦੇ ਘਰ ਜਾਂਦੀ ਹੋਊਗੀ। ਦੋਹੇ ਲੁਕ ਕੇ ਮਿਲਦੇ ਹੋਣਗੇ, ਇੱਕ ਦੂਜੇ ਨਾਲ ਜੱਫੀਆਂ ਵੀ ਪਾਉਂਦੇ ਹੋਣਗੇ। ਹਾਏ, ਕਿੰਨਾ ਮਜ਼ਾ ਆਉਂਦਾ ਹੋਊਗਾ, ਹੈ ਨਾ? ਸਾਡਾ ਵਿਆਹ ਏਦਾਂ ਕਿਉਂ ਨਹੀਂ ਹੋਇਆ? ਰਿਲੈਕਸ ਕੁੱਕੂ, ਰਿਲੈਕਸ। ਇੱਕ ਲੰਬਾ ਸਾਹ ਲੈ, ਹੁਣ ਛੱਡ। ਹੁਣ ਅਗਲਾ ਸਾਹ ਲੈਣ ਤੋਂ ਪਹਿਲਾਂ ਮੇਰੀ ਇੱਕ ਗੱਲ ਸੁਣ। ਆਪਣੀ ਅਰੇਂਜ ਮੈਰਿਜ ਸੀ ਤੇ ਨੀਤੂ ਦੀ ਲਵ ਮੈਰਿਜ ਹੋਣ ਜਾ ਰਹੀ ਹੈ। ਪਰ ਕਿਉਂ ਹੋਣ ਜਾ ਰਹੀ ਹੈ ਲਵ ਮੈਰਿਜ? ਸਾਡੀ ਵਾਰੀ ਤੇ ਤਾਂ ਡੈਡੀ ਜੀ ਨੇ ਬੜੇ ਸਾਰੇ ਰੂਲਸ ਬਣਾਤੇ ਸੀ। ਆਖਿਰ ਵਿਆਹ ਸਿੰਪਲ ਹੋ, ਸਿੰਪਲ, ਕੋਈ ਐਕਸਟਰਾ ਰਸਮਾਂ ਵੀ ਨਹੀਂ ਸੀ ਕਰਨ ਦਿੱਤੀਆਂ। ਹੁਣ ਆਪਣੀ ਕੁੜੀ ਦੀ ਵਾਰੀ ਤੇ ਸਾਰੇ ਰੂਲਸ ਭੁੱਲ ਗਏ ਹੈ। ਕੋਈ ਰੂਲ ਨਹੀਂ ਭੁੱਲਿਆ। ਬੇਸ਼ੱਕ ਇਹ ਰਿਸ਼ਤਾ ਮੇਰੇ ਸਿਸਟਮ ਮੁਤਾਬਿਕ ਨਹੀਂ ਹੋ ਰਿਹਾ, ਪਰ ਨੀਤੂ ਦਾ ਵਿਆਹ ਮੈਂ ਉਸੇ ਤਰ੍ਹਾਂ ਕਰਾਂਗਾ ਜਿਸ ਤਰ੍ਹਾਂ ਤੁਹਾਡਾ ਕੀਤਾ ਸੀਗਾ, ਸਿੰਪਲ ਐਂਡ ਸਿਸਟਮੈਟਿਕਲੀ। ਬਾਈ ਦੀ ਵੇ ਹਲੇ ਤੱਕ ਤਿਆਰ ਕਿਉਂ ਨਹੀਂ ਹੋਏ ਤੁਸੀਂ?
ਡੈਡੀ ਜੀ ਮੈਂ ਤਾਂ ਤਿਆਰ ਹੀ ਹਾਂ ਜੀ, ਬਸ ਪੈਂਟ ਪਾਉਣੀ ਰਹਿ ਗਈ। ਪੈਂਟ ਪਾਈ ਨਹੀਂ, ਬੂਟ ਜਰਾਬਾਂ ਪਹਿਲਾਂ ਹੀ ਠੋਕ ਲੀਆਂ। ਤਿਆਰ ਹੋ ਕੇ ਇਮੀਡੀਏਟਲੀ ਥੱਲੇ ਆਓ, ਗੈਸਟ ਆ ਰਹੇ ਨੇ। ਡੈਡੀ ਜੀ ਉਹ ਤਾਂ ਆ ਗਏ। ਪਰ ਮੈਂ ਤਾਂ ਉਹਨਾਂ ਨੂੰ 10:15 ਵਜੇ ਦਾ ਟਾਈਮ ਦਿੱਤਾ ਸੀਗਾ, ਹਲੇ ਤਾਂ 10:08 ਹੀ ਹੋਏ। 7 ਮਿੰਟ ਪਹਿਲਾਂ ਆ ਗਏ। ਟ੍ਰੈਫਿਕ ਡੈਡੀ ਜੀ, ਰਸਤੇ 'ਚ ਟ੍ਰੈਫਿਕ ਨਹੀਂ ਮਿਲਿਆ ਹੋਣਾ ਨਾ, ਸਵੇਰ ਦਾ ਸਮਾਂ। ਉਹਨਾਂ ਨੂੰ ਪੰਕਚੁਅਲ ਕਰਨ ਲਈ ਮੈਂ ਟ੍ਰੈਫਿਕ ਜੈਮ ਕਰਾਵਾਂ? ਬਾਪੂ, ਕੁੜੀ ਦਾ ਡੈਡੀ ਪੁਲਿਸ ਦਾ ਬਹੁਤ ਵੱਡਾ ਅਫਸਰ ਹੈ, ਬਾਲੀ ਕੱਬੇ ਸੁਭਾਅ ਦਾ। ਆਪਾਂ ਬੋਝ ਕੇ ਜੀ ਗੱਲ ਕਰਨੀ ਹੈ, ਬਿਸਕੁਟ ਇੱਕ ਹੀ ਚੱਕਣਾ ਤੇ ਨਾਲੇ ਖਾਣ ਲੱਗੇ ਤੂੰ ਆਪਣੀ ਦਾੜੀ ਲਪੇਟ ਲੈਣਾ ਉਹਨਾਂ ਤੇ ਜੇ ਕੁਝ ਖਾਣਾ ਤਾਂ ਮੈਨੂੰ ਦੱਸ ਦੀ, ਮੈਂ ਤੈਨੂੰ ਬਾਹਰੋਂ ਖਵਾ ਦੂੰਗਾ, ਇੱਥੋਂ ਖਾਣ ਦੀ ਲੋੜ ਨਹੀਂ। ਮੈਂ ਤਾਂ ਕਹਿੰਦਾ ਚਾਹ ਨਾ ਹੀ ਪੀਓ ਤਾਂ ਚੰਗਾ। ਹਾਂ ਉਹ ਵੱਡਿਆ ਸਿਆਣਿਆ, ਤੂੰ ਸਾਡੇ ਜੰਮਿਆ ਕਿ ਅਸੀਂ ਤੇਰੇ? Hello everyone. ਸਤਿ ਸ੍ਰੀ ਅਕਾਲ ਜੀ। How are you? Daddy, this is Honey and his parents. Please take your seats. Yes. Daddy, ਪੰਜਾਬ ਤੋਂ ਨਾ ਹਨੀ ਤੇ ਇਹਦੇ Stop it. parents। Let him speak. ਇਹ ਕੁੰਗਾ ਹੈ, ਤੰਦੂਆ ਪਿਆ ਹੈ ਤੇ ਇਹ ਬੋਲ ਨਹੀਂ ਸਕਦਾ। So young man, tell me something about yourself. ਅੰਗਰੇਜ਼ੀ ਬੋਲ, ਅੰਗਰੇਜ਼ੀ। Sir, me Hani Sandhu, my father Teja Singh Sandhu, his wife Gurmel Kaur, people call Melo Melo. It's also my mother. We live in village. We do agriculture. We have many lands. 1 car, 1 tractor with trolley, 1 agricultural land, and some buffaloes which are female. 1 female baby buffalo also. ਹੌਲੀ ਹੌਲੀ ਬੋਲੀਦਾ ਹੁੰਦਾ ਪੁੱਤ, ਕਈ ਵਾਰੀ ਕਿਸੇ ਨੂੰ ਇੰਨੀ ਤੇਜ਼ ਅੰਗਰੇਜ਼ੀ ਸਮਝ 'ਚ ਨਹੀਂ ਆਉਂਦੀ। ਦੇਖਿਆ ਥਾਣੇਦਾਰ ਸਾਹਿਬ, ਅੰਗਰੇਜ਼ੀ ਵਾਲੇ ਤਾਂ ਮੁੰਡਾ ਚਿੱਪ ਕਰ ਦਿੰਦਾ। ਉਹ ਤੂੰ ਕਿਉਂ ਇੰਨਾ ਮੇਕਅਪ ਕਰੀ ਜਾ ਰਹੀ ਹੈ? ਮੁੰਡਾ ਤੈਨੂੰ ਦੇਖਣ ਨਹੀਂ ਆਇਆ, ਮੇਰੀ ਭੈਣ ਨੂੰ ਦੇਖਣ ਆਇਆ। ਮੈਂ ਤਾਂ ਕਰੂੰ ਮੇਕਅਪ, ਮੇਰੇ ਵਿਆਹ 'ਚ ਤਾਂ ਮੈਨੂੰ ਮੇਰੇ ਚਾਹ ਪੂਰੇ ਕਰਨ ਨਹੀਂ ਦਿੱਤੇ ਹੈ। ਹੁਣ ਦੇਖਦੀ ਆ ਕੌਣ ਰੋਕਦਾ ਮੈਨੂੰ। So no degree, no job. ਫਿਲਹਾਲ ਕੋਈ ਸੁਪਨਾ? ਉਹ ਤਾਂ ਬਸ ਨੀਤੂ ਦੇ ਹੀ ਹੁੰਦੇ ਆ ਜੀ। ਇਹੋ ਜਿਹੇ ਸੁਪਨੇ ਕਈ ਵਾਰੀ ਬੇਟਾ ਕੁੱਟ ਪਵਾ ਦਿੰਦੇ ਹੁੰਦੇ ਆ। ਫਿਊਚਰ ਪਲਾਨ ਕੀ ਹੈ ਤੇਰਾ? ਹੁਣ ਇਹਨਾਂ ਕਹਿ ਦੀ ਨੀਤੂ ਨਾਲ ਵਿਆਹ ਤੇ 3-4 ਨਿਆਣੇ। ਏਮ ਇਨ ਲਾਈਫ, ਏਮ ਕੀ ਹੈ ਤੇਰਾ? ਉਹ ਅੰਕਲ ਮੈਂ ਪੋਲਟਰੀ ਫਾਰਮ ਦਾ ਬਿਜ਼ਨਸ ਖੋਲਣਾ ਜੀ। ਬਣ ਗਿਆ ਉਹ ਸਾਰਾ ਸੈਟਅਪ? ਹਾਂ ਆਂਡੇ ਲੈ ਲਿਆ ਜੀ, ਬਸ ਉਹ ਚੂਚੇ ਕਢਾਉਣੇ ਹੁਣ ਤਾਂ। ਪੁੱਛੂ ਮੈਂ ਇਸ ਮੇਕਅਪ ਵਿੱਚ ਸੋਹਣੀ ਲੱਗ ਰਹੀ ਆ ਨਾ? ਮੁਰਦੇ ਨੂੰ ਗਲੂਕੋਸ ਲਾ ਦਿਓ, ਜਿਉਂਦਾ ਥੋੜਾ ਹੋ ਜਾਂਦਾ ਹੈ। ਮੇਰਾ ਮਤਲਬ ਰੱਬ ਦਾ ਵਾਸਤਾ ਚੱਲ ਛੇਤੀ। ਨਹੀਂ ਜਾ ਸਕਦੀ। ਤੁਹਾਨੂੰ ਪਤਾ ਹੈ ਨਾ, ਮੈਨੂੰ ਇੰਨੇ ਮੇਕਅਪ ਵਿੱਚ ਦੇਖ ਕੇ ਡੈਡੀ ਜੀ ਗੁੱਸਾ ਹੋ ਜਾਣਗੇ। ਮੇਰੇ ਸਾਰੇ ਚਾਹ ਅਧੂਰੇ ਰਹਿ ਗਏ, ਸਾਰੇ ਚਾਹ ਅਧੂਰੇ। ਰਿਲੈਕਸ, ਇੱਕ ਲੰਬਾ ਸਾਲ ਹੈ। ਮੰਨ ਲਓ ਮੈਨੂੰ ਰਿਸ਼ਤਾ ਮਨਜ਼ੂਰ ਹੈ, ਪਰ ਕੁਝ ਸ਼ਰਤਾਂ। ਛੱਡੋ ਥਾਣੇਦਾਰ ਸਾਹਿਬ, ਮੇਰੀਆਂ ਕੋਈ ਸ਼ਰਤਾਂ ਨਹੀਂ। ਪਰ ਮੇਰੀਆਂ ਹੈ। ਦੱਸੋ। ਆ ਟੇਬਲ ਦੇ ਥੱਲੇ ਪੈਡ ਤੇ ਪੈਨ ਪਿਆ ਹੈ, ਉਹ ਚੁੱਕੋ ਤੇ ਲਿਖੋ। ਦਾਰੂ ਅਸੀਂ ਤਾਂ ਕੀ ਪਿਆਣੀ ਹੈ, ਕੋਈ ਬਰਾਤੀ ਘਰੋਂ ਵੀ ਪੀ ਕੇ ਨਹੀਂ ਆਏਗਾ। ਮੈਂ ਸਾਰੇ ਬਰਾਤੀਆਂ ਨੂੰ ਪਹਿਲਾਂ ਲੈਬੋਰਟਰੀ ਲੈ ਕੇ ਜਾਵਾਂਗਾ, ਕੱਲੇ ਕੱਲੇ ਦਾ ਖੂਨ ਟੈਸਟ ਕਰਾਵਾਂਗਾ। ਮੈਡੀਕਲ ਚੈੱਕ ਜੀ। ਨੰਬਰ 2 ਬਰਾਤ ਆਂਦੀ ਹੋਈ ਕਿੱਥੇ ਕਿੱਥੇ ਕਿਹੜੇ ਕਿਹੜੇ ਪੁਆਇੰਟਸ ਤੇ ਭੰਗੜਾ ਪਾਏਗੀ, ਇਹ ਮੈਂ ਡਿਸਾਈਡ ਕਰਾਂ ਜੀ। ਮਤਲਬ ਨੋ ਨਿਊਸੈਂਸ ਔਨ ਦਾ ਰੋਡਸ। ਇੱਕ ਟਾਈਮ 'ਚ ਕਿੰਨੇ ਬਰਾਤੀ ਭੰਗੜਾ ਪਾਣਗੇ, ਕਿੰਨੇ ਨਹੀਂ ਪਾਣਗੇ, ਇਹ ਵੀ ਮੈਂ ਡਿਸਾਈਡ ਕਰਾਂਗਾ। ਮਾਫ ਕਰਨਾ ਥਾਣੇਦਾਰ ਸਾਹਿਬ, ਭੰਗੜਾ ਪਾਉਣ ਵਾਲਾ ਆਪਣੇ ਤਰੀਕੇ ਨਾਲ ਭੰਗੜਾ ਪਾ ਸਕਦਾ ਕਿ ਉਹਦੀ ਟ੍ਰੇਨਿੰਗ ਵੀ ਤੁਸੀਂ ਦੋਗੇ? ਨਹੀਂ, ਭੰਗੜਾ ਆਪਣੀ ਚੁਆਇਸ ਦਾ ਪਾ ਸਕਦੇ ਆ। ਪਾ ਸਕਦਾ, ਲਿਖ ਲੈ, ਪਾ ਸਕਦਾ। ਪਰ ਗਾਣੇ ਮੈਂ ਸਿਲੈਕਟ ਕਰਾਂਗਾ। ਆਈ ਲਵ ਸ਼ਿਵ ਕੁਮਾਰ ਬਟਾਲਵੀ / ਨਰਿੰਦਰ ਚੰਚਲ। ਵੇ ਵੀਰ ਜੀ, ਮੈਨੂੰ ਤਾਂ ਇਹੀ ਗੱਲ ਹੈ, ਇਹ ਸਾਡੇ ਜਵਾਈ ਬਾਲੇ ਸ਼ੌਂਕੀ ਨੇ। ਇੱਕ ਤਾਂ ਨਾਗਣ ਬਣ ਕੇ ਲੇਟਦਾ ਹੈ, ਦੂਜਾ ਬੀਨ ਵਜਾਉਂਦਾ ਜੀ ਮੂੰਹ 'ਚ ਰੁਮਾਲ ਪਾ ਕੇ, ਤੀਜਾ ਸਿਰ ਤੇ ਗਲਾਸ ਰੱਖ ਕੇ ਨੱਚਦਾ ਜੀ। ਇੰਨਾ ਕੁ ਤਾਂ ਚਲਾ ਲਓਗੇ ਜੀ, ਬਸ 2 ਮਿੰਟ ਦੀ ਆਈਟਮ ਹੈ। ਉਹ ਦੇਖ ਲਾਂਗੇ। ਦੇਖ ਲੈਣਗੇ। ਪਰ ਅੱਜ ਤੋਂ ਬਾਅਦ ਆਪਾਂ ਸਿਰਫ ਮੰਗਣੀ ਤੇ ਮਿਲਾਂਗੇ, ਫਿਰ ਸਿੱਧਾ ਵਿਆਹ ਤੇ। ਪਹਿਲਾਂ
या पीछे या विच विचाले कोई सेरेमनी नहीं होएगी। विआह इन्ना सिंपल होएगा, इन्ना सिंपल कि थानू लगेगा कि विआह तो होया ही नहीं। ਬਟ ਸਰ ਜਦੋਂ ਇੱਕ ਵਾਰੀ ਡੋਲੀ ਇੱਥੋਂ ਮਤਲਬ ਚਲੀ ਗਈ, ਮਤਲਬ ਜਦੋਂ ਅਸੀਂ ਘਰ ਪਹੁੰਚ ਗਏ ਫਿਰ ਤਾਂ ਸਾਡੀ ਉਹ ਚੱਲੂਗੀ ਨਾ ਜੀ। बाकी दियां शर्तां बाद च। मीटिंग इज ओवर नाउ, चलो। ओ जी चाह ले आई सी। सिर च पा दे। डैडी जी मेहमान ਚਲੇ ਗਏ किथे सी हुण तक? ਤੁਹਾਡੀ ਨੂੰ ਤਿਆਰ ਹੋ ਰਹੀ ਸੀ ਡੈਡੀ ਜੀ। पर ये तो तैयार हुई लगती नहीं है। ਇਹ ਨਾ ਜੀ ਤਿਆਰ ਹੋ ਕੇ ਫੇਰ ਤਿਆਰ ਹੋਈ ਹੈ। ਮਤਲਬ ਨਹੀਂ ਹੋਈ, ਮਤਲਬ ਹੋਈ ਹੈ ਪਰ ਨਹੀਂ ਹੋਈ। एक गल दसो बेटा, तैयार हुई है कि नहीं? ਡੈਡੀ ਜੀ ਤਿਆਰ ਹੋ। शट अप। ਹੱਦ ਹੋਈ ਪਈ ਹੈ ਜਮਾ ਹੱਦ ਹੋਈ ਪਈ ਲੋਕਾਂ ਵਾਲੀ। ਓਏ ਮੁੰਡੇ ਵਾਲੇ ਆ ਅਸੀਂ ਤੇ ਸ਼ਰਤਾਂ ਉਹ ਰੱਖੀ ਜਾਂਦੇ ਨੇ। ਨਾ ਪੁਲਿਸ ਅਫਸਰ ਹੋਊਗਾ ਆਪਣੇ ਘਰ, ਸਾਡੇ ਤੇ ਕਹਾਂ ਥਾਣੇਦਾਰ ਲੱਗਿਆ। ਅਸੀਂ ਕਿਹੜਾ ਘੱਟ ਆ ਕਿਸੇ ਨਾਲੋਂ? ਜਹੇਦਾਰ ਕਹਿ ਕੇ ਲੋਕ ਸਲਾਮਾਂ ਕਰਦੇ ਨੇ। 28 ਕਿੱਲਿਆਂ ਦੀ ਵਾਹੀ ਹੈ। ਤੂੰ ਫਿਕਰ ਨਾ ਕਰ ਪੁੱਤ, ਇੰਡੀਆ ਜਾ ਕੇ ਤੇਰੇ ਵਿਆਹ ਦੀ ਐਸੀ ਪਾਰਟੀ ਕਰੂੰ, ਡਿਪਟੀ ਸੀਐਮ ਆਊ। ਡਿਪਟੀ ਸੀਐਮ ਲੈ ਕੱਲ ਤਾਂ ਆਂਦਾ ਸੀ ਸੀਐਮ ਆਊਗਾ। ਡਿਪਟੀ ਸੀਐਮ ਕਿਹੜਾ ਛੋਟੀ ਚੀਜ਼ ਹੁੰਦੀ ਹੈ? ਤੂੰ ਤਾਂ ਉਹੀ ਨਹੀਂ ਬੋਲਣ ਜੋਗੀ। ਤੇਰੇ ਭਾਈ ਦੇ ਮੁੰਡੇ ਦੇ ਵਿਆਹ 'ਚ ਐਮਸੀ ਆਇਆ ਸੀ, ਉਹ ਵੀ ਸਾਬਕਾ। ਉਹ ਭਾਈ ਤੁਸੀਂ ਆਪਦਾ ਪਿੱਟਣਾ ਬੰਦ ਕਰੋ। ਆ ਜਿਹੜਾ ਮੈਂ ਇਸ਼ਕ ਕਰੀ ਬੈਠਾ ਇਹਦੇ ਬਾਰੇ ਸੋਚੋ। ਉਹ ਪੁੱਤ ਮੇਰੇ ਨਾਲ ਪੂਰਾ ਸਲਾਹ ਤਾਂ ਕਰ ਲੈਂਦਾ। ਸਲਾਹ ਨੂੰ ਬਾਪੂ ਮੈਂ ਕਿਹੜਾ ਆੜਤ ਦੀ ਦੁਕਾਨ ਕਰਨੀ ਸੀ। ਆਹੋ ਇਹਦੇ ਨਾਲ ਸਲਾਹ ਕਰ ਲੈਂਦਾ ਪਹਿਲਾਂ ਵੱਡੇ ਰਾਂਝੇ ਨਾਲ। ਨਾ ਮੇਰੀ ਗੱਲ ਸੁਣ, ਤੈਂ ਮੇਰੇ ਨਾਲ ਕਦੇ ਦੁੱਖ ਸੁੱਖ ਕੀਤਾ ਹੈ ਵੇ? ਨਾ ਕਦੇ ਇਕੱਠਿਆਂ ਫੋਟੋਆਂ ਖਿਚਾਈਆਂ, ਨਾ ਕਦੇ ਮੂੰਹ 'ਚ ਬੁਰਕੀਆਂ ਪਾਈਆਂ। 24 ਘੰਟੇ ਤੰਦੂਰ ਅੰਗੂਤਾ ਪਿਆ ਰਹਿਣਾ ਤੂੰ। ਜਿਹੋ ਜੀ 10 ਮਿੰਟ ਤੇਰੇ ਕੋਲ ਬਹਿ ਗਈ, ਉਹੇ ਜੀ ਪਰਾਂਤ ਰੋਟੀਆਂ ਦੀ ਲਾ ਲਈ। ਬਾਪੂ ਕਦੇ ਤਾਂ ਮੰਨ ਜਾ ਕਰ ਯਾਰ। ਦੇਖ ਆਪਾਂ ਵਿਆਹ ਕਰਾਂਗੇ ਸਿੰਪਲ, ਪਾਰਟੀ ਕਰਾਂਗੇ ਗੱਜ ਵੱਜ ਕੇ। ਤੂੰ ਸੀਐਮ ਨੂੰ ਛੱਡ ਭਾਵੇਂ ਪੀਐਮ ਨੂੰ ਸੱਦ ਲਈ ਉਦੋਂ। ਹੋਰ ਪੁੱਤ ਕਰ ਤੂੰ ਸ਼ਗਨਾਂ ਦੀ ਤਿਆਰੀ। ਮੈਂ ਕਰਦਾ ਪੀਐਮ ਨੂੰ ਫੋਨ। ਫੁਕਰਾ ਅੱਛਾ ਹਣੀ ਦਾ ਵਿਆਹ ਰੱਖਤਾ ਹੈ। ਚਲੋ ਫਿਰ ਜਿੱਥੇ ਰੱਖਤਾ ਚੁੱਕ ਵੀ ਆਪ ਹੀ ਲਿਓ, ਸਾਡੇ ਕੋਲੋਂ ਤਾਂ ਨਹੀਂ ਪਹੁੰਚਿਆ ਜਾਣਾ। ਟਾਈਮ ਸਿਰ ਹੀ ਚੁੱਕ ਲਿਓ, ਕਿਤੇ ਪਏ ਨੂੰ ਉੱਲੀ ਨਾ ਲੱਗ ਜੇ। ਉਹ ਸੱਤੀ ਉਹ ਤੇਰਾ ਭਰਾ ਟੰਗਤਾ। ਉਹ ਐਡੀ ਛੇਤੀ ਦੱਸਣ ਦੀ ਕੀ ਲੋੜ ਸੀ? ਇੱਕ ਅੱਧਾ ਨਿਕਲ ਜਾਣਾ ਵੀ ਹੋ ਲੈਣ ਦਿੰਦੇ। ਵੇ ਖੁਸਰੇ ਲੱਗੀ ਆ ਜਾਂਦਾ। ਉਹ ਤੁਹਾਨੂੰ ਸ਼ਰਮ ਨਾ ਆਈ? ਉਹ ਸਾਥੋਂ ਦੱਸੇ ਪੁੱਛੇ ਬਿਨਾਂ ਹੀ ਫੈਸਲਾ ਲੈ ਲਿਆ। ਉਹ ਕੋਈ ਲੰਡੀ ਬੁੱਚੀ ਬੰਦੇ ਨਹੀਂ ਅਸੀਂ। ਉਹ ਕੋਈ ਗੱਲ ਆ ਸਾਡੇ 'ਚ? ਉਹ ਜਦ ਸਾਡੇ ਤੋਂ ਬਿਨਾ ਕੁੜੀ ਹੀ ਪਸੰਦ ਕਰ ਲਈ ਤੇ ਅਸੀਂ ਵਿਆਹ ਜਾ ਕੇ ਹੁਣ ਭਾਣ ਲੁੱਟਣੀ? ਨਾਲੇ ਹੱਕ ਕਾਦੇ ਰਹਿ ਗਏ ਜੀ? ਹੁਣ ਤੇ ਕੰਬਲੀਆਂ ਮਿਲਣੀਆਂ ਨਾ 250 ਦਾ, ਇੱਥੋਂ ਲੈ ਲਾਂਗੇ ਕਿਤੋਂ। ਉਹ ਜਾਈਆਂ ਦੀ ਸਲਾਹ ਤੋਂ ਬਿਨਾਂ ਤਾਂ ਘਰ 'ਚ ਕੋਈ ਸਾਗ ਨਹੀਂ ਧਰਦਾ। ਉਹ ਤੁਸੀਂ ਮੁੰਡੇ ਦਾ ਵਿਆਹ ਹੀ ਧਰਤਾ। ਹੋਰ ਸੁਣੋ, ਕੈਪਟਨ ਸਾਹਿਬ ਖੁਦ ਚੱਲ ਕੇ ਆਪ ਮੇਰੇ ਘਰੇ ਟਿਕਟ ਦੇਣ ਆਏ ਸੀ ਤੇ ਮੈਂ ਉਹਨੂੰ ਨਾ ਕਰਤੀ। ਓਏ ਮੇਰੇ ਇਕਲੌਤੇ ਸਾਲੇ ਦਾ ਵਿਆਹ ਆ, ਮੈਂ ਚੋਣਾ ਨਹੀਂ ਲੜਦਾ। ਕਰਤੀ ਸ਼ਦਾਈਆਂ ਦੀ ਗੱਲ। ਉਹ ਮੈਂ ਘੱਟ ਸ਼ਦਾਈਆਂ? ਤੁਸੀਂ ਆਪ ਸੋਚੋ, ਜੇ ਬੰਦਾ ਖੇਸੀ ਦੀ ਬੁੱਕਲ ਮਾਰੂ ਤਾਂ ਸਾਈਕਲ ਦਾ ਪੈਂਚਰ ਹੋਣਾ ਹੀ ਹੈ ਕਿ ਨਹੀਂ? ਹੁਣ ਬੋਲੋ। ਉਹ ਮੈਂ ਨਹੀਂ ਆਉਂਦਾ ਕਿਉਂਕਿ ਤੂੰ ਚਲੇ ਜਾਈਂ। ਉਹ ਮੇਰਾ ਤਾਂ ਸਾਰਾ ਮੂਡ ਖਰਾਬ ਹੋ ਗਿਆ। ਉਹ ਮੈਂ ਤਾਂ 7 ਪ੍ਰਕਾਰ ਦਾ ਭੰਗੜਾ ਪਾਉਣਾ ਸੀ ਵਿਆਹ 'ਚ। ਮੂੰਹ ਮਿੱਠਾ। ਹਾਂ ਪੱਪੀ। ਹਾਂਜੀ ਉਹ ਨਹੀਂ ਮਿੱਠਾ ਮੁੱਠਾ ਤੁਸੀਂ ਰਹਿਣ ਹੀ ਦਿਓ ਜੀ, ਸਾਨੂੰ ਸ਼ੂਗਰ ਹੋਈ ਸਮਝੋ ਤੁਸੀਂ ਬਸ। ਪੱਪੀ ਤੇਰੇ ਪਿਓ ਨੇ ਚੰਨ ਚੜਾਤਾ ਹੀ। ਹਾਏ ਹਾਏ ਹੁਣ ਕੀ ਚੰਨ ਚੜਾਤਾ ਬਾਪੂ ਜੀ ਨੇ? ਹਣੀ ਦਾ ਵਿਆਹ ਧਰਤਾ। ਸੱਚੀ? ਬੜੇ ਭੈੜੇ ਨੇ। ਮਹਿਕਮੇ ਨੇ ਤੇ 4 ਵਾਰੀ ਮੈਨੂੰ ਐਜ਼ ਅ ਡਰਾਈਵਰ ਸਸਪੈਂਡ ਹੀ ਕੀਤਾ। ਆ ਸਹੁਰਿਆਂ ਨੇ ਤੇ ਮੈਨੂੰ ਐਜ਼ ਅ ਜਵਾਈ ਟਰਮੀਨੇਟ ਹੀ ਕਰ ਦਿੱਤਾ। ਤੁਸੀਂ ਕੱਟ ਦਿਓ, ਸਾਡਾ ਆਪਸੀ ਸਿਆਪਾ ਚੱਲ ਰਿਹਾ ਹੈ। ਹੁਣ ਗੁੱਸਾ ਛੱਡੋ ਜੀ, ਵਿਆਹ ਤੇ ਤਾਂ ਜਾਣਾ ਹੀ ਪੈਣਾ। ਨਾ ਤੂੰ ਤੇ ਤੇਰਾ ਮੁੰਡਾ ਵੇਖਿਓ ਵਿਆਹ, ਮੈਂ ਤੇ ਵਿਆਹ ਦੇ ਬਾਹਰ ਧਰਨਾ ਦਿਆਂਗਾ। ਸਹੁਰਾ ਸਾਲਾ ਮੁਰਦਾਬਾਦ। ਜਵਾਈ ਦਾ ਹੱਕ ਇੱਥੇ ਰੱਖ। ਤੂੰ ਤਾਂ ਤੂੰ ਬਾਬਾ ਜੀ ਆਪ ਸਿਆਣਾ। ਲੈ ਦੇਖ ਲੈ, ਜਦੋਂ ਵੀ ਕੋਈ ਗੱਲ ਸਿਰੇ ਚੜਨ ਲੱਗਦੀ ਹੈ ਪੁੱਤਿਆਂ ਦੀ ਕੋਈ ਨਾ ਕੋਈ ਅੜਚਨ ਆ ਜਾਂਦੀ ਹੈ। ਮਾਤਾ ਮੈਂ ਤਾਂ ਪਹਿਲਾਂ ਹੀ ਆਖਿਆ ਸੀ, ਉਹ ਮੁੰਡੇ ਦੇ ਉੱਤੇ ਭੈਣਾਂ ਦਾ ਪਰਛਾਵਾਂ ਹੈ ਤੇ ਭੈਣਾਂ ਤੇ ਜੀਜਿਆਂ ਦਾ ਪਰਛਾਵਾਂ ਹੈ। ਜੀਜਿਆਂ ਤੇ ਰਾਹੂ ਕੇਤੂ ਸ਼ਨੀ ਦਾ ਪਰਛਾਵਾਂ ਹੈ। ਬੂਮ ਮੱਚ ਗਈ। ਇੱਥੇ ਤੇ ਮਾਤਾ ਪਰਛਾਵੇਂ ਤੇ ਪਰਛਾਵਾਂ ਚੜਿਆ ਪਿਆ। ਇਸੇ ਕਰਕੇ ਤੇਰਾ ਮੁੰਡਾ ਕਾਲੇ ਕੱਪੜੇ ਪਾ ਕੇ ਖੁਸ਼ ਹੁੰਦਾ। ਬੋਲ ਹੁੰਦਾ ਕਿ ਨਹੀਂ ਹੁੰਦਾ? ਉਹ ਯਾਰ ਮੈਨੂੰ ਪਤਾ ਬਾਅਦ ਚ ਤਾਂ ਤੂੰ ਇਹ ਕਹੀ ਦੇਣਾ ਕਿ ਜੋਤਿਸ਼ ਵਿਦਿਆ ਚ ਚਿੱਟੇ ਔਰ ਕਾਲੇ ਚ ਬੜਾ ਫਰਕ ਨਹੀਂ ਹੁੰਦਾ। ਹਾਂ ਪਰ ਸੱਚ ਤਾਂ ਇਹ ਆ ਭਰਾਵਾ, ਮੇਰੇ ਕੋਲ 4 ਤਾਂ ਚਿੱਟੇ ਪਜਾਮੇ ਆ ਤੇ 4 ਹੀ ਚਿੱਟੇ ਕੁੜਤੇ ਆ। ਕਾਲੇ ਰੰਗ ਦਾ ਤਾਂ ਕੱਲਾ ਅੰਡਰਵੀਅਰ ਹੀ ਬਸ ਮੇਰੇ ਕੋਲ। ਜੋਤਿਸ਼ ਵਿਦਿਆ ਦੇ ਵਿੱਚ ਪਜਾਮੇ ਤੇ ਅੰਡਰਵੀਅਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ ਬੱਚਾ।
ਸਿਰਫ ਸਾਈਜ਼ ਦਾ ਹੀ ਫਰਕ ਹੁੰਦਾ ਹੈ। ਹੁਣ ਹੁੰਦਾ ਕਿ ਨਹੀਂ? ਉਹ ਹੁੰਦਾ ਹੋਊਗਾ ਯਾਰ। ਪਰ ਮੈਨੂੰ ਇਹ ਦੱਸ ਕਿ ਤੇਰੇ ਕੋਲ ਇਸ ਪੰਗੇ ਦਾ ਇਲਾਜ ਕੀ ਹੈ? ਇਲਾਜ ਹੈ, ਬੋਲ, ਕਰ ਲੇਗਾ? ਹੋਰ ਕੋਈ ਚਾਰਾ ਹੈ ਮੇਰੇ ਕੋਲ? ਸੁਣ ਫਿਰ ਕਾਕਾ, ਤੈਨੂੰ ਇਹਦੇ ਲਈ ਵਿਆਹ ਪੋਸਟਪੋਨ ਕਰਨਾ ਪੈਣਾ, ਬਟ ਵਾਈ? ਉਹ ਯਾਰ ਮੇਰੇ ਜੀਜੇ ਹੜਤਾਲ ਕਰਕੇ ਬਹਿ ਗਏ ਕਿ ਅਸੀਂ ਉਹਨਾਂ ਨੂੰ ਬਿਨਾਂ ਪੁੱਛੇ ਦੱਸੇ ਇੰਗੇਜਮੈਂਟ ਕਰ ਕਿਵੇਂ ਲਈ। ਤੈਨੂੰ ਪਤਾ ਪੰਜਾਬ 'ਚ ਇੱਕ ਪੰਗਾ ਹੈ, ਜੀਜੇ ਆਪ ਭਾਵੇਂ ਕੁਝ ਕਰਨ ਭਾਵੇਂ ਨਾ ਕਰਨ, ਪਰ ਅਸੀਂ ਜੇ ਕੁਝ ਕਰਨਾ ਉਹਨਾਂ ਤੋਂ ਪੁੱਛ ਕੇ ਕਰਨਾ ਪੈਂਦਾ। ਪਰ ਡੈਡੀ ਨੇ ਨਹੀਂ ਮੰਨਣਾ। ਉਹਨਾਂ ਨੇ ਇੱਕ ਵਾਰ ਜੋ ਡਿਸੀਜਨ ਲੈ ਲਿਆ ਉਸ ਨੂੰ ਕੋਈ ਨਹੀਂ ਚੇਂਜ ਕਰ ਸਕਦਾ। ਕਰ ਸਕਦਾ ਹੈ। ਇੱਕ ਜੀਜਾ ਆਪਣੇ ਸਾਲੇ ਦੀ ਜ਼ਿੰਦਗੀ 'ਚ ਕੁਝ ਵੀ ਚੇਂਜ ਕਰ ਸਕਦਾ, ਉਹਨੂੰ ਮੇਲ ਤੋਂ ਸ਼ੀਮੇਲ ਬਣਾ ਸਕਦਾ। ਹਾਂ, ਇਹ ਤਾਂ ਲੇਡੀਜ਼ ਰੁਮਾਲ ਹੈ ਨਾ, ਇਹ ਜੀਜਾ ਸਿੱਧੀ ਮੰਤਰ ਹੈ ਜੀਜਿਆਂ ਨੂੰ ਵਸ 'ਚ ਕਰਨ ਲਈ। ਕੱਲ ਨੂੰ ਮੇਰਾ ਪਹਿਲਾ ਜੀਜਾ ਆ ਰਿਹਾ। ਮੈਂ ਕਿਹਾ ਜੀ ਇੱਥੇ ਤਾਂ 에어ਪੋਰਟ ਹੀ ਕਿੰਨਾ ਸੋਹਣਾ ਹੈ। ਕਾਹਦਾ ਸੋਹਣਾ ਹੈ? ਕੋਈ 150 ਗਾਵਾਂ ਇੱਥੇ ਖੁੱਲੀਆਂ ਛੱਡੋ, ਮੌਕੇ ਤੇ ਬੱਸ ਡੇਰ ਗਈ ਹੈ। ਔਰ ਉਹ ਆ ਗਈ ਭਰਾ ਤੇਰਾ। ਕਿਦਾਂ ਬਤ ਜੀਜੇ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਕਿੱਦਾਂ ਭੈਣ? ਹੋਰ ਜੀਜੇ ਦੀ ਤਕਲੀਫ ਤਾਂ ਨਹੀਂ ਹੋਏਗੀ ਹੁਣ? ਕੋਈ ਨਹੀਂ, ਇੱਥੇ ਤੇਰੇ ਕੋਲ ਹੀ ਹੁਣ ਕੁਛ ਦਿਨ ਦੱਸਾਂਗੇ ਤਕਲੀਫਾਂ ਵੀ। ਹਾਂ। ਚੰਗੇ ਭਲੇ ਉੱਥੇ ਬੱਸਾਂ 'ਚ ਬੁੱਲੇ ਵੜਦੇ ਸਾਂ ਪੰਜਾਬ, ਆ ਤੇਰੇ ਪਿੱਛੇ ਜਹਾਜ਼ਾਂ ਦੇ ਧੱਕੇ ਖਾਣੇ ਪਏ ਨੇ। ਆ ਫੜਾ ਦੇ ਇੱਧਰ, ਮੈਨੂੰ ਫੜਾ ਦਿਓ। ਆ ਜੀਜੇ ਉਹ ਚੱਲ ਰੋਕ ਲੈ ਕੇ ਬੰਨੀ 'ਚ ਹੀ ਮਾਰਨੀ ਹੈ ਜਾ ਕੇ ਹੁਣ। ਆ ਜਾ ਵੀ ਨੀ ਮਾਂ ਸਦਕੇ ਮਾਰ ਕਰ ਦੇ ਵਿੱਚ। ਤਾਂ ਡਿੱਗੀ ਦਾ ਖੋਲ ਦੇ। ਪਹੁੰਚ। ਨੀ ਮੇਰੀ ਡੱਡ ਮੱਡ ਹੈਗਾ ਮੇਰੇ ਪੁੱਤ। ਤਕੜਾ ਪੁੱਤ, ਤਕੜਾ। ਚੰਗਾ ਕੀਤਾ ਪੁੱਤ ਤੁਸੀਂ ਆ ਗਏ। ਬੇਬੇ ਆਉਣਾ ਤਾਂ ਨਹੀਂ ਸੀਗਾ, ਪਰ ਰਿਹਾ ਨਹੀਂ ਗਿਆ। ਕੱਲਾ ਕੱਲਾ ਭਰਾ ਹੈ ਮੇਰਾ। ਕਿਉਂ ਜੀ? ਲੈ ਦੱਸ, ਆਉਣਾ ਕਾਹਤੋਂ ਨਾ ਸੀ? ਸੁਖਣਾ ਤਾਂ ਹੀ ਤਾਂ ਜਹਾਜ਼ ਦੀਆਂ ਟਿਕਟਾਂ ਭੇਜੀਆਂ ਸੀ ਤੁਹਾਨੂੰ। ਆ ਜਹਾਜ਼ ਦੀਆਂ ਟਿਕਟਾਂ ਭੇਜ ਕੇ ਤੇ ਬੇਇੱਜ਼ਤੀ ਕਰਾਤੀ ਸਾਡੀ ਤੁਸੀਂ। ਮੁਲਾਜ਼ਮ ਬੰਦੇ ਆ, ਮੈਂ ਕਦੇ ਬੱਸ ਦੀ ਟਿਕਟ ਨਹੀਂ ਲਈ। 5-4 ਬੰਦੇ ਮੈਂ ਉਦਾਂ ਨਾਲ ਲੈ ਜਾਣਾ, ਉਹਨਾਂ ਕਹਿ ਕੇ ਵੀ ਆਪਣੇ ਨਾਲ ਹੀ ਹੈ। ਅੱਜ ਤੁਹਾਡੇ ਕਰਕੇ ਮੇਰੇ ਟੱਬਰ ਨੂੰ ਪਹਿਲੀ ਵਾਰੀ ਟਿਕਟ ਤੇ ਸਫ਼ਰ ਕਰਨਾ ਪਿਆ। ਜੀਜਾ ਜੀ ਤੁਸੀਂ ਨਾਰਾਜ਼ ਕਿਉਂ ਹੋ ਰਹੇ ਹੋ? ਤੁਸੀਂ ਤਾਂ ਝੂਟੇ ਲੈਂਦੇ ਆਏ ਹੋ, ਤੁਸੀਂ ਨਜ਼ਾਰੇ ਲੈਂਦੇ ਆਏ ਹੋ ਜਹਾਜ਼ 'ਚ। ਕਿਹੜਾ ਜਹਾਜ਼? ਐਡਾ ਕਿ ਜਹਾਜ਼ ਉਹਨੂੰ 2 ਪਾਇਲਟ ਚਲਾਉਣ ਵਾਸਤੇ ਲਾਏ ਨੇ। ਕਿਤੇ ਪੰਜਾਬ ਆ ਕੇ ਵੇਖੀ ਜੀਜਾ ਤੇਰਾ ਐਡੀ ਸਾਰੀ ਬੱਸ ਕੱਲਾ ਹੀ ਖਿੱਚੀ ਫਿਰਦਾ। ਨਾਲੇ ਉਹਦੇ ਚਲਾਉਂਦੇ ਵੀ ਬੂਹਾ ਬੰਦ ਕਰਕੇ, ਸਾਨੂੰ ਕੀ ਪਤਾ ਅੰਦਰ ਕੀ ਹੋਣ ਡਿਆ, ਮੈਂ ਤੇ ਸੌਂ ਹੀ ਨਾ ਜਾਣ। ਉੱਥੇ ਪੰਜਾਬ ਆਈ ਕਿਤੇ ਇੱਥੋਂ ਗੇਰ ਪਾਈਦਾ, ਪਿਛਲੀ ਸਵਾਰੀ ਨੂੰ ਪਤਾ ਲੱਗਦਾ ਪੈ ਗਿਆ। ਨਹੀਂ ਜੀਜੇ ਤੋਂ ਸਮਾਨ ਫੜ ਲਾ ਆਪਦੇ ਤੋਂ। ਪਰ ਜੀਜੇ ਕੋਲ ਤਾਂ ਸਮਾਨ ਹੈ ਨਹੀਂ। ਬੇ ਫੇਰ ਵੀ ਫੜ ਲੈ। ਆਜ ਚੰਗਾ ਚੰਗਾ ਅੰਦਰ ਚਲੋ ਪੁੱਤ, ਚਾਹ ਪਾਣੀ ਪੀਓ। ਕਿਹੜੇ ਵੇਲਿਆਂ ਦੇ ਤੁਰੇ ਹੋ ਤੁਸੀਂ? ਆਜੋ ਆਜੋ। ਗੁੱਸੇ 'ਚ ਕਾਹਨੂੰ? ਬੜਾ ਹੀ ਰੁੱਸਿਆ ਲੱਗਦਾ ਹੈ। ਗਰਮਾ ਗਰਮ ਸਬਜੀ। ਹਲੋ ਜੀਜਾ ਉਹ ਬਸ ਯਾਰ ਡੰਗਰੀ ਸਮਝ ਲਿਆ ਤੂੰ, ਪਲੇਟ ਹੈ ਖੁਰਲੀ ਤੇ ਨਹੀਂ। ਜੀ ਤੂੰ ਲੈ ਲੈ ਭੈਣ। ਚੰਗਾ ਕੀਤਾ ਪੁੱਤ ਤੁਸੀਂ ਆ ਗਏ, ਨਹੀਂ ਸਾਥੋਂ ਕੱਲਿਆਂ ਤੋਂ ਕੀ ਹੋਣਾ ਸੀ ਭਲਾ? ਕੀ ਗੱਲਦਾਰੇ ਪੁੱਤ, ਤੂੰ ਚੁੱਪ ਜਾ ਕਰਿਆ ਬੈਠਾ, ਰੋਟੀ ਨਹੀਂ ਖਾਂਦਾ? ਕੀ ਖਾਵਾਂ? ਹੈਗਾ ਮੇਰੇ ਲਾਇਕ ਇੱਥੇ ਕੁਝ ਖਾਣ ਨੂੰ? ਲੈ ਦੱਸ, ਤੂੰ ਮੈਨੂੰ ਦੱਸ ਤਾਂ ਸਹੀ। ਟੌਫੀਆਂ ਖਾਊਗੀ ਮੇਰੀ ਡੱਡ? ਟੌਫੀਆਂ ਖਵਾਓ ਮੇਰੇ ਨਾਨੇ ਨੂੰ, ਘਰੇ ਬੁਲਾ ਕੇ ਦਾਰਾ ਧਰ ਲਈ ਦਾਲ। ਮੈਂ ਤਾਂ ਖਾਊਂਗਾ ਕੁੱਕੜ। ਓਏ ਝੋਟੇ ਵਾਲੇ ਘਰੋਂ ਲੱਸੀ ਲੱਭਣ ਦੇ, ਜੋ ਹੈਗਾ ਕਾਲਾ ਵਰਨਾ ਵੀ ਮੁੱਕ ਜਾਣਾ ਹੀ। ਗਲਤੀ ਸਾਰੀ ਮੇਰੀ ਏ, ਮੈਨੂੰ ਚਾਹੀਦਾ ਸੀ ਤੈਨੂੰ ਜਹਾਜ਼ ਚੋਂ ਹੀ ਰਜਾ ਕੇ ਲਿਆਉਂਦਾ ਮੈਂ। ਨਹੀਂ ਨਹੀਂ ਜੀਜਾ ਜੀ, ਮੈਂ ਲੈ ਕੇ ਆਉਣਾ ਮੁਰਗਾ ਇਹਦੇ ਵਾਸਤੇ। ਹਨੇ ਪੁੱਤ, ਤੂੰ ਨਾ ਐ ਕਰ, ਦਾਰੇ ਨੂੰ ਬਾਹਰ ਹੀ ਲੈ ਜਾ, ਜਿਹੜਾ ਕੁਝ ਖਾਣਾ ਖਵਾ ਲਿਆ ਇਹਨੂੰ। ਬੇ ਪੁੱਤ, ਤੇਰੇ ਸਹੁਰੇ ਨੇ ਮੀਟ ਮੱਛੀ ਲਿਆਉਣ ਤੋਂ ਮਨਾ ਕੀਤਾ ਹੋਇਆ ਕਰੇ। ਵਾਹ, ਜਥੇਦਾਰ ਨੇ ਮਨਾ ਕੀਤਾ। ਉਹ ਸਾਲੇ ਦੇ ਵਿਆਹ ਆਏ ਆ ਸੀ ਕਿ ਭੋਗ ਤੇ ਆਏ ਆ? ਤੈਨੂੰ ਮੈਂ ਕਿਹਾ ਸੀ ਰਹਿਣ ਤੇ, ਤੈਨੂੰ ਕਾਲੀ ਪਈ ਸੀ। ਹਾਏ ਹਾਏ ਬੇਬੇ, ਕਾਹਨੂੰ ਰਫੜ ਪਾਇਆ ਨਿੱਕੀ ਜਿਹੀ ਗੱਲ ਦਾ? ਖਾ ਲੈਣ ਦੇ। ਹਨੀ ਸਮਝਾਣਾ ਬੇਬੇ ਨੂੰ। ਬੇਬੇ ਉਹਨੇ ਤਾਂ ਮਿੰਟ 'ਚ ਖਾ ਜਾਣਾ ਮੁਰਗਾ। ਬਾਪੂ ਦੇ ਆਉਣ ਤੋਂ ਪਹਿਲਾਂ ਤਾਂ ਹਵਾ 'ਚ ਮੁਸ਼ਕ ਵੀ ਨਹੀਂ ਬਚਣੀ। ਕਿਉਂ ਬਤ? ਇਹ ਤੇ ਕੁੱਤਿਆਂ ਨੂੰ ਤਰਸਾ ਦਿੰਦਾ, ਹੱਡੀਆਂ ਵੀ ਚੱਬ ਜਾਂਦਾ। ਕੁੱਕੜ ਦਾ ਬੜਾ ਸ਼ੌਕੀਨ ਆ। ਮੈਂ ਲੈ ਕੇ ਆਉਣਾ ਇਹਦੇ ਵਾਸਤੇ। ਉਹ ਗੱਲ ਸੁਣ, ਜੇ ਉਹ ਚੱਲੇ ਆਈ ਤੇ ਉਹ ਇੱਕ ਬੋਤਲ ਵੀ ਫੜ ਲਿਆਈ, ਤੇ ਜੇ ਉਹ ਜਥੇਦਾਰ ਮਨਾ ਕਰੇ ਤੇ ਫਿਰ ਉਹ ਤਾਂ ਵੀ ਫੜ ਲਿਆਈ। ਇਹਦੇ ਦੁਪਹਿਰ ਲੰਘ ਗਈ, ਰੋਟੀ ਹੁਣ ਨਸੀਬ ਹੋਈ ਆ। ਉੱਥੇ ਇਸ ਵੇਲੇ ਤੱਕ ਪੀ ਕੇ ਡਿੱਗਣ ਵਾਲੇ ਹੋਈਦਾ ਸੀ। ਬੇ ਦਾਰੇ ਪੁੱਤ, ਤੂੰ ਕੁਛ ਹੋਰ ਖਾ ਲੈਂਦਾ। ਓਏ ਹੁਣ ਮੈਂ ਕੌਲੀ ਦੇ ਦੰਦੀ ਵੱਢ ਲਾਂ? ਪਿਓ ਵਰਗਾ। ਬੀਬੀ ਕਿਹਾ ਕੁਛ? ਨਾ ਨਾ ਪੁੱਤ, ਮੈਂ ਕਾਹਨੂੰ ਕਿਹਾ ਕੁਛ। ਲੱਗ ਗਿਆ ਸੁਣ ਫਿਰ। ਹਾਂਜੀ ਬਸ ਮੈਂ ਲਿਆ ਕੇ ਲਾਤੀ ਡੀਪੂ 'ਚ। ਅੱਛਾ। ਸਕੂਟਰ ਦੇਖਿਆ ਪੈਂਚਰ, ਹਾਂ। ਰਿਸ਼ਕਾ ਮਿਲੇ ਕੋਈ ਨਾ। ਲੈ ਮੈਂ ਕਿਹਾ ਕਰਨੈਲ ਸਿੰਘ ਤੂੰ ਵੀ ਪਿਓ ਦਾ ਪੁੱਤ ਨਹੀਂ, ਜੀ ਆਈ ਠੇਕੇ ਜਾ ਕੇ ਬੋਤਲ ਨਾ ਲਿਆਂਦੀ। ਮੈਂ ਦੇਖਿਆ ਆਪਣੀ ਬੱਕੀ ਦਾ ਖੜੀ ਹੈ ਨਾ, PRTC। ਹਾਂਜੀ ਜੀ ਤੁਸੀਂ ਸੁਣਾਈ ਸੀ ਮੈਨੂੰ ਇਹ ਗੱਲ, ਮੈਨੂੰ ਯਾਦ ਹੈ। ਉਹ ਗੱਲ ਹੋਰ ਸੀ, ਇਹਦੇ ਵਿੱਚ ਬੱਸ ਮੇਰੇ ਅੱਗੇ ਵੀ ਖੜਾਤੀ ਕਿਸੇ, ਨਿਕਲਣ ਦਾ ਰਾਹ ਹੀ ਹੈ ਨਹੀਂ। ਲੈ ਵੀ ਬੱਸ ਫਿਰ ਆਪਾਂ ਕਮਾਈ, ਡੀਪੂ ਦੀ ਮਗਰਲੀ ਕੰਧ ਟਪਾਈ ਹੁਣ ਮੈਂ ਬੱਸ। ਜੀਜਾ ਜੀ ਕਿਉਂ ਗੱਪ ਮਾਰੀ ਜਾਂਦੇ ਹੋ? ਬੱਸ ਕੰਧ ਕਿਵੇਂ ਟੱਪ ਜੂ ਭਲਾ?
ਸਾਲੇ ਤੂੰ ਵਿੱਚੋਂ ਆਪ ਲੈਣੇ ਨੇ ਉਹ ਜੀਜਾ ਜੀ ਨੇ ਕੰਧ ਟਪਾ ਸਕਦੇ ਨੇ ਹਾਂਜੀ ਜੀਜਾ ਜੀ ਬਸ ਕੰਧ ਟੱਪ ਗਈ ਤੇਰੇ ਵਰਗੇ ਨਾ ਸਾਲਿਆ ਮੈਂ ਬੱਸ ਦੇ ਪਿਛਲੇ ਟਾਇਰ ਥੱਲੇ ਦੇ ਕੇ ਮਾਰਦਾ ਹੁੰਦਾ ਕੇਸ ਵੀ ਨਹੀਂ बढ़ता लो जी बस गई ਟੱਪ हाँ लो मैं जाके सीधी ठेके के ब्रेक मारी ठेके वाले ਨੂੰ ਪੈ ਗਈ ਸੰਦਲਾਂ ਕਹਿੰਦਾ ਯਾਰ ਲੋਕੀ ਕਾਰਾਂ ਦੇ ਵੀ ਆਉਂਦੇ ਆ ਲੋਕੀ ਟਰੱਕ ਦੇ ਵੀ ਆਉਂਦੇ ਆ ਇਹ ਕਿਹੜਾ ਯੋਧਾ ਜਿਹਨੇ ਲਿਆ ਕੇ ਪੀਆਰਟੀਸੀ ਦੀ ਬੱਸ ਠੇਕੇ ਕੇ ਖੜੀ ਕਰਦੀ ਉਹ ਇਹਨਾਂ ਖੁਸ਼ ਹੋਇਆ ਉਹਨੇ ਨਾ ਕੁਆਟਰ ਮੈਨੂੰ ਨਾਲ ਫ੍ਰੀ ਦੇ ਦਿੱਤਾ ਓਏ ਇਹਦਾ ਮੈਂ ਹੱਥ ਵੱਢ ਦੇਣਾ ਤੈਨੂੰ ਮੈਂ ਦੱਸ ਬਗਾਨੀ ਥਾਂ ਤੇ ਬੈਠਿਆ ਪੁੱਤ ਦੇਖੀ ਕਿਤੇ ਕੋਈ ਕਲੇਸ਼ ਖੜਾ ਹੋ ਜੇ ਤੂੰ ਨਾ ਕਰਨੈਲ ਨੂੰ ਮਾੜਾ ਜਿਹਾ ਕੰਟਰੋਲ 'ਚ ਰੱਖੀ ਜਵਾਈ ਆ ਬੇਬੇ ਸੁੰਡੀ ਕਪਾਚ ਤੇ ਜਵਾਈ ਵਿਆਹ 'ਚ ਕਿਹੜਾ ਆ ਜਾਣਾ ਕਿੱਥੇ ਕੰਟਰੋਲ ਹੁੰਦੇ ਆ ਤੂੰ ਸਾਰੀਆਂ ਗੱਲਾਂ ਛੱਡ ਮੈਨੂੰ ਕੁੜੀ ਵਾਲੇ ਬਾਰੇ ਦੱਸ ਕੌਣ ਆ ਬੰਦੇ ਕੁੜੀ ਤਾਂ ਬਹੁਤ ਸੋਹਣੀ ਹੈ ਪੁੱਤ ਬਸ ਉਹਦਾ ਪਿਓ ਨਾ ਥੋੜਾ ਜਿਹਾ ਕੱਬਾ ਹੈ ਓ ਬੱਲੇ ਵੀ ਬੱਲੇ ਸ਼ਾਬਾਸ਼ ਏ ਪ੍ਰਾਹੁਣਿਆ ਪਹੁੰਚ ਗਏ ਆ ਮੇਰਾ ਦਾਰਾ ਪੁੱਤ ਸ਼ਾਬਾਸ਼ ਏ ਜਿਉਂਦਾ ਰਹਿ ਬੈਠੋ ਵੀ ਬੈਠੋ ਆ ਜਾ ਵੀ ਸ਼ੇਰਾ ਪ੍ਰਾਹੁਣੇ ਆਉਂਦੇ ਹੋ ਗਏ ਸ਼ੁਰੂ ਨਾ ਮੈਂ ਸਾਲੇ ਕੱਲੇ ਟਮਾਟਰ ਹੀ ਮੰਗਾਏ ਸੀ ਤੇ ਇਹਦੇ ਨਾਲ ਆਪੇ ਹੀ ਲਾਏ ਨੇ ਕਿ ਵੈਸੇ ਮੰਨ ਲਿਆ ਜ਼ਮੀਨ ਸਾਡੇ ਕੋਲ ਤੁਹਾਡੇ ਨਾਲੋਂ ਘੱਟ ਹੈ ਪਰ ਸਾਡੇ ਕੋਲ ਜ਼ਮੀਰ ਇੰਨੀ ਹੈ ਨਾ 10 ਪਟਵਾਰੀ ਰਲ ਕੇ ਮਿਲ ਨਹੀਂ ਸਕਦੇ ਕੱਲੇ ਕੱਲੇ ਮੁੰਡੇ ਦਾ ਵਿਆਹ ਕਰ ਰਹੇ ਹੋ ਭੁੱਖ ਪਾਈ ਤੁਸੀਂ ਜਦੋਂ ਮੈਂ ਕੀਤਾ ਨਾ ਦਾਰੇ ਦਾ ਵਿਆਹ ਪੀਆਰਟੀਸੀ ਦੀ 150 ਬੱਸ ਜਾਓ ਬਰਾਤੇ 150 ਬੱਸ 150 ਬੱਸ ਕਿਵੇਂ ਬਾਜੂ ਜੀਜਾ ਜੀ ਤੂੰ ਸਾਲਾ ਵਿੱਚ ਬੋਲਣਾ ਹਟੀ ਉਹ ਜੀਜਾ ਜੀ ਨੇ 150 ਛੱਡ ਭਾਵੇਂ 200 ਲੈ ਕੇ ਜਾਣ ਭਾਵੇਂ ਹਰਿਆਣਾ ਰੋਡਵੇਜ਼ ਲੈ ਕੇ ਜਾਣ ਬਸ ਸ਼ੇਰਾ ਤੇਰੇ ਮੂੰਹ ਨੂੰ ਚੁੱਪ ਬੈਠਿਆ ਹੁਣ ਤੇ ਮੈਂ ਅਸੀਂ ਵੀ ਕੁੜੀ ਦੇ ਮੂੰਹ ਨੂੰ ਚੁੱਪ ਹਾਂ ਕੁਝ ਕਿਹਾ ਬਾਪੂ ਜੀ ਨਹੀਂ ਕੁਛ ਨਹੀਂ ਇਹਦੇ ਸ਼ੁਕਰ ਕਰੋ ਮੈਨੂੰ ਸੁਣਿਆ ਨਹੀਂ ਵੀ ਕੁੜੀ ਦੇ ਮੂੰਹ ਨੂੰ ਚੁੱਪ ਬੈਠੇ ਆ ਜੇ ਮੈਨੂੰ ਸੁਣ ਜਾਂਦਾ ਨਾ ਫਿਰ ਮੈਂ ਪੜਾਕੇ ਪਾ ਦਿੰਦਾ ਪੜਾਕੇ ਗੱਲ ਤਾਂ ਸੁਣ ਤੂੰ ਮੇਰੀ ਚਲੋ ਜੀ ਚੱਕੋ ਸਮਾਨ ਅਸੀਂ ਨਹੀਂ ਇੱਥੇ ਰਹਿਣਾ ਹੁਣ ਨਾ ਭੈਣੇ ਹੁਣ ਤੈਨੂੰ ਕੀ ਹੋ ਗਿਆ ਹਨੀ ਅਸੀਂ ਤਾਂ ਤੇਰੇ ਮੂੰਹ ਨੂੰ ਇੱਥੇ ਆ ਗਏ ਸੀ ਪਰ ਐਡੇ ਵੀ ਨਹੀਂ ਕੋਈ ਗਏ ਗੁਜਰੇ ਕਿ ਕੋਈ ਸਾਨੂੰ ਜੁੱਤੀ ਦੇ ਵੀ ਨਾ ਲਿਖੇ ਲਓ ਜੀ ਸਾਡੀ ਧਰਮ ਪਤਨੀ ਦਾ ਹਿੱਸਾ ਬਲੂੰਦਰਿਆ ਗਿਆ ਸਾਡਾ ਹੁਣ ਜਾਣਾ ਬਣਦਾ ਕਿਹਾ ਸੁਣਿਆ ਮਾਫ ਤੇਰੇ ਵਿਆਹ ਵਾਲਾ ਚੱਕਾ ਜਾ ਚਲੋ ਜੀ ਤੇਰੇ ਵਾਲਾ ਤਾ ਲਿਆ ਡੋਲਾ ਉਹ ਕੋਈ ਦੱਸੂਗਾ ਹੋਇਆ ਕੀ ਹੈ ਇਹ ਤੂੰ ਬੇਬੇ ਤੋਂ ਹੀ ਪੁੱਛ ਇਸੇ ਨੂੰ ਪੁੱਛ ਲੈ ਮੈਂ ਨਹੀਂ ਦੱਸ ਸਕਦੀ ਲਓ ਜੀ ਇਹਦਾ ਮਤਲਬ ਗੱਲ ਕੋਈ ਬਹੁਤ ਗੰਦੀ ਹੈ ਜਿਹੜੀ ਦੱਸੀ ਨਹੀਂ ਜਾ ਸਕਦੀ ਉੱਠ ਓਏ ਚੱਲ ਪੁੱਤ ਬੈਗ ਚੁੱਕ ਆਪੇ ਉੱਥੇ ਲੈਣ ਹੀ ਆਉਂਦੇ ਹੁੰਦੇ ਆ ਜਾਣਾ ਆਪੇ ਪੈਂਦਾ ਹੁੰਦਾ ਓਏ ਰੁਕ ਜਾ ਪ੍ਰਾਹੁਣਿਆ ਰੁਕ ਜਾ ਉਹ ਕੋਈ ਹੁਣ ਦੱਸੂਗਾ ਵੀ ਕੀ ਹੋਇਆ ਲੈ ਸੁਣ ਲੈ ਕਹਿੰਦੀ ਨੀਤੂ ਦੇ ਘਰੇ ਜਾ ਕੇ ਆਉਣਾ ਕੀ ਤੇਰੀ ਭੈਣ ਭਾਂਜਾ ਤੇ ਜੀਜਾ ਜੀ ਸਾਡੇ ਘਰ ਆਉਣਗੇ ਦੇਖ ਦਿਖਾਈ ਕਰਨ ਨੋ ਵੇ ਯਾਰ ਮੈਂ ਨਾ ਆਪਣੇ ਜੀਜਾਂ ਦੇ ਸਾਹਮਣੇ ਕੁਝ ਨਹੀਂ ਬੋਲ ਸਕਦਾ ਅਸੀਂ ਸਾਰੇ ਬਹੁਤ ਬੇਬਸ ਆ ਪਲੀਜ਼ ਤੂੰ ਮੰਨ ਜਾ ਆ ਲੈਣ ਦੇ ਯਾਰ ਲੁੱਕ ਹਨੀ ਆਈ ਨੋ ਕਿ ਪੰਜਾਬ 'ਚ ਐਦਾਂ ਹੁੰਦਾ ਪਰ ਡੈਡੀ ਨੇ ਪਹਿਲੇ ਦਿਨ ਹੀ ਆਪਣੀਆਂ ਸ਼ਰਤਾਂ ਕਲੀਅਰ ਕਰ ਦਿੱਤੀਆਂ ਸੀ ਜੇ ਹੁਣ ਤੁਸੀਂ ਕੋਈ ਸ਼ਰਤ ਤੋੜੀ ਉਹ ਸਾਡਾ ਰਿਸ਼ਤਾ ਤੋੜ ਦੇਣਗੇ ਆਈ ਟੈਲ ਯੂ ਓਏ ਤੂੰ ਬੰਦਾ ਹੋ ਕੇ ਇਹ ਜੇ ਜਨਾਨੀ ਵਾਲੇ ਖੇਖਣ ਕਰਦਾ ਚੰਗਾ ਲੱਗਦਾ ਨਾਲੇ ਮੇਰੇ ਕੋਲ ਲਿਆ ਇਹ ਜੇ ਪ੍ਰਾਹੁਣੇ ਨੂੰ ਨਾਲੇ ਵੱਡੇ ਪੰਡਤ ਨੂੰ ਮੁੱਦਾ ਪਾ ਕੇ ਕੁੱਟੂ ਦੋਹਾਂ ਨੂੰ ਉਹ ਚਾਚਾ ਯਾਰ ਤੈਨੂੰ ਤਾਂ ਪਤਾ ਹੀ ਆ ਬੇਬੇ ਦਾ ਬਾਲਾ ਕਰਦੀ ਆ ਜਵਾਈਆਂ ਦਾ ਤਾਂ ਹੀ ਤਾਂ ਲੋਟ ਨਹੀਂ ਆਉਂਦੇ ਤੁਹਾਡੇ ਕੋਲ ਉਹ ਪਤੰਗ ਤੇ ਜਵਾਈ ਨਾ ਜਿੰਨੀ ਢਿੱਲ ਦਿਓ ਉਨਾ ਹੀ ਉੱਤਾਂ ਚੜਦੇ ਆ ਦੇਖ ਭਤੀਜ ਮੇਰਾ ਤਾਂ ਇੱਥੇ ਮੌਰੀਸ਼ੀਅਸ ਆ ਕੇ ਵੀ ਜੱਟ ਸੌਦਾ ਹੀ ਆ ਜੇ ਤੇਰੀ ਉਹ ਨੀਤੂ ਦੀ ਮਾਂ ਮੰਨੇ ਨਾ ਤਾਂ ਮੇਰੇ ਕੋਲ ਇੱਕ ਸਕੀਮ ਹੈਗੀ ਜੀਜੇ ਨੂੰ ਕੁੜੀ ਦਿਖਾਉਣ ਲੈ ਜਾ ਪਰ ਕੁੜੀ ਦੇ ਬਾਪ ਨੂੰ ਕਹਿ ਤੁਹਾਡੀ ਕੋਠੀ ਦਿਖਾਉਣ ਲੈ ਆਇਆ ਸਕੀਮ ਤਾਂ ਤੇਰੀ ਠੀਕ ਹੈ ਬੇਟਾ ਪਰ ਮੈਨੂੰ ਤੇਰੇ ਡੈਡੀ ਤੋਂ ਡਰ ਬਹੁਤ ਲੱਗਦਾ ਕਾਹਦਾ ਡਰ ਮੰਮੀ ਜੀਜੇ ਜੀ ਭਾਵੇਂ ਮੈਨੂੰ ਦੇਖਣ ਆ ਰਿਹਾ ਪਰ ਅਸੀਂ ਡੈਡੀ ਨੂੰ ਕਹਾਂਗੇ ਕਿ ਉਹ ਸਾਡੀ ਕੋਠੀ ਦੇਖਣ ਆ ਰਹੇ ਨੇ ਉਹ ਤਾਂ ਠੀਕ ਆ ਪਰ ਤੇਰੀ ਭਰਜਾਈ ਕਿਤੇ ਕੋਈ ਪੰਗਾ ਨਾ ਖੜਾ ਕਰ ਦੇ ਪੰਗਾ ਮੈਂ ਤੇ ਕਰੂੰ ਦੰਗਾ ਮੈਨੂੰ ਤਾਂ ਮੇਰੇ ਆਪਣੇ ਵਿਆਹ 'ਚ ਮੇਰਾ ਮੂੰਹ ਤੱਕ ਨਹੀਂ ਚੱਜ ਨਾਲ ਵੇਖਣ ਦਿੱਤਾ ਗਿਆ ਹੁਣ ਉਹਦੀ ਬਾਤ ਤੇ ਦੇਖੋ ਮੁੰਡੇ ਵਾਲੇ ਅੱਗੇ ਕਿਦਾਂ ਨਮੈਸ਼ਾ ਲਾਣ ਲੱਗੇ ਹੋਏ ਨੇ ਅੱਜ ਮੈਂ ਆਪਣੇ ਆਪ ਨੂੰ ਅੱਗ ਲਾ ਲੂੰ ਕਿ ਮੈਂ ਰਿਲੈਕਸ ਕੁੱਕੂ ਰਿਲੈਕਸ ਇੱਕ ਲੰਬਾ ਸਾਹ ਲੈ ਛੱਡ ਹੁਣ ਅਗਲਾ ਸਾਹ ਲੈਣ ਤੋਂ ਪਹਿਲਾਂ ਮੇਰੀ ਗੱਲ ਸੁਣ ਅੱਗ ਬਹੁਤ ਗਰਮ ਹੁੰਦੀ ਹੈ ਸੜ ਜਾਏਗੀ ਵੈਸੇ
ਜੀਜਾ ਜੀ ਨੂੰ ਇੱਕ ਵਾਰੀ ਝਾਤੀ ਮਰਾਣੀ ਸੀ ਤੁਹਾਡੇ ਨਾਲ ਹੋਈ ਸੀ ਨਾ ਗੱਲ ਕੋਠੀ ਸਾਡੇ ਮੂਹਰੋਂ ਲੰਘਦੀ ਪਈ ਸੀ ਬਸ ਸ਼ੁਕਰ ਹੈ ਟਾਈਮ ਸਿਰ ਫੜ ਲਈ ਨਹੀਂ ਲੰਘ ਜਾਂਦੀ ਹੁੰਦੀ ਹੈ ਕੋਠੀ ਤਾਂ ਸਾਲਾਂ ਤੋਂ ਇੱਥੇ ਹੀ ਖੜੀ ਹੈ ਤੁਸੀਂ ਕੋਠੀ ਦੇ ਅੱਗੇ ਲੰਘ ਰਹੇ ਹੋਣੇ ਆ ਇਹਦਾ ਮਤਲਬ ਹੈ ਕਿ ਤੂੰ ਮੁੰਡੇ ਵਾਲੇ ਦੇ ਅੱਗੇ ਜਾਣਾ ਹੀ ਜਾਣਾ। ਹਾਂ ਫਿਰ ਤਿਆਰ ਤਾਂ ਹੋ ਜਾ ਕੁੱਕੂ। ਜੇ ਇਹੋ ਜਿਹੇ ਕੱਪੜੇ ਪਾ ਕੇ ਮੁੰਡੇ ਵਾਲੇ ਅੱਗੇ ਜਾਏਂਗੀ ਤਾਂ ਕੀ ਕਹਿਣਗੇ ਕਿ ਕੁੜੀ ਦੀ ਭਾਬੀ ਕਿੰਨੀ ਦੇਸੜ ਹੈ। ਅੱਛਾ ਹਾਂ ਚਲੋ ਫਿਰ ਦੇਖ ਲਓ ਕੋਠੀ। ਨਾ ਜੀ ਕੋਠੀ ਦਾ ਕੀ ਵੇਖਣਾ ਅਸੀਂ ਤਾਂ ਬਸ ਉਹ ਕੁੜੀ ਜੀਜਾ ਜੀ ਅਸਲ ਚ ਘਰ ਵੀ ਇਹੀ ਗੱਲ ਕਰ ਰਹੇ ਸੀ ਕਿ ਜਦੋਂ ਕੁੜੀ ਦੇਖ ਲਈ ਤਾਂ ਸਮਝ ਲਓ ਘਰ ਵੀ ਦੇਖ ਲਿਆ ਕਿਉਂਕਿ ਕੁੜੀ ਚ ਵੀ ਘਰ ਦੇ ਸੰਸਕਾਰ ਹੁੰਦੇ ਆ ਨਾ ਜੀ ਕੁੜੀ ਤਾਂ ਹੋ ਸਕਦਾ ਹੋਸਟਲ ਚ ਪੜ੍ਹੀ ਹੋਵੇ ਤਾਂ ਕੁੜੀ ਚ ਹੋਸਟਲ ਵਾਲੇ ਸੰਸਕਾਰ ਆ ਜਾਣਗੇ। ਤੁਸੀਂ ਨਕਸ਼ਾ ਹੀ ਦੇਖਣਾ ਹੈ ਨਾ। ਲੈ ਕਮਾਲ ਦੀ ਗੱਲ ਹੈ ਸਾਡੇ ਇੰਡੀਆ 'ਚ ਲੋਕ ਘਰ ਦਾ ਨਕਸ਼ਾ ਨਹੀਂ ਬਣਾਉਂਦੇ ਇਹਨਾਂ ਨੇ ਕੁੜੀ ਦਾ ਵੀ ਨਕਸ਼ਾ ਬਣਵਾਇਆ ਹੋਇਆ ਕਾਕਾ ਜੀ ਤੁਹਾਡੇ ਬਾਕੀ ਤੇ ਦੋਵੇਂ ਜੀਜੇ ਠੀਕ ਹੈ ਜਾਂ ਉਹ ਵੀ ਜੀ ਦੇ ਕਹਿਣ ਦਾ ਮਤਲਬ ਇਹ ਸੀ ਕਿ ਨਕਸ਼ੇ ਦਾ ਕੀ ਦੇਖਣਾ ਆਪਾਂ ਸਾਹਮਣੇ ਬੈਠ ਕੇ ਦੇਖ ਲੈਂਦੇ ਨਾ ਜੀ ਜੇ ਸਾਹਮਣੇ ਹੀ ਬੈਠ ਕੇ ਦੇਖਣੀ ਸੀ ਤਾਂ ਗਲੀ 'ਚ ਕੁਰਸੀ ਡਾਲ ਲੈਂਦੇ। ਕਾਕਾ ਜੀ ਕੋਠੀ ਤਾਂ ਤੁਰ ਫਿਰ ਕੇ ਦੇਖਦੀ ਹੁੰਦੀ ਹੈ। ਯਾਰ ਇਹ ਬੰਦੇ ਨੂੰ ਕਿਉਂ ਨਹੀਂ ਮੇਰੀ ਗੱਲ ਸੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣੀ ਹੈ ਬੜੀ ਰੀਝ ਨਾਲ ਬਣਾਈ ਹੈ। ਵੈਸੇ ਹਾਈਟ ਥੋੜੀ ਜਿਹੀ ਵੀ ਹੋਰ ਹੁੰਦੀ ਨਾ। ਹਾਈਟ ਗਵਰਨਮੈਂਟ ਫਿਕਸ ਕਰਦੀ ਹੈ ਇੱਕ ਲੈਵਲ ਤੋਂ ਉੱਪਰ ਨਹੀਂ ਜਾ ਸਕਦੇ। ਲੈ ਕਮਾਲ ਦਾ ਮੁਲਕ ਹੈ ਜੀ ਤੁਹਾਡਾ ਇੱਥੇ ਸਰਕਾਰ ਫਿਕਸ ਕਰਦੀ ਲੋਕਾਂ ਦਾ ਕੱਦ ਵੀ ਕੌਣ ਕਿੱਡਾ ਹੋਏਗਾ। ਜੈਂਟਲਮੈਨ ਮੈਂ ਕੋਠੀ ਦੀ ਗੱਲ ਕਰ ਰਹੇ ਹਾਂ ਕੋਠੀ ਦੀ। ਮੈਨੂੰ ਤਾਂ ਸਮਝ ਨਹੀਂ ਆ ਰਹੀ ਹੈ ਕੋਠੀ ਵਿੱਚ ਕਿੱਥੋਂ ਆ ਗਈ ਅਸੀਂ ਤਾਂ ਇੱਥੇ ਦੇਖ ਦਿਖਾਈ ਕਰਨ ਆਏ ਆ ਨਾ। ਤਾਂ ਫਿਰ ਕਰ ਲੋ ਨਾ ਦੇਖ ਦਿਖਾਈ ਆ ਬੈਠੀ ਆ ਨੀਤੂ ਆ ਨੀਤੂ ਦੀ ਕੋਠੀ ਆਪਾਂ ਘਰੋਂ ਇਹੀ ਗੱਲ ਕਰਕੇ ਆਏ ਸੀ ਨਾ ਕਿ ਆਪਾਂ ਨੀਤੂ ਦੀ ਕੋਠੀ ਦੇਖਣੀ ਹੈ। ਨਾ 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 ਇਹ ਗੱਲ ਝੂਠੀ ਆਪਣੀ ਗੱਲ ਹੋਈ ਸੀ ਕਿ ਜਾ ਕੇ ਕੋਠੀ 'ਚ ਨੀਤੂ ਵਿਖਾਉਣੀ ਹੈ ਆ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਜੀ ਤੁਸੀਂ ਸਾਰੀਆਂ ਗੱਲਾਂ ਛੱਡੋ ਤੁਸੀਂ ਸਮੋਸਾ ਚੱਕੋ। ਸਟਾਪ ਇਟ ਸਮੋਸਾ ਨਹੀਂ ਸਾਲੋ। ਤੁਸੀਂ ਕੀ ਕਹਿ ਰਹੇ ਸੀ ਮਿਸਟਰ ਕਿਲਰ। ਕੇਲਾ ਨਹੀਂ ਕੈਲਾ ਕਰਨੈਲ ਸਿੰਘ ਕੈਲਾ। ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਤੁਸੀਂ ਸਰਦਾਰ ਲਾ ਲਓ ਸਰਦਾਰ ਕਰਨੈਲ ਸਿੰਘ ਉਹ ਕੈਲਾ। ਨਹੀਂ ਮੈਂ ਇਹ ਪੁੱਛ ਰਿਹਾ ਕਿ ਉਸ ਤੋਂ ਪਹਿਲਾਂ ਕਿਹਾ ਕੀ ਸੀ। ਪਰ ਜੀਜਾ ਇਨ ਤਾਂ ਇਸ ਤੋਂ ਪਹਿਲਾਂ ਕੁਝ ਕਿਹਾ ਹੀ ਨਹੀਂ ਜੀ। ਸਟਾਪ ਇਟ ਇਹਨਾਂ ਨੂੰ ਬੋਲਣ ਦਿਓ। ਹਾਂ ਮਿਸਟਰ ਕੇਲਾ ਮਿਸਟਰ ਕੇਲਾ ਕੀ ਕਹਿ ਰਹੇ ਸੀ ਤੁਸੀਂ ਇੱਥੇ ਕੀ ਕਰਨਾ ਹੈ ਸੀ ਹੈ। ਮੈਂ ਕਹਿ ਰਿਹਾ ਜੀ ਆਪਾਂ ਇੱਥੇ ਤੁਸੀਂ ਜੋ ਵੀ ਕਰਨ ਆਏ ਹੋ ਤੁਹਾਡਾ ਜੀ ਆਇਆਂ ਨੂੰ। ਤੁਸੀਂ ਇਹ ਸਮੋਸਾ ਚੱਕੋ। ਨੋ ਜਦੋਂ ਤੱਕ ਮੈਨੂੰ ਇਹ ਕਲੀਅਰ ਨਹੀਂ ਹੋ ਜਾਂਦਾ ਕਿ ਤੁਸੀਂ ਇੱਥੇ ਕੀ ਕਰਨਾ ਹੈ ਸੀ ਕੋਈ ਕੁਝ ਨਹੀਂ ਖਾਏਗਾ। ਲੈ ਤੁਸੀਂ ਸਮੋਸਾ ਕਿਉਂ ਰੱਖਤਾ ਖਾਓ ਖਾਓ ਚੱਕੋ। ਖਬਰਦਾਰ ਜੇ ਕਿਸੇ ਨੇ ਸਮੋਸੇ ਨੂੰ ਹੱਥ ਵੀ ਲਾਇਆ ਤਾਂ। ਪੁੱਛੋ ਮੈਂ ਕਿਹਾ ਜੀ ਕਿਹੜੀਆਂ ਗੱਲਾਂ 'ਚ ਪਏ ਹੋ ਇਹਨਾਂ ਨੂੰ ਕੁਝ ਖਾ ਲੈਣ ਦੋ ਬਾਕੀ ਦੀਆਂ ਗੱਲਾਂ ਫੇਰ ਕਰ ਲਾਂਗੇ। ਬੇਟੇ ਚੱਕ ਤੂੰ ਸਮੋਸਾ। ਬੇੜੇ ਰਹਿਣ ਦੇ ਓਏ ਉਹਨੇ ਸਮੋਸਾ ਚੁੱਕ ਵੀ ਲਿਆ ਤੇ ਇਹਨਾਂ ਨੇ ਕਿਹੜਾ ਖਾਣ ਦੇਣਾ ਉਹਨੂੰ। ਵੈਸੇ ਸਾਡੇ ਕੋਲ ਕਿਤੇ ਆਇਓ ਮੋਗੇ ਤੁਹਾਨੂੰ ਦੱਸਾਂਗੇ ਸੇਵਾ ਕਿੱਦਾਂ ਹੁੰਦੀ ਹੈ। ਜੇ ਕੱਟੇ ਜਿਹੜਾ ਬੱਕਰਾ ਨਾ ਚਾੜਿਆ ਤੇ ਗੱਲ ਕਰਿਓ ਸਾਡੇ ਤੇ ਚਾਹ ਨਾਲ ਵੀ ਚਿਕਨ ਚੱਲੂ ਚਾਹ ਚਿਕਨ। ਗੱਲ ਸੁਣੋ ਮਿਸਟਰ ਕੇਲਾ ਦੱਸੋ ਪਟਵਾਰੀ ਸਾਹਿਬ। ਮੈਂ ਪਟਵਾਰੀ ਨਹੀਂ ਪੁਲਿਸ ਅਫੀਸਰ ਹੈ। ਤੇ ਮੈਂ ਵੀ ਕੇਲਾ ਨਹੀਂ ਮੇਰਾ ਨਾਂ ਕੈਲਾ ਹੈ। ਤੁਸੀਂ ਮੇਰਾ ਨਾਂ ਠੀਕ ਕਰੋ ਮੈਂ ਤੁਹਾਡੀ ਨੌਕਰੀ ਠੀਕ ਕਰ ਦਿੰਦਾ। ਜੀਜਾ ਜੀ ਪਲੀਜ਼ ਕੀ ਪਲੀਜ਼ ਯਾਰ ਪਲੀਜ਼ ਵਾਲੀ ਕੋਈ ਗੱਲ ਹੀ ਨਹੀਂ ਇਹਦੇ 'ਚ। ਜੀਜਾ ਜੀ ਪਲੀਜ਼ ਕਿਹੜੇ ਚੱਕਰ 'ਚ ਪਏ ਜੀਜਾ ਜੀ ਆਪਾਂ ਇੱਥੇ ਕੋਠੀ ਦੇਖਣ ਆਏ ਸੀ ਆਪਾਂ ਦੇਖ ਲਈ ਹੁਣ ਆਪਾਂ ਚੱਲੀਏ ਹਨਾ। ਹਨੀ ਤੂੰ ਬਾਰ-ਬਾਰ ਇਹ ਕਿਉਂ ਕਹੀ ਜਾਂਦਾ ਕਿ ਅਸੀਂ ਇੱਥੇ ਕੋਠੀ ਵੇਖਣ ਆਏ ਆ ਆਪਾਂ ਤਾਂ ਇੱਥੇ ਨੀਤੂ ਦੀ ਕੋਠੀ ਦੇਖਣ ਆਏ ਸੀ ਮੰਨ ਲਈ ਤੇਰੀ ਗੱਲ ਦੇਖ ਤਾਂ ਲਈ ਹੁਣ ਆਪਾਂ ਚੱਲੀਏ। ਸੌਰੀ ਚਲੋ ਚਲਾ ਬੇਟੇ ਤੈਨੂੰ ਬਾਹਰੋਂ ਸਮੋਸੇ ਲੈ ਕੇ ਜਿਹੜੇ ਭੁੱਖੇ ਨੰਗਿਆਂ ਦੇ ਘਰ ਲੈਂਦਾ ਯਾਰ ਮੈਂ ਤੇ ਦੁਬਾਰਾ ਪੈਰ ਨਾ ਪਾਵਾਂ ਇਸ ਘਰ 'ਚ ਕਦੀ। ਰੱਖਿਆ ਕੀ ਚਾਹ ਨਾਲ ਸੜੇ ਜੇ ਸਮੋਸੇ। ਜੀਜਾ ਜੀ ਮੈਨੂੰ ਲੱਗਦਾ ਆਪਾਂ ਚੰਗੀ ਤਰ੍ਹਾਂ ਚੈੱਕ ਨਹੀਂ ਕੀਤੇ ਉਹ ਕੀਮੇ ਵਾਲੇ ਸਮੋਸੇ ਸੀ ਹੈਨਾ। ਹਾਂ ਡੈਡੀ ਇੱਕ ਲਿਆਵਾਂ। ਇੱਕ ਲਾਵਾਂ ਬਕਵਾਸ ਕਰੀ ਜਾਂਦਾ ਕਿੱਡੀ ਭੁੱਖ ਪਈ ਇਹਨੂੰ। ਚਲੋ ਬੰਦਾ ਅੰਦਰ ਜਾ ਕੇ ਦੁਬਾਰਾ ਲੈ ਵੀ ਆਵੇ ਸਮੋਸੇ ਪਰ ਵਿੱਚੋਂ ਕੀਮਾ ਨਾ ਨਿਕਲਿਆ ਆਲੂਆਂ ਨੂੰ ਫੂਕਾ ਮਾਰਦੇ ਚੰਗੇ ਲੱਗਾਂਗੇ। ਡੈਡੀ ਇੱਕ ਓ ਯਾਰ ਤੂੰ ਸਮਝ ਚਲ ਜਾ ਫਿਰ ਲਿਆ ਜਾ ਕੇ ਅੰਦਰੋਂ ਦੋ ਆਪਣੇ ਬਿਹਾਰ ਤੇ ਲਿਆਈ ਮੇਰਾ ਨਾਂ ਨਾ ਲਈ ਅੰਦਰ ਜਾ ਕੇ। ਚੰਗਾ। ਮੈਂ ਕਿਹਾ ਜੀ ਹੁਣ ਗੁੱਸਾ ਛੱਡੋ। ਓ ਨਹੀਂ ਯਾਰ ਬੇਇੱਜ਼ਤੀ ਸਾਡੀ ਪੰਜਾਬ 'ਚ ਵੀ ਪੁਲਿਸ ਬਹੁਤ ਕਰਦੀ ਹੈ ਪਰ ਉੱਥੇ ਮਹਿਸੂਸ ਨਹੀਂ ਹੁੰਦਾ ਪਰ ਇਹਦੇ ਦੇ ਰਿਸ਼ਤੇਦਾਰ ਪੁਲਿਸੀਏ ਕੋਲੋਂ ਬੇਇੱਜ਼ਤੀ ਕਰਾ ਕੇ ਮੈਂ ਬਹੁਤ ਮਹਿਸੂਸ ਕੀਤਾ।
ਕੁੜੀਏ ਤੂੰ ਮਹਿਸੂਸ ਨਾ ਕਰੀ। ਇਹ ਤਾਂ ਪਹਿਲਾ ਜੀਜਾ ਸੀ, ਅਜੇ ਤਾਂ ਕੱਲ ਨੂੰ ਦੂਜੇ ਨੇ ਆਉਣਾ, ਪਤਾ ਨਹੀਂ ਕੀ ਬਣੂ। ਰੱਬਾ ਸੁੱਖ ਰੱਖੇ। ਉਤਰੋ। ਲਓ ਪੁੱਤ ਪਹੁੰਚ ਗਏ। ਚਲੋ ਵੀ ਆ ਜਾਓ, ਉਤਰੋ ਬੱਚੋ, ਆ ਜਾਓ। ਪਾਪਾ ਆ ਜਾਓ। ਜੀਜਾ ਜੀ ਆ ਜਾਓ ਫਿਰ ਬਾਹਰ ਨੂੰ। ਮੈਂ ਨਹੀਂ ਆਉਣਾ। ਕੀ ਗੱਲ ਹੁਣ ਕੀ ਹੋ ਗਿਆ ਭੈਣੇ, ਮੜ ਜਾ ਕਹਿ ਤੂੰ। ਉਤਰਿਓ ਜੀ, ਕੀ ਹੋ ਗਿਆ? ਆ ਜਾਓ ਜੀਜਾ, ਫੇਰ ਉਹੀ ਗੱਲਾਂ। ਚਲੋ ਮੈਂ ਬੀਬੀ ਨੂੰ ਬੁਲਾ ਪਾਪਾ ਲੈਣਾ। ਆ ਜਾਓ। ਕੀ ਹੋ ਗਿਆ? ਉਤਰਿਓ। ਤੈਨੂੰ ਤਾਂ ਜਿਵੇਂ ਪਤਾ ਹੀ ਨਹੀਂ ਹੁੰਦਾ ਕੀ ਹੋ ਗਿਆ। ਕਮਾਲ ਕਰੀ ਜਾਂਦੇ ਹੋ। ਆ ਗਈ ਨਾਨੀ ਤੁਹਾਡੀ। ਆ ਚੋਲਾ ਤੇਲ ਆ ਬੈਠਾ ਤਨੋ ਕਰ ਉਸੇ। ਸਦਕੇ ਆ ਗਈ ਮੇਰੀ ਧੀ, ਆ ਗਏ ਪੁੱਤ ਤੁਸੀਂ। ਹੋਰ ਪੁੱਤ ਤਕੜੇ, ਆ ਜਾ ਉਤਰਿਆ। ਆਹੋ ਜਵਾਈ ਆ ਮੈਂ ਤੁਹਾਡੇ ਘਰ ਦਾ, ਕੋਈ ਸਿਰੀ ਪਾਲੀ ਨਹੀਂ ਵੀ ਜਿਹੜਾ ਵੀ ਲੱਲੀ ਛੱਲੀ ਲੈਣ ਆ ਗਿਆ ਮੈਨੂੰ ਮੈਂ ਉਹਦੇ ਨਾਲ ਹੀ ਆਜੂ। ਹਨੀ ਕਿਉਂ ਨਹੀਂ ਲੈਣਾ ਮੈਨੂੰ? ਉਹਨੂੰ ਕੈਲਾ ਲੈ ਗਿਆ ਆਪਦੇ ਨਾਲ ਮੱਲੋ ਮੱਲੀ, ਨਹੀਂ ਉਸੇ ਨੇ ਲੈਣ ਆਉਣਾ ਸੀ ਤੁਹਾਨੂੰ। ਚਲੋ ਛੱਡੋ ਜੀਜਾ ਜੀ, ਕਿਉਂ ਐਵੇਂ ਨਿੱਕੀ ਜੀ ਗੱਲ ਪਿੱਛੇ ਮੂੰਹ ਬਿੰਗਾ ਕੀਤਾ? ਗੱਲ ਤੇਰੀ ਇਹ ਵੀ ਠੀਕ ਆ ਪਰ ਉਤਰਨਾ ਨਹੀਂ। ਵੇ ਪੁੱਤ ਵੇ ਮੇਰੀ ਤਾਂ ਮੰਨ ਲਾ, ਮੈਂ ਬੇਬੇ ਆ ਤੇਰੀ। ਮੈਂ ਕਿਹੜਾ ਭੂਆ ਕਹਿੰਦਾ ਤੈਨੂੰ ਹੈ? ਜਦੋਂ ਮੈਂ ਸਿਆਣੇ ਬੜੇ ਬੰਦੇ ਦੇ ਕਹੇ ਤੋਂ ਨਹੀਂ ਥੱਲੇ ਆਉਂਦਾ, ਤੁਹਾਡੇ ਕਹੇ ਤੋਂ ਕਿਉਂ? ਨਾਲੇ ਤੁਸੀਂ ਮਨਾਉਣ ਵਾਲੀ ਗੱਲ ਕੀਤੀ ਆ। ਓਏ ਅਲਵਾਲ ਨਾਲ ਸਾਲ ਜੱਟ ਕੋਲ 150 ਬੰਦਾ ਕੰਮ ਕਰਦਾ ਮੇਰੇ ਥੱਲੇ, ਤੁਸੀਂ ਐਡੇ ਵੱਡੇ ਬੰਦੇ ਨੂੰ ਆ ਕੱਲ ਦਾ ਜਵਾਕ ਭੇਜਦਾ ਲੈਣ। ਵੇ ਪੁੱਤ ਤੂੰ ਆਪ ਹੀ ਤਾਂ ਕਿਹਾ ਸੀ ਵੀ ਅਸੀਂ ਟੈਕਸੀ ਲੈ ਕੇ ਆ ਜਾਾਂਗੇ, ਮੈਂ ਤਾਂ ਫੇਰ ਵੀ ਘਰ ਦਾ ਮੁੰਡਾ ਭੇਜਿਆ ਤੁਹਾਨੂੰ ਲੈਣ। ਬੇਬੇ ਇਹ ਤਾਂ ਜਿਹੋ ਜਿਹਾ ਹੈਗਾ ਸੋ ਹੈਗਾ, ਤੁਹਾਡਾ ਤਾਂ ਫਰਜ਼ ਬਣਦਾ ਸੀ ਹਣੀ ਨੂੰ ਭੇਜਦੇ ਸਾਨੂੰ ਲੈਣ ਲਈ। ਠੇਕੇਦਾਰ ਅਗਲਾ ਫੇਰ ਵੀ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ। ਭੈਣੇ ਗਲਤੀ ਹੋ ਗਈ ਸਾਡੇ ਤੋਂ। ਆ ਜਾ ਪੁੱਤ ਉਤਰਿਆ। ਦੇਖੋ ਬੇਬੇ ਆ ਖੜੀ ਤੁਹਾਡੀ ਕੁੜੀ, ਆ ਖੜਾ ਦੋਤਾ ਦੋਤੀ, ਮੈਂ ਨਹੀਂ ਆਉਂਦਾ, ਤੁਸੀਂ ਇਹਨਾਂ ਨੂੰ ਲੈ ਜਾਓ ਘਰੇ, ਮੈਂ ਤਾਂ ਗੁਰਦੁਆਰਾ ਸਾਹਿਬ ਜਾ ਕੇ ਰਹੂੰ। ਚਲੋ ਠੀਕ ਹੈ ਫਿਰ ਜੀਜਾ ਜੀ, ਮਰਜ਼ੀ ਹੈ ਤੁਹਾਡੀ। ਪਰ ਉੱਥੇ ਪਹਿਲਾਂ ਵੀ ਇੱਕ ਬੰਦਾ ਨਾ ਖਾਦੀ ਪੀਤੀ 'ਚ ਫੜਿਆ ਗਿਆ ਸੀ, ਅਗਲੇ ਨੇ ਬੱਖੀ 'ਚ ਵਰਛਾ ਠੋਕਿਆ। ਚਲੋ ਠੀਕ ਹੈ ਭਾਈ ਸਾਹਿਬ, ਜੇ ਤੁਹਾਡੀ ਸਾਰਿਆਂ ਦੀ ਇਸ ਗੱਲ ਨਾਲ ਸਰਬਸੰਮਤੀ ਹੁੰਦੀ ਹੈ ਤਾਂ ਮੈਂ ਵੀ ਕੋਈ ਫੈਸਲਾ ਲੈ ਲੈਣਾ। ਪਰ ਭਾਈ ਸਾਹਿਬ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ, ਤੁਸੀਂ ਸ਼ਾਇਦ ਨਵੇਂ ਹੋ, ਇਹਨਾਂ ਨੇ ਮੇਰੇ ਨਾਲ ਕੀ ਕੀਤੀ ਹੈ। ਤੁਸੀਂ ਆਪ ਸੋਚੋ ਵੀ ਜੇ ਅਸਮਾਨ ਦੇ ਵਿੱਚ ਜਹਾਜ਼ ਉੱਡਣਗੇ ਤਾਂ ਰੋਟੀ ਤਾਂ ਬੰਦਾ ਗੋਭੀ ਨਾਲ ਹੀ ਖਾਊਗਾ ਨਾ। ਖਾਊਗਾ ਪੁੱਤ, ਖਾਊਗਾ। ਚਲੋ ਆ ਜਾਓ, ਉਤਰੋ ਆ ਜਾਓ। ਸਿਆਣੇ ਬੰਦੇ ਦੀ ਗੱਲ ਮੰਨ ਲਈਦੀ ਹੁੰਦੀ ਹੈ। ਚਲੋ ਠੀਕ ਹੈ, ਮੰਨ ਗਿਆ ਮੈਂ। ਚਲੋ ਜਿੰਦਾਬਾਦ। ਇੱਕ ਹੋਰ ਆ ਲਹਿਰੀ ਵਰਦੀ ਆ ਮਾਮਾ ਜੀ ਸਤਿ ਸ਼੍ਰੀ ਅਕਾਲ। ਉਹ ਮੈਂ ਵਿਆਹ ਤੇ ਆਇਆ, ਕੋਈ ਰੈਲੀ ਗਿਰਿਆ ਜਿਹੜਾ ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ। ਨਾਲੇ ਸਾਡੂ ਸਾਹਿਬ ਪੰਗੇ ਨਾ ਲਿਆ ਕਰੋ ਮੇਰੇ ਨਾਲ। ਲੈ ਦੱਸ ਉਹ ਯਾਰ ਜੇ ਸਾਲੀ ਨਾਲ ਪੰਗੇ ਲਾ ਕੇ ਤੈਨੂੰ ਤਾਂ ਵੀ ਇਤਰਾਜ਼ ਹੋਣੇ। ਗੱਲ ਤਾਂ ਇਹ ਵੀ ਠੀਕ ਹੈ, ਤੂੰ ਮੇਰੇ ਨਾਲ ਹੀ ਲਾ ਲੈ ਪੰਗੇ। ਨਾਲੇ ਜੇ ਕਮਰੇ ਦੇ ਵਿੱਚ ਏਸੀ ਚੱਲਣਗੇ ਤਾਂ ਨਿੰਬੂ ਤਾਂ ਆਪਣੇ ਵੀ ਖੱਟੇ ਹੋਣਗੇ ਨਾ। ਭਾਈ ਹੋਣਗੇ। ਮੈਨੂੰ ਕਿਸੇ ਨੇ ਡਰਾਤਾ ਸੀ, ਕਹਿੰਦੇ ਤੂੰ ਜਬਲੀਆਂ ਮਾਰਨੀਆਂ ਬੰਦ ਕਰਤੀਆਂ। ਉਹ ਤੂੰ ਤੇ ਮਾਰਦਾ ਜਬਲੀਆਂ ਹਲੇ ਵੀ। ਓਏ ਇਹ ਤਾਂ ਸ਼ੁਰੂਆਤਾਂ ਨੇ, ਅੱਗੇ ਅੱਗੇ ਦੇਖੋ। ਤੁਸੀਂ ਅੰਦਰ ਤਾਂ ਚਲੋ। ਚਲੋ ਪੁੱਤ ਚੱਲ, ਸ਼ਾਬਾਸ਼। ਚਲੋ ਚੰਗਾ ਪੁੱਤ, ਚੱਲ ਸਮਾਨ ਕੱਢ ਤੂੰ। ਬੇਬੇ ਆ ਤੁਸੀਂ ਇੰਨੀ ਸੋਹਣੀ ਕੁੜੀ ਆ ਮਗਰਮੱਛ ਦੇ ਨਾਲ ਕਿਵੇਂ ਤੋਰਤੀ? ਵੇ ਕਾਹਨੂੰ ਪੁੱਤ, ਪਹਿਲਾਂ ਤਾਂ ਚੰਗਾ ਭਲਾ ਸੀ, ਜਿੱਦੇ ਦਾ ਇਹਦਾ ਐਕਸੀਡੈਂਟ ਹੋਇਆ ਨਾ ਚੰਦਰੇ ਦਾ, ਮੂੰਹ ਇਹਦਾ ਵਿੰਗਾ ਹੋ ਗਿਆ, ਆਪ ਮਾੜਾ ਜਿਹਾ ਸਿੱਧਾ ਹੋ ਗਿਆ। ਅੱਛਾ। ਹੋਰ ਵੇ ਚੱਲ ਛੱਡ ਇਹਨਾਂ ਗੱਲਾਂ ਨੂੰ, ਤੂੰ ਸਮਾਨ ਲਾ, ਛੇਤੀ ਆ ਜਾ ਕੇ ਓਕੇ। ਅੰਦਰ ਸੰਭਾਂ ਜਾ ਕੇ। ਹੋਰ ਜੀਜਾ ਜੀ ਰਸਤੇ 'ਚ ਕੋਈ ਤਕਲੀਫ ਤਾਂ ਨਹੀਂ ਹੋਈ? ਉਹ ਜੇ ਤੈਨੂੰ ਜੀਜਾਂ ਦਾ ਇੰਨੀ ਫਿਕਰ ਹੁੰਦਾ ਤੂੰ ਜਹਾਜ਼ ਨੂੰ ਥੱਲੇ ਬਣਾ ਉਤਰਨ ਦਿੰਦਾ, ਉੱਤੋਂ ਹੀ ਸਾਨੂੰ ਲਾ ਲਿਆਉਂਦਾ। ਲੋਕਾਂ ਦੇ ਸਾਲੇ ਵੀ ਅਸੀਂ ਦੇਖਿਆ, ਅਗਲੇ ਅੰਦਰ ਜਹਾਜ਼ ਤੇ ਜਾ ਕੇ ਕੁਰਸੀਆਂ ਤੇ ਬਿਠਾ ਕੇ ਰੋੜ ਕੇ ਲਿਆਏ ਨੇ। ਓਏ ਉਹ ਠੇਕੇਦਾਰਾ, ਤੇਰਾ ਐਕਸੀਡੈਂਟ ਹੀ ਥੋੜਾ ਘੱਟ ਹੋਇਆ ਸੀ। ਤੇਰਾ ਕਿਤੇ ਮਾਸਾ ਕੁ ਵੱਧ ਐਕਸੀਡੈਂਟ ਹੋਇਆ ਹੁੰਦਾ ਨਾ, ਤੈਨੂੰ ਵੀ ਜਹਾਜ਼ 'ਚੋਂ ਕੁਰਸੀ ਤੇ ਬਿਠਾ ਕੇ ਰੋੜ ਕੇ ਹੀ ਲੈ ਕੇ ਆਉਣਾ ਸੀ। ਗੱਲ ਤੇਰੀ ਇਹ ਵੀ ਠੀਕ ਹੈ, ਬੜੇ ਦਿਨ ਪਹਿਲੇ ਹੀ ਆ ਬੈਠਾ। ਕੀ ਗੱਲ ਅਜੇ ਵੀ ਸਸਪੈਂਡ ਹੀ ਚੱਲ ਰਿਹਾ? ਓਏ ਉਹ ਗੱਲ ਸੁਣੋ, ਘਰ ਦੇ ਵੱਡੇ ਜਵਾਈਆਂ ਜ਼ਿੰਮੇਵਾਰੀ ਬੜੀ ਏ। ਤੈਨੂੰ ਕੀ ਪਤਾ ਇੱਥੇ ਆ ਕੇ ਕੰਮ ਤੇ ਮੇਰਾ ਕਿੰਨਾ ਜ਼ੋਰ ਲੱਗਾ ਹੈ। ਭਾਈ ਕੰਮ ਦਾ ਤਾਂ ਪਤਾ ਨਹੀਂ, ਪਰ ਆਵਾਜ਼ ਤੇ ਤੇਰੀ ਤੇ ਬਹੁਤ ਜ਼ੋਰ ਲੱਗਿਆ ਲੱਗਦਾ। ਜੀਜਾ ਜੀ ਤੁਸੀਂ ਕੀ ਕੀਤਾ ਭਲਾ? ਸਾਲਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਚੀਜ਼ ਇੱਥੇ ਬਣਦੀ ਆ ਉਹਨੂੰ ਖਾ ਕੇ ਦੱਸਦੇ ਆ ਵੀ ਠੀਕ ਬਣੀ ਹੈ ਕਿ ਨਹੀਂ। ਇਹ ਛੋਟਾ ਕੰਮ ਹੋਏ, ਹੋਰ ਤੂੰ ਦੰਦਾਂ ਨਾਲ ਟਰੱਕ ਚੋਣਾ ਇੱਥੇ ਇਹਨਾਂ ਤੋਂ। ਨਹੀਂ ਸੌਰੀ ਜੀਜਾ ਜੀ ਆਪਣਾ ਕਿਵੇਂ ਚੱਲਦਾ ਜੀ ਉਹ ਕਬਾੜ ਦਾ ਕੰਮ? ਉਹ ਕਹੇ ਜਾ ਸਾਲਾ ਤੂੰ, ਤੈਨੂੰ ਇਹ ਵੀ ਪਤਾ ਤੇਰਾ ਚੀਜ਼ਾਂ ਕੁਆੜੀਆਂ ਜਾਂ ਠੇਕੇਦਾਰ? ਹਾਂ ਠੇਕੇਦਾਰੀ ਹੈ ਜੀ। ਓਏ ਰਹਿਣ ਦੇ ਚਾਹ ਜਨਾਨੀ ਵਾਲੇ ਕੰਮ। ਆ ਵੇਖ ਆ ਮੈਂ ਤੇਰੇ ਵਾਸਤੇ ਬੋਤਲ ਮੰਗਾ ਕੇ ਰੱਖੀ। ਅੱਛਾ ਅਜੇ ਲਾ ਹਿਸਾਬ ਕਿੰਨੇ ਕੁ ਦੀ ਹੋਣੀ ਬੋਤਲ ਏ? ਭਾਈ ਭਰੀ ਦਾ ਤਾਂ ਮੈਨੂੰ ਪਤਾ ਨਹੀਂ, ਖਾਲੀ ਤਾਂ 2 ਰੁਪਏ ਤੋਂ ਵੱਧ ਨਹੀਂ। ਚੱਕ ਲੱਗ ਗਿਆ ਹੁਣ ਪਤਾ ਜੀਜਾ ਠੇਕੇਦਾਰ ਕੇ ਕਬਾੜੀਆ। ਆ ਕੀ ਪਾਇਆ? ਕੋਈ ਚੱਜ ਦਾ ਸੂਟ ਨਹੀਂ ਤੇਰੇ ਕੋਲ? ਮੇਰਾ ਦੇਖ ਪੂਰੇ 5000 ਦਾ ਹੈ। ਪਾਣੀ ਦੇ ਵੀ ਦਾਗ ਪੈ ਜਾਂਦੇ ਇਹਦੇ ਤੇ। ਕਿੱਡੇ ਗਪੌੜ ਮਾਰਦੀ ਐ ਨਾ। ਜੇ ਪਾਣੀ ਦੇ ਵੀ ਦਾਗ ਪੈ ਜਾਂਦੇ ਆ ਤਾਂ ਸੂਟ ਧੋਂਦੀ ਕਿਹਦੇ ਨਾਲ ਐ? ਮੰਮੀ ਇੱਥੇ ਵਾਈਫਾਈ ਨਹੀਂ ਹੈਗਾ। ਵਾਈਫਾਈ ਤੋਂ ਕੀ ਕਰਾਉਣਾ? ਬਾਹਰ ਆਇਓ ਘੁੰਮੋ। ਮੰਮੀ ਜੇ ਅਸੀਂ ਇੱਥੋਂ ਦੀਆਂ ਫੋਟੋ ਨਾ ਅਪਲੋਡ ਕੀਤੀਆਂ ਤਾਂ ਇੱਥੇ ਆਉਣ ਦਾ ਫਾਇਦਾ ਕੀ ਹੈ? ਤੁਹਾਡੇ ਮਾਮੇ ਦਾ ਵਿਆਹ ਹੈ। ਅਸੀਂ ਮਾਮੇ ਦੇ ਵਿਆਹ ਤੋਂ ਡੋਕੇ ਲੈਣੇ ਆ।
ਮੈਨੂੰ ਵਾਈਫਾਈ ਲਗਵਾ ਕੇ ਦਿਓ। ਚਲੋ ਠੀਕ ਹੈ, ਕਹਿ ਦਿੰਨੀ ਆ ਮੈਂ ਤੁਹਾਡੇ ਹਨੀ ਮਾਮੇ ਨੂੰ ਲਵਾ ਦਿੰਦਾ ਤੁਹਾਨੂੰ ਵਾਈਫਾਈ। ਜਾਓ ਖੇਡੋ। ਅੱਜ ਕੱਲ ਦੇ ਜਵਾਕ ਵੀ ਨਾ ਵਾਈਫਾਈ ਬਿਨਾ ਸਾਹ ਹੀ ਨਹੀਂ ਲੈਂਦੇ। ਪੂਰੇ 50,000 ਦਾ ਫੋਨ ਹੈ ਜਿਹੜਾ ਮੇਰੀ ਕੁੜੀ ਚੱਕੀ ਫਿਰਦੀ ਹੈ। 50,000 ਦਾ ਫੋਨ ਬੱਚੇ ਨੂੰ? ਹਾਂ, ਇਹਨਾਂ ਦਾ ਕੰਮ ਹੀ ਇੰਨਾ ਵੱਧ ਗਿਆ। ਅਸੀਂ ਹੁਣ ਸੋਚਦੇ ਕਿਤੇ ਤਾਂ ਖਰਚ ਕਰਾਂਗੇ ਨਾ। ਤੂੰ ਫੇਸਬੁੱਕ ਤੇ ਹੈਗੀ ਹੈ? ਓਏ ਹੁਣ ਤੂੰ ਕੀ ਸੰਗ ਫਾੜ ਲਿਆ? ਮੈਂ ਵੀ ਫੋਨ ਲੈਣਾ। ਤੂੰ ਕੀ ਕਰਨਾ ਫੋਨ? ਪੁੱਤ ਲੋਕਾਂ ਕੋਲ ਤਾਂ ਹਰਾਮ ਦੀ ਕਮਾਈ ਹੈ, ਤੇਰੇ ਪਿਓ ਕੋਲ ਕੀ ਹੈ? ਫਿਰ ਤੂੰ ਪਿਆ ਬਦਲ ਦੇ। ਤੂੰ ਖੜ ਜਾ ਜ਼ਰਾ, ਮੈਂ ਬਦਲਦੀ ਆ ਤੇਰਾ ਪਿਓ। ਬਦਲਾ ਤੇਰਾ ਪਿਓ ਹੈ ਫੋਨ ਲੈ ਕੇ ਦੇਵਾਂ ਤੈਨੂੰ? ਹਟ ਜਾ, ਚੱਲ ਹਟ। ਗੱਲਾਂ ਆਉਂਦੀਆਂ ਤੈਨੂੰ ਮੁੰਡੇ ਨੂੰ ਵੇਖ ਤਾਂ ਕਹਿੰਦਾ ਪਿਓ ਬਦਲ ਦੇ। ਠੀਕ ਹੀ ਤਾਂ ਕਹਿੰਦਾ। ਹਨੀ ਫੋਨ ਮੰਗਦਾ ਹੈ, ਦੱਸ ਮੈਂ ਕਿੱਥੋਂ ਲੈ ਕੇ ਦੇਵਾਂ? ਉਹ ਤੂੰ ਕਿਹੜੀ ਸਹੇਲੀ ਨਾਲ ਗੱਲ ਕਰਨੀ ਆ ਵੇ? ਚੱਲ ਮੇਰੇ ਵਾਲੇ ਫੋਨ ਤੋਂ ਕਰ ਲਿਆ ਕਰੂਗਾ। ਜਿਉਂਦਾ ਰਹੋ ਮਾਮਾ। ਫੋਨ ਕੀ ਗਿਆ, ਮੇਰੀ ਜ਼ਿੰਦਗੀ ਦੇ ਨੈਟਵਰਕ ਚੋਂ ਨੀਤੂ ਚਲੀ ਗਈ। ਐਸੇ ਰੋਂਗ ਨੰਬਰ ਲੱਗਣੇ ਸ਼ੁਰੂ ਹੋਏ ਕਿ ਨੀਤੂ ਫੋਨ ਤਾਂ ਕਰਦੀ ਸੀ ਪਿਆਰ ਦੀਆਂ ਗੱਲਾਂ ਕਰਨ ਨੂੰ, ਪਰ ਅੱਗੋਂ ਉਹਨੂੰ ਸੁਣਨ ਨੂੰ ਮਿਲਦਾ ਸੀ ਹਟ ਤੇਰੇ। ਓਏ ਹਟ ਜਾ। ਤੈਨੂੰ ਇੱਕ ਵਾਰੀ ਚ ਸੁਣਦਾ ਨਹੀਂ ਵੀ ਮੇਰੇ ਮਾਮੇ ਦਾ ਮੰਗਣਾ ਹੋ ਚੁੱਕਿਆ। ਕੱਟ ਫੋਨ, ਕੱਟ। ਮੈਨੂੰ ਮਾਮੇ ਦੇ ਲੱਛਣ ਜੇ ਠੀਕ ਨਹੀਂ ਲੱਗਦੇ। ਲੱਗਦਾ ਸਾਡੀ ਦਾੜੀ ਪਟਾਊ ਇਹ। ਚਲੋ ਜੀ, ਮੈਂ ਬੱਸ ਸਟਾਰਟ ਕਰਕੇ ਡਿਪੂ ਤੋਂ ਬਾਹਰ ਕੱਢ ਲਈ। ਹਾਂ ਫਿਰ ਤੁਸੀਂ ਸਿੱਧੀ ਲਿਜਾ ਕੇ ਠੇਕੇ ਤੇ ਲਾਤੀ, ਦੱਸਿਆ ਹੀ ਤੁਸੀਂ ਜੀ। ਹਾਂ ਇਹ ਹੋਰ ਦਿਨ ਦੀ ਗੱਲ ਹੈ। ਇਸ ਵਾਰ ਮੈਂ ਬੱਸ ਸਿੱਧੀ ਨਹੀਂ ਘੁਮਾ ਕੇ ਲਿਆ ਕੇ ਠੇਕੇ ਕੇ ਲਾਈ। ਐਸੀ ਬੱਸ ਘੁਮਾਈ ਸਾਲੇ ਬੱਸ ਨੂੰ ਚੱਕਰ ਆ ਗਏ। ਕਮਾਲ ਕਰਦੇ ਹੋ ਜੀਜਾ ਜੀ, ਬੱਸ ਨੂੰ ਚੱਕਰ ਕਿਵੇਂ ਆ ਸਕਦੇ ਭਲਾ? ਸਾਲਿਆ ਉਹ ਜੀਜਾ ਜੀ ਦੀ ਬੱਸ ਹੈ। ਬੱਸ ਨੂੰ ਭਾਵੇਂ ਹੁਣ ਚੱਕਰ ਭਾਵੇਂ ਹੁਣ ਉਲਟੀਆਂ, ਤੇਰਾ ਕੀ ਦੁਖਦਾ? ਕੁਛ ਨਹੀਂ। ਆ ਗਏ ਚੱਕਰ ਜੀ। ਨੌਨਸੈਂਸ। ਗੱਲ ਸੁਣ ਲੈ, ਕੀ ਹੈ? ਹੁਣ ਇੱਥੇ दारू ਨਾ ਡੱਫਣ ਬਹਿ ਜੀ। ਮੈਂ ਸਾਰਿਆਂ ਨੂੰ ਕਿਹਾ ਕਿ ਠੇਕੇਦਾਰ ਹੈ, ਸ਼ਰਾਬ ਨੂੰ ਹੱਥ ਨਹੀਂ ਲਾਉਂਦਾ। ਬਹੁਤ ਇੱਜ਼ਤ ਬਣਾਈ ਹੈ ਮੈਂ ਤੇਰੀ। ਇੱਜ਼ਤ ਬਣਾਈ ਤੂੰ ਤਾਂ ਇੱਜ਼ਤ ਫਾਨਾ ਠੋਕਦਾ। ਹੁਣ ਜੇ ਸਾਲੇ ਦੇ ਵਿਆਹ ਤੇ ਪੀਵਾਂਗੇ, ਹੋਰ ਸਹੁਰੇ ਦੇ ਭੋਗ ਤੇ ਪੀਵਾਂਗੇ। ਉਹ ਕਮਲੀਏ ਤੂੰ ਆਪ ਹੀ ਤੱਤੇ ਦਿਮਾਗ ਨਾਲ ਸੋਚ। ਜੇ ਘਰਾਂ 'ਚ ਗਮਲੇ ਰੱਖਾਂਗੇ ਤਾਂ ਰੇਲ ਗੱਡੀਆਂ ਦੇ ਕਿਰਾਏ ਤਾਂ ਆਪੇ ਵਧਣੇ ਹੈ। ਮਾਰਤੀ ਜਵਲੀਆਂ। ਓਏ ਠੇਕੇਦਾਰਾ, ਉਹ ਸ਼ੁਕਰ ਹੈ ਖੁੱਡ ਚੋਂ ਬਾਹਰ ਹੀ ਨਿਕਲੇ ਆ। ਆ ਜਾ ਬੈ ਜੀ, ਉਹਦੇ ਮਸੜ ਨੂੰ ਬੈਨ ਦੇ। ਉਹ ਸਾਡੂ ਸਾਹਿਬ, ਮੈਂ ਕਿਹੜਾ ਨਿਆਣਾ ਜਿਹੜਾ ਖੁੱਡ ਚੋਂ ਨਿਕਲੂੰਗਾ? ਬਹਿ ਜਾ, ਸ਼ੇਰ ਤਾਂ ਗੁਫਾ ਚੋਂ ਨਿਕਲਦੇ ਹੁੰਦੇ ਨੇ। ਉਹ ਬੱਲੇ ਸ਼ੇਰਾ, ਜਿਹੜਾ ਮੂਡ ਬਣਾਈਏ ਯਾਰ ਆਪਾਂ। ਨਹੀਂ ਮੈਂ ਛੱਡੀ ਹੋਈ ਹੈ। ਓਏ ਤੂੰ ਅਕਲ ਦੀ ਗੱਲ ਕਰਨੀ ਛੱਡੀ, ਤੂੰ ਦਾਰੂ ਥੋੜਾ ਛੱਡੀ ਹੈ। ਗੱਲ ਤੇਰੀ ਇਹ ਵੀ ਠੀਕ ਹੈ, ਪਰ ਮੈਂ ਦਾਰੂ ਵੀ ਛੱਡੀ ਹੋਈ ਹੈ। ਨਾ ਜੇ ਦਾਰੂ ਛੱਡ ਦਿੱਤੀ ਫਿਰ ਏਡੀ ਦੂਰ ਇੱਥੇ ਵਿਆਹ ਦੇ ਕੀ ਲੈਣਾ ਹੈ? ਇੰਡੀਆ ਬੈਠਾ ਹੀ ਜਲ ਜੀਰਾ ਪੀ ਵੀ ਜਾਂਦਾ। ਭਈਆ ਯਾਰ ਮੂਡ ਹੀ ਖਰਾਬ ਕਰਦਾ ਮੁੰਡਿਆ। ਸੁਣਾਓ ਕੋ ਕੌਣ ਪਾਣੀ ਕਾ? ਹੋ ਸਾਡੂ ਤੋਂ ਅੱਖ ਬਚਾ ਕੇ ਨਹੀਂ ਗਲੇ ਲੱਗ ਜਾ ਸਾਲੀਏ। ਉਹ ਬੰਦ ਕਰੇ ਗੀਤ ਨੂੰ। ਕੀ ਗੱਲ ਵਧੀਆ ਨਹੀਂ ਹੈਗਾ ਜੀ ਇਹ? ਦੇਖ ਸ਼ੇਰਾ, ਜੇ ਤਾਂ ਗਾ ਰਿਹਾ ਮੇਰੇ ਵੱਲੋਂ ਇਹ ਗੀਤ ਫਿਰ ਤਾਂ ਹੈ ਬਹੁਤ ਵਧੀਆ, ਪਰ ਜੇ ਇਹਦੇ ਵੱਲੋਂ ਗਾ ਰਿਹਾ ਤਾਂ ਇਹਦੇ ਵਰਗਾ ਘਟਿਆ ਗੀਤ ਹੀ ਨਹੀਂ ਕੋਈ। ਓਏ ਉਹ ਫਿਕਰ ਨਾ ਕਰ ਠੇਕੇਦਾਰਾ, ਉਹ ਤੇਰੇ ਵੱਲੋਂ ਹੀ ਗਾ ਰਿਹਾ। ਓਏ ਚੱਲ ਮੁੰਡੇ ਹੋਰ ਗਾਣਾ ਸੁਣਾਓ ਕੋਈ। ਓ ਜੀ ਨਾ ਲਾਲ ਪਰੀ ਨਾ ਪੀਤੀ, ਰੰਨ ਕੁੱਟ ਕੇ ਸਿੱਧੀ ਨਾ ਕੀਤੀ। ਉਹ ਬੰਦ ਕਰ ਇਹਨੂੰ। ਅੱਗੇ ਹੀ ਤੇਰੇ ਪਿਓ ਨੇ ਮੇਰਾ ਮੂਡ ਖਰਾਬ ਕੀਤਾ। ਕਿਤੇ ਗਾਣਾ ਸੁਣਾ ਕੇ ਆਪਦੀ ਮਾਸੀ ਨਾ ਕਟਾ ਲਈ ਮੈਥੋਂ। ਉਹ ਦਫਾ ਕਰ ਯਾਰ, ਲਾਲ ਪਰੀ ਤੋਂ ਸ਼ੁਰੂ ਕਰਦੇ ਆਪਾਂ। ਜੀਜਾ ਜੀ ਹੁਣ ਤਾਂ ਮੈਂ ਕੁਝ ਕਿਹਾ ਵੀ ਨਹੀਂ ਜੀ। ਨਹੀਂ ਤੈਨੂੰ ਕਹਿਣ ਡਿਆ। ਓਏ ਆ ਪੈਗ ਬਣਾ ਕੇ ਫੜਾ ਜੀਜੇ ਨੂੰ, ਕਿ ਸਾਰੇ ਕੰਮ ਮੈਂ ਹੀ ਕਰਨੇ ਹੁਣ। ਹਾਂਜੀ ਹਾਂਜੀ ਤੁਸੀਂ ਆਪ ਵੀ ਕਰ ਲਓ ਕੁਛ। ਵੈਸੇ ਤਾਂ ਮੈਂ ਛੱਡੀ ਹੋਈ ਆ, ਪਰ ਅੱਜ ਨਹੀਂ ਛੱਡਦਾ। ਆਉਣ ਦੇ ਮਜ਼ਾਕ। ਕੱਲਾ ਕੱਲਾ ਪੁੱਤ ਹੈ ਸਾਡਾ, ਆਪਣੇ ਮੁਲਕ 'ਚ ਠਾਠ ਨਾਲ ਵਿਆਹ ਕਰਦੇ। ਕਿੰਨੀ ਸ਼ਾਨ ਹੁੰਦੀ ਸਾਡੀ। ਕੋਈ ਨਾ ਕੋਈ ਮੰਤਰੀ ਵੀ ਵਿਆਹ 'ਚ ਜ਼ਰੂਰ ਆਉਂਦਾ। ਹੁਣ ਤੂੰ ਮੰਤਰੀ ਤੇ ਹੀ ਆ ਗਿਆ। ਓਏ ਟੱਕਿਆ ਰੇ ਪਸੜ ਭਾਂਡਿਆ, ਮੰਤਰੀ ਤੇਰੀ ਐਮਸੀ ਨਾਲੋਂ ਤਾਂ ਵੱਡਾ ਹੀ ਹੁੰਦਾ ਹੈ। ਫੁਕਰਾ ਕੀ ਫੇਰ ਆ ਗਿਆ। ਓਏ ਹਟ ਜਾਓ ਬੇਬੇ। ਕਿਉਂ ਗਰੀਬ ਦਾ ਵਿਆਹ ਹੋਣ ਤੋਂ ਪਹਿਲੇ ਤਲਾਕ ਕਰਵਾਉਣਾ ਤੁਸੀਂ? ਕੱਟ ਫੋਨ, ਕੱਟ। ਮਾਮਾ, ਜੇ ਤੂੰ ਵਿਆਹ ਤੋਂ ਬਾਅਦ ਸਿਮ ਨਾ ਚੇਂਜ ਕੀਤਾ, ਮਾਮੀ ਤੈਨੂੰ ਜ਼ਰੂਰ ਚੇਂਜ ਕਰ ਦੂ। ਇਹਦਾ ਫੋਨ ਸੀ ਪੁੱਤ। ਉਹ ਕੀ ਦੱਸਾਂ ਡੈਡੀ ਯਾਰ, ਮਾਮੇ ਨੂੰ ਤਾਂ ਫੋਨ ਹੀ ਬਹੁਤ ਕੁੜੀਆਂ ਦੇ ਆਉਂਦੇ ਆ, ਤੇ ਉੱਤੋਂ ਸਾਰਿਆਂ ਦਾ ਨਾਮ ਨੀਤੂ। ਨੰਬਰ ਤਾਂ ਹਨੀ ਦਾ ਹੀ ਆ। ਲੱਗਦਾ ਪਾਪਾ ਸਹੀ ਕਹਿੰਦੇ ਆ। ਇਹ ਪੰਜਾਬ ਵਾਲੇ ਗੱਲਾਂ ਤੇ ਗਾਲਾਂ ਵਿੱਚ ਕੁਝ ਫਰਕ ਨਹੀਂ ਸਮਝਦੇ।
ਤੂੰ ਸਾਲਾ ਇੱਥੇ ਚਿਕਨ ਨੂੰ ਗੇੜੇ ਦੇਈ ਜਾਣਾ। ਹੋਰ ਕੀ ਕਰਾਂ ਬਾਈ, ਬਾਰ ਬਾਰੀ ਤਾਂ ਹੁਣ ਨਹੀਂ ਦਿੰਦੇ ਨੇ ਭੁੱਖੜ ਜੀਜੇ। ਪਤੀਲਾ ਮੀਟ ਦਾ ਖਾ ਗਏ ਯਾਰ, ਹੱਡੀਆਂ ਚੂਸ ਕੇ ਚਾਕ ਵਾਂਗੂ ਚਿੱਟੀਆਂ ਕਰ ਸੁੱਟੀ ਜਾਂਦੇ ਆ। ਚੱਲ ਖਾ ਲੈ ਆਪਣਾ ਫੋਨ ਦੇ ਮੈਨੂੰ। ਉਹ 1 ਮਿੰਟ ਸਾਹ ਤਾਂ ਲੈ ਲੈ। ਇੰਨਾ ਤਾਂ ਨਸ਼ੇੜੀ ਨਸ਼ੇ ਨੂੰ ਨਹੀਂ ਮਰਦੇ ਜਿੰਨੀ ਤੈਨੂੰ ਫੋਨ ਦੀ ਤਲਬ ਲੱਗੀ ਆ। ਇੱਧਰ ਹੈ। नीतू नीतू हेलो ਬਖਤਾਵਰ ਸਿੰਘ ਸਪੀਕਿੰਗ। ਮੈਨੂੰ ਲੱਗਦਾ ਤੁਹਾਡਾ ਫੋਨ ਗਲਤ ਜਗ੍ਹਾ ਤੇ ਮਿਲ ਗਿਆ ਹੈ। ਮੇਰੀ ਘਬਰਾਹਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਰਪਾ ਕਰਕੇ ਫੋਨ ਕੱਟਣ ਦੀ ਕਿਰਪਾਲਤਾ ਕਰੋ। ਤੁਹਾਡਾ ਦਿਨ ਸ਼ੁਭ ਰਹੇ। कमाल है बख्तावर सिंह दा है ना खौफ कि मॉरिशस ऑपरेटर भी पंजाबी बोलने लग पे। ਲੈ ਦੇਖ ਲੋ ਪੁੱਤ, ਮੇਰੇ ਕੋਲ ਤਾਂ ਜੋ ਸੀ ਸਾਰਾ ਹੀ ਤੁਹਾਨੂੰ ਦੇਤਾ ਮੈਂ। ਹੈ ਹੈਨੀ ਦੀ ਬਹੂ ਵਾਸਤੇ ਦਾ ਪੁੱਤਾ ਦੇਖ 4 ਕ ਛਿੱਲਰ ਨੇ ਤੇ ਆ ਥੋੜੀਆਂ ਜਿਹਾ ਟੂਮਾਂ। ਬੇਬੇ ਆਪਦੇ ਘਰ ਨੂੰ ਤਾਂ ਬਾਲੀ ਸਿਆਣੀ ਆ ਤੂੰ। ਇੰਨੀਆਂ ਭਾਰੀਆਂ ਟੂਮਾਂ ਹਨੀ ਦੀ ਬਹੂ ਵਾਸਤੇ ਰੱਖ ਲੀਆਂ, ਸਾਨੂੰ ਤਾਂ ਕੁਝ ਦਿੱਤਾ ਹੀ ਨਹੀਂ। ਹਾਏ ਬੇਬੇ, ਆ ਸੂਟ ਤਾਂ ਬਾਲਾ ਸੋਹਣਾ, ਇਹ ਤਾਂ ਮੈਂ ਹੀ ਸਮਾਉਂਗੀ। ਹਣੀ ਦੀ ਬਹੂ ਨੂੰ ਬਥੇਰੇ ਆ ਜਾਣਗੇ ਉਹਦੇ ਪੇਕਿਆਂ ਤੋਂ। ਲੈ ਉਹਨਾਂ ਨੇ ਕੀ ਸਵਾਹ ਦੇਣਾ, ਬਾਲੇ ਕੰਜੂਸ ਨੇ। ਸਾਡਾ ਤਾਂ ਮਨ ਹੀ ਖੱਟਾ ਹੋ ਗਿਆ ਉਹਨਾਂ ਦੇ ਘਰੋਂ ਆ ਕੇ। ਹੈ ਨਾ, ਤੁਸੀਂ ਕਦੋਂ ਜਾਏ ਉਹਨਾਂ ਦੇ? ਬੇਬੇ ਤੂੰ ਤਾਂ ਕਹਿੰਦੀ ਸੀ ਦੇਖ ਦਿਖਾਈ ਅਸੀਂ ਕਰਨਾ ਨਹੀਂ। ਤੈਨੂੰ ਮੈਂ ਦੱਸਦੀ ਆ ਪੁੱਤ। ਕੀ ਦੱਸਦੀ ਐ ਤੂੰ? ਤਾਂ ਮੇਰੇ ਨਾਲ ਐਂ ਕਰਿਆ ਕਰ। ਆ ਚੱਕ ਤੇਰਾ ਸੂਟ, ਮੈਂ ਨਹੀਂ ਇਹ ਸਵਾਉਣਾ। ਨਹੀਂ ਮੇਰੀ ਗੱਲ ਤਾਂ ਸੁਣ ਬੇਬੇ ਰਹਿਣ ਦੇ ਤੂੰ ਵੀ ਨਾ ਬਸ। ਲੈ ਮੈਂ ਹੁਣ ਕੀ ਕੀਤਾ? ਬੇਬੇ ਜੇ ਸਾਡੀ ਬੇਇੱਜ਼ਤੀ ਕਰਨੀ ਸੀ ਉੱਥੇ ਬੈਠਿਆਂ ਦੀ ਕਰ ਦਿੰਦੇ। 7 ਸਮੁੰਦਰੋਂ ਪਾਰ ਬੁਲਾਉਣ ਦੀ ਸਾਨੂੰ ਕੀ ਲੋੜ ਸੀ? ਗੱਲ ਤੇਰੀ ਸਾਤਾਂ ਨੇ ਸੱਚੀ ਹੈ ਸੱਤੀ। ਪੱਪੀ ਨੂੰ ਲੈ ਗਏ ਕੁੜੀ ਦਿਖਾਉਣ, ਨਾ ਉਹਦੇ 4 ਅੱਖਾਂ ਨੇ, ਨਾ ਅਸੀਂ ਕੁੜੀ ਨੂੰ ਨਜ਼ਰ ਲਾਉਂਦੇ ਸੀ। ਲੈ ਸਾਡੇ ਕਿਹੜਾ ਸਮੋਸੇ ਖਾਣ ਦੇ ਮੂੰਹ ਚ ਚੜਨੀ ਡਿੱਗਦੀ ਸੀ ਵੀ ਤੁਹਾਡੀ ਬੇਇੱਜ਼ਤੀ ਕਰਾ ਦਿੰਦੇ। ਉਹ ਪੋਤੋ ਨੂੰ ਕਿਹੜਾ ਚੇਚੇ ਤੌਰ ਤੇ ਕੁੜੀ ਦਿਖਾਉਣ ਲੈ ਗਏ ਆ, ਉਹ ਤਾਂ ਘੁੰਮਦੇ ਫਿਰਦੇ ਜਾ ਬੜੇ। ਠੇਕੇਦਾਰ ਸਾਹਿਬ ਤੁਸੀਂ ਗੁੱਸਾ ਕਰਦੇ ਚੰਗੇ ਲੱਗਦੇ ਹੋ, ਉਹ ਵੱਡੇ ਬੰਦੇ ਹੋ ਤੁਸੀਂ। ਸ਼ੱਕ ਹੈ ਕੋਈ ਫਿਰ? ਓਏ ਐਲਵਨ ਲਾਲ ਸਾਲਸਾ ਜੱਟ ਕੋਲ 14 ਠੇਕੇ ਨੇ, ਸ਼ਾਮ ਨੂੰ 2500 ਬੰਦਾ ਸ਼ਰਾਬੀ ਕਰਕੇ ਤੁਰੀਦਾ। ਔਰ ਤੁਸੀਂ ਮੇਰੀ ਕੀਮਤ ਆ ਸਰਕਾਰੀ ਬੱਸ ਦੇ ਕਰਿੰਦੇ ਤੋਂ ਵੀ ਘੱਟ ਪਾਈ। ਓਏ ਜਾਨਾ ਤੈਨੂੰ ਮੈਂ ਵੱਡੇ ਠੇਕੇਦਾਰ ਨੂੰ, ਉਹ ਤੂੰ ਤਾਂ ਠੇਕਿਆਂ ਤੇ ਵੀ ਅੱਗੇ ਠੇਕਾ ਲਿਆ, ਖਾਲੀ ਬੋਤਲਾਂ ਇਕੱਠੀਆਂ ਕਰਨ ਦਾ ਕਬਾੜੀਆ। ਉਹ ਮੈਂ ਯੂਨੀਅਨ ਦਾ ਪ੍ਰਧਾਨ ਆ, ਮੈਂ ਇੱਕ ਵਾਰੀ ਨਾਰਾ ਲਾ ਦਿਆਂ ਨਾ ਪੰਜਾਬ ਯੂਨੀਅਨ ਤੇ ਮਗਰ 14000 ਬੰਦਾ ਕਹਿੰਦਾ ਜਿੰਦਾਬਾਦ ਜਿੰਦਾਬਾਦ। ਕਿਉਂ ਜੀ? ਹਾਂਜੀ। ਇੱਥੇ ਆਉਣ ਤੋਂ ਪਹਿਲਾਂ 3 ਦਿਨ ਸਿਰਫ ਨੋਟੀ ਕਰਦਾ ਰਿਹਾ ਭਾਈ ਸਾਹਿਬ, ਤਾਂ ਹੀ ਅੱਖਾਂ ਸੁੱਜੀਆਂ ਪਈਆਂ। ਓਏ ਸੁੱਜੀਆਂ ਨਹੀਂ, ਅੱਖਾਂ ਤੇਰੀਆਂ ਹਾਲੇ ਖੁੱਲੀਆਂ ਨਹੀਂ ਕਤੂਰਿਆ। ਓਏ ਕਾਕਾ ਜੀ ਕੀ ਕਰੀ ਜਾਂਦੇ ਹੋ ਤੁਸੀਂ? ਓਏ ਯਾਰ ਪੰਗਾ ਤੇਰਾ ਸਹੁਰਿਆਂ ਨਾਲ ਏ, ਮੇਰੇ ਨਾਲ ਤੂੰ ਐਵੇਂ ਸਿੱਧੇ ਮੂੰਹ ਗੱਲ ਨਹੀਂ ਕਰਨ ਡਿਆ। ਗੱਲ ਤੇਰੀ ਇਹ ਵੀ ਠੀਕ ਹੈ, ਪਰ ਮਾਫ ਕਰਨਾ ਭਾਈ ਸਾਹਿਬ, ਇਹ ਮੂੰਹ ਸਿੱਧਾ ਹੁੰਦਾ ਹੀ ਨਹੀਂ। ਦੇਖੋ ਬੇਬੇ ਜੀ, ਜੇ ਡਰਾਇੰਗ ਰੂਮ ਦੇ ਵਿੱਚ ਸੋਫੇ ਤੇ ਬੈਠਾਂਗੇ ਤਾਂ ਸੜਕਾਂ ਤੇ ਤਾਂ ਜੀਰੀ ਡੁੱਲੂਗੀ ਹੈ ਨਾ। ਡੁੱਲੂਗੀ ਪੁੱਤ ਡੁੱਲੂਗੀ, ਵੇ ਡੁੱਲ ਢੇਰ ਲੱਗ ਜਾਣਗੇ। ਐ ਨਹੀਂ ਕਰਦੇ ਹੁੰਦੇ ਸਿਉਣਿਆ। ਚੱਕ ਸਮਾਨ, ਚੱਲ ਅੰਦਰ ਚੱਲੀਏ। ਦੇਖੋ ਭਾਈ ਸਾਹਿਬ, ਆਪਾਂ ਤਾਂ ਕਦੇ ਫੇਰ ਵੀ ਲੜ ਲਾਂਗੇ, ਆਪਾਂ ਤਾਂ ਭਰਾ ਪਰ ਇਹਨਾਂ ਨਾਲ 2 ਹੱਥ ਅੱਜ ਹੀ ਕਰਨੇ ਆ। ਪੈ ਜਾ। ਹਾਂਜੀ ਗੱਲ ਸੁਣ ਲੈ ਬੇਬੇ, ਜਾਂ ਤਾਂ ਸਾਨੂੰ ਵੀ ਕੁੜੀ ਵਾਲੇ ਦੇ ਘਰੇ ਲੈ ਜਾਓ, ਨਹੀਂ ਅਸੀਂ ਚੱਲੇ, ਤੁਸੀਂ ਇਹਨਾਂ ਦੀ ਕਰਾ ਲਿਓ ਮਿਲਣੀ। ਪਤਾ ਨਹੀਂ ਹੋਣੇ ਆ ਕਿ ਨਹੀਂ ਲਾਵਾ ਫੇਰੇ, ਪਤਾ ਨਹੀਂ ਹੋਣੇ ਆ ਕਿ ਨਹੀਂ ਲਾਵਾ ਫੇਰੇ। ਗੱਲ ਸੁਣ ਲੈ ਬੇਬੇ, ਜਾਂ ਤਾਂ ਸਾਨੂੰ ਵੀ ਕੁੜੀ ਵਾਲੇ ਦੇ ਘਰੇ ਲੈ ਜਾਓ, ਨਹੀਂ ਅਸੀਂ ਚੱਲੇ, ਤੁਸੀਂ ਇਹਨਾਂ ਦੀ ਕਰਾ ਲਿਓ ਮਿਲਣੀ। ਕਿਹੜੇ ਮੂੰਹ ਨਾਲ ਨੀਤੂ ਨੂੰ ਕਹਾਂ ਕਿ ਹੁਣ ਮੇਰੇ ਦੂਜੇ ਜੀਜੇ ਨੇ ਆਉਣਾ, ਦੇਖ ਦਿਖਾਈ ਕਰ। ਦਿਮਾਗ ਠੀਕ ਆ ਤੇਰਾ? ਦਿਮਾਗ ਤਾਂ ਠੀਕ ਆ ਨਾ ਤੁਹਾਡੇ ਦੋਹਾਂ ਦਾ। ਦਿਮਾਗ ਤਾਂ ਠੀਕ ਆ ਤੁਹਾਡੇ ਤਿੰਨਾਂ ਦਾ। ਦਿਮਾਗ ਤਾਂ ਨਾ ਤੁਹਾਡਾ ਚਾਰਾਂ ਦਾ ਹੁਣ ਮੈਂ ਠੀਕ ਕਰੂੰਗੀ। ਬਾਥਰੂਮ 'ਚ ਬੰਦ ਕੀਤਾ ਸੀ ਨਾ ਮੈਨੂੰ ਡੈਡੀ ਜੀ। ਇਹ ਕੀ ਬਦਤਮੀਜ਼ੀ ਹੈ? ਇਸ ਤਰ੍ਹਾਂ ਲੁਕ ਕੇ ਕਿਸੇ ਦੀਆਂ ਗੱਲਾਂ ਸੁਣਨ ਦਾ ਕੀ ਮਤਲਬ ਹੈ ਤੇਰਾ? ਡੈਡੀ ਜੀ ਇਹ ਤੁਹਾਡੀਆਂ ਗੱਲਾਂ ਕਰ ਰਹੇ ਸੀ। ਇਹਦਾ ਮਤਲਬ ਤੂੰ ਮੇਰੀਆਂ ਗੱਲਾਂ ਸੁਣ ਰਹੀ ਸੀ? ਨਹੀਂ ਡੈਡੀ ਜੀ, ਗੱਲਾਂ ਤਾਂ ਮੈਂ ਇਹਨਾਂ ਦੀਆਂ ਸੁਣ ਰਹੀ ਸੀ, ਪਰ ਗੱਲਾਂ ਤੁਹਾਡੀਆਂ ਕਰ ਰਹੇ ਸੀ। ਯਾਨੀ ਕਿ ਟੈਕਨੀਕਲੀ ਤਾਂ ਮੇਰੀਆਂ ਗੱਲਾਂ ਸੁਣ ਰਹੀ ਸੀ ਨਾ। ਮੇਰੀ ਤਾਂ ਕੋਈ ਪ੍ਰਾਈਵੇਸੀ ਨਾ ਰਹੀ। ਦਿਸ ਇਜ਼ ਰੋਂਗ, ਟੋਟਲੀ ਰੋਂਗ। ਕੀ ਹੋਇਆ ਡੈਡੀ ਜੀ? ਤੁਹਾਨੂੰ ਨਹੀਂ ਪਤਾ ਇਹ ਲੋਕ ਕੀ ਕਰ ਰਹੇ ਨੇ? ਇਹ ਪਤਾ ਕਰਨ ਵਾਸਤੇ ਮੁਲਕ ਦਾ ਸਾਰਾ ਕੰਮ ਠੱਪ ਕਰਕੇ ਇੰਟੈਲੀਜੈਂਸ ਫੋਰਸ ਨੂੰ ਘਰੇ ਬਿਠਾ ਲਾ। ਡੈਡੀ ਜੀ ਇਹ ਸਾਜ਼ਿਸ਼ ਕਰ ਰਹੇ ਨੇ। ਮੈਨੂੰ ਕੀ? ਤੁਹਾਡੇ ਖਿਲਾਫ ਕਰ ਰਹੇ ਨੇ। ਫਿਰ ਤੈਨੂੰ ਕੀ? ਰਿਲੈਕਸ ਜਾਨੂ, ਰਿਲੈਕਸ। ਇੱਕ ਲੰਬਾ ਸਾਹ ਲੈ,
ਡੈਡੀ ਜੀ ਐਵੇਂ ਭਕਾਈ ਮਾਰੀ ਜਾਂਦੀ ਹੈ, ਅਸੀਂ ਤਾਂ ਆਪਣੀਆਂ ਗੱਲਾਂ ਕਰ ਰਹੇ ਸੀ। ਗੱਲਾਂ ਦੇ ਵਿੱਚ ਹੀ ਗੱਲ ਦੀ ਗਾਲ ਬਣ ਜਾਂਦੀ ਹੁੰਦੀ ਹੈ ਤੇ ਗਾਲ ਕੱਢਣੀ ਬਹੁਤ ਗਲਤ ਗੱਲ ਹੁੰਦੀ ਹੈ। ਬਖਤਾਵਰ ਸਿੰਘ ਦੇ ਘਰ ਦੇ ਵਿੱਚ ਕੋਈ ਗਾਲੀ ਗਲੋਚ ਨਹੀਂ ਹੋਏਗੀ। ਪਰ ਗਾਲ ਤਾਂ ਕਿਸੇ ਨੇ ਵੀ ਨਹੀਂ ਕੱਢੀ ਜੀ। ਗਾਲ ਕੱਢਣੀ ਵੀ ਨਹੀਂ, ਗੰਦੀ ਹੁੰਦੀ ਹੈ। ਹਾਂ ਉਹ ਸਾਹ ਛੱਡ ਦੇ ਕਮਲੀਏ, ਕਿਤੇ ਸਰੀਰ ਨਾ ਛੱਡਦੀ। ਪੁੱਛੂ ਮੰਮੀ ਪਾਪਾ ਤਾਂ ਗਏ, ਹੁਣ ਮੈਂ ਹਨੀ ਨੂੰ ਫੋਨ ਕਰਦੀ ਹਾਂ, ਆਪਦੀ ਜੀਜਾ ਜੀ ਨੂੰ ਲੈ ਕੇ ਆ ਜਾਵੇ। ਮੈਨੂੰ ਪਤਾ ਹੈ ਇਸ ਘਰ ਦੇ ਵਿੱਚ ਨਾ ਕੀ ਹੋਣ ਜਾ ਰਿਹਾ ਹੈ। ਪਰ ਤੈਨੂੰ ਇਹ ਨਹੀਂ ਪਤਾ ਤੇਰੇ ਨਾਲ ਕੀ ਹੋਣ ਜਾ ਰਿਹਾ। ਪੁੱਛੂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਮੇਰੇ ਜੀਜਾ ਜੀ ਨੇ ਜੀ, ਇਹ ਰਾਜਸਥਾਨ ਚ ਠੇਕੇਦਾਰ ਨੇ। ਕੁੜੀ ਦੀ ਉਮਰ ਵੱਡੀ ਲੱਗਦੀ ਹੈ। ਜੀਜਾ ਜੀ ਕੁੜੀ ਦੀ ਮੰਮੀ ਆ ਇਹ। ਫਿਰ ਛੋਟੀ ਲੱਗਦੀ ਹੈ। ਪੁਰਾਣੀਆਂ ਚੀਜ਼ਾਂ ਤੇ ਬੜੀ ਛੇਤੀ ਨਿਗਾਹ ਜਾਂਦੀ ਹੈ। ਧਿਆਨ ਨਾਲ ਦੇਖ ਲੈ, ਅਗਲੀ ਤੇਰੇ ਨਾਲ ਉੱਚੇ ਮਾਡਲ ਦੀ ਲੱਗਦੀ ਹੈ। ਚੁੱਪ ਕਰ ਜਾਓ, ਮੈਂ ਤੁਹਾਨੂੰ ਦੱਸਾਂ। ਜੀਜਾ ਜੀ ਆਪਾਂ ਬੈਨੇ ਬੈਠੋ 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 ਪੁੱਤ। ਡੈਡੀ ਉਹ ਆਫਿਸ ਗਏ ਨੇ। ਪਾਣੀ ਤਾਂ ਨਹੀਂ ਪੀਣਾ ਤੁਸੀਂ? ਜੇ ਪਿਆ ਦੋਗੇ ਤਾਂ ਪੀ ਵੀ ਲਵਾਂਗੇ। ਉਹ ਤੇਰੀ ਅੱਜ ਦਵਾਈ ਖਾਣੀ ਤਾਂ ਭੁੱਲ ਹੀ ਗਿਆ। ਤੂੰ ਮਰੇਂਗਾ ਬਖਤਾਵਰ ਸਿੰਘ, ਬਹੁਤ ਲਾਪਰਵਾਹ ਹੋ ਗਿਆ ਹੈ। ਮੋੜ ਗੱਡੀ। ਕਿੰਨੇ ਕੁ ਠੇਕੇ ਆ ਜੀ ਰਾਜਸਥਾਨ ਚ ਆਪਣੇ? ਇਹ ਤਾਂ ਜੀ ਠੇਕੇਦਾਰ ਨੂੰ ਪਤਾ ਹੋਊ, ਮੈਂ ਕਿਹੜਾ ਠੇਕਾ ਲਿਆ। ਆਪਣੇ ਠੇਕੇ ਪੁੱਛ ਰਹੇ ਨੇ ਜੀ। ਅੱਛਾ ਜੀ, ਦੇਖੋ ਜੀ ਇੰਨੇ ਕੁ ਠੇਕੇ ਸਾਡੇ ਰਾਜਸਥਾਨ ਦੇ ਵਿੱਚ ਵੀ ਜੇ ਕਦੇ ਹਨੇਰੇ ਚ ਮਾਰੀਏ ਤਾਂ ਕਿਸੇ ਸਾਡੇ ਠੇਕੇ ਨਹੀਂ ਲੱਗੂ। ਜੇ ਖੂਹ ਦੇ ਪਾਣੀ ਵਿੱਚ ਮੂੰਹ ਦੇਖਾਂਗੇ ਤਾਂ ਟੌਫੀਆਂ ਤਾਂ ਆਪੇ ਮਿੱਠੀਆਂ ਹੋਣੀਆਂ ਕਿ ਨਹੀਂ? ਨੀਤੂ ਕਿੱਥੇ ਹੈ ਜੀ? ਉਹ ਆ ਰਹੀ ਹੈ। ਭਾਬੀ ਜੀ ਉਹ ਨਾ ਰਹੀ ਹੈ। ਬੁਲਾਓ ਜੀ ਫਿਰ ਕੁੜੀ ਨੂੰ। ਬਸ ਜੀ ਬਸ ਆ ਰਹੀ ਹੈ, ਹੁਣੇ ਆ ਰਹੀ ਹੈ। ਡੈਡੀ ਵਾਪਸ ਮੁੜਿਆ ਹੈ। ਮਰ ਗਏ ਓਏ। ਓ ਨੋ। ਆ ਦੇਖੋ ਜੀ ਸਾਡੀ ਪੁਰਾਣੀ ਕਾਰ। ਉਹ ਭਾਈ ਸਾਹਿਬ, ਅਸੀਂ ਇੱਥੇ ਨਵੀਂ ਬੋਟੀ ਦੇਖਣਾ ਹੈ, ਤੁਸੀਂ ਸਾਨੂੰ ਪੁਰਾਣੀ ਕਾਰ ਦਿਖਾਈ ਜਾਂਦੇ ਹੋ। ਕੀ ਗੱਲ, ਅਸੀਂ ਤੁਹਾਨੂੰ ਕੋੜੀਆਂ ਲੱਗਦੇ ਆ? ਹਾਂ, ਕਾਰ ਭਾਵੇਂ ਪੁਰਾਣੀ ਹੈ ਜੀ, ਪਰ ਡੈਡੀ ਨੇ ਕਦੇ ਧੁੱਪੇ ਨਹੀਂ ਖੜਾਈ। ਉਹ ਧੁੱਪੇ ਖੜਾਉਣ ਨੂੰ ਕੀ ਕਾਰ ਦਾ ਪਿੱਤ ਨਿਕਲਦੀ ਆ? ਨਾਲੇ ਭਾਈ ਸਾਹਿਬ ਅਸੀਂ ਮੁੰਡਾ ਬਣਾ, ਉਹਨੂੰ ਕੋਈ ਟੈਕਸ ਨਹੀਂ ਪਾ ਕੇ ਦੇਣੀ। ਜੀਜਾ ਜੀ ਆਪਣੇ ਜੀਜਾ ਜੀ ਨੂੰ ਸਮਝਾਓ ਕਿ ਜੇ ਜੀਜਾ ਜੀ ਨੇ ਨੀਤੂ ਦੇਖਣੀ ਹੈ ਤਾਂ ਕਾਰ ਦੇ ਬਹਾਨੇ ਦੇਖਣੀ ਪੈਣੀ ਹੈ। ਡੈਡੀ ਨੇ ਇਹ ਕਾਰ ਵੇਚਣ ਤੇ ਲਾਈ ਹੋਈ ਹੈ। ਠੀਕ ਹੈ ਜੀਜਾ ਜੀ? ਸਾਲਿਆ ਜੀਜੇ ਦੇ ਜੀਜੇ ਵੀ ਕੋਈ ਸਮਝਣ ਵਾਲੀ ਨਸਲ ਹੁੰਦੇ ਆ। ਤੇਰਾ ਜੇ ਜੀਜੇ ਨਾਲ ਵਾਹ ਨਹੀਂ ਪਿਆ। ਨੇ ਕਾਨੂੰ ਜੀਜਾ ਜੀ, ਘੱਟੋ ਘੱਟ ਮੈਂ ਡੈਡੀ ਨੂੰ ਤੈਅ ਕਹਾਂ ਕਿ ਕਾਰ ਦੇ ਗਾਹ ਕਹੇ ਨੇ। ਸੰਭਾਲ ਲਿਓ ਜੀਜਾ ਜੀ। ਇਹਨਾਂ ਨੂੰ ਕਾਰ ਦਿਖਾਓ। ਕਿੱਥੇ ਫਸ ਗਏ? ਦੇਖੋ ਜੀਜੇ, ਇਹ ਲਾਈਟਾਂ ਕਿੰਨੀਆਂ ਪਿਆਰੀਆਂ। ਮੇਰੀ ਤਾਂ ਆਪਦੀ ਫੁੱਟੀ ਪਈ ਇੱਕ। ਚਲੋ ਇਹ ਤਾਂ ਚੰਗੀ ਗੱਲ ਹੈ ਕਿ ਇਹ ਖਰੀਦਨੇ ਘਰ ਦੀ ਕਾਰ ਘਰ ਵਿੱਚ ਹੀ ਰਹਿ ਜਾਏਗੀ। ਨੀਤੂ ਆ ਗਈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮੈਂ ਬੁਲਾਈਏ, ਜਵਾਬ ਤੁਸੀਂ ਉਧਰ ਦੇ ਰਹੇ ਹੋ। ਜਵਾਬ ਤਾਂ ਤੁਹਾਨੂੰ ਦਿੱਤਾ ਜੀ, ਥੋੜਾ ਜਿਹਾ ਮੂੰਹ ਵਿੰਗਾ ਹੋਣ ਕਰਕੇ ਸਤਿ ਸ਼੍ਰੀ ਅਕਾਲ ਮੇਰੀ ਸਾਈਡ ਤੋਂ ਹੀ ਲੰਘ ਜਾਂਦੀ ਹੈ। ਲਓ ਹੁਣ ਤੁਹਾਡੇ ਕੋਲੇ ਆਉ ਸਿੱਧੀ। ਸਤਿ ਸ਼੍ਰੀ ਅਕਾਲ ਜੀ। ਆ ਗਈ ਕਿ ਨਹੀਂ? ਆ ਗਈ ਆ ਗਈ ਆ ਗਈ। ਇਹ ਬਹੁਤ ਲਾਡਲੀ ਹੈ ਮੇਰੀ, ਖਿਆਲ ਰੱਖਿਓ ਇਹਦਾ, ਪਿਆਰ ਨਾਲ ਰੱਖਿਓ। ਅਸੀਂ ਤਾਂ ਖਿਆਲ ਹੀ ਰੱਖ ਸਕਦੇ ਜੀ, ਪਿਆਰ ਤਾਂ ਇਹਨੂੰ ਹੀ ਕਰਨਾ। ਕਿਉਂ? ਇਹ ਇਹਦੇ ਕੋਲ ਰਹੂਗੀ? ਵੈਸੇ ਤੁਸੀਂ ਕੀ ਚਾਹੁੰਦੇ, ਕਿਹਦੇ ਕੋਲੇ ਰਹੇ? ਬੜਾ ਐਡਵਾਂਸ ਟੱਬਰ ਹੈ ਬਈ। ਤੁਹਾਨੂੰ ਮਿਲ ਕੇ ਮੈਨੂੰ ਇਹਨਾਂ ਦਾ ਪਹਿਲਾ ਜੀਜਾ ਸਿਆਣਾ ਲੱਗਣ ਲੱਗ ਪਿਆ। ਚਲੋ ਕੋਈ ਗੱਲ ਨਹੀਂ, ਹੁਣ ਧਿਆਨ ਨਾਲ ਦੇਖ ਲਓ। ਇੱਕ ਵਿੱਚ ਰੀਟ ਨਹੀਂ ਹੈ, ਨਾ ਹੀ ਲੱਗਣੀ ਚਾਹੀਦੀ ਹੈ। ਸਾਡਾ ਮੁੰਡਾ ਕਿਹੜਾ ਬਾਂਦਰ ਹੈ ਜੀ ਜਿਹੜਾ ਝੀਟਾ ਮਾਰ ਦੂ? ਹਾਂ ਉਹ ਤਾਂ ਹੈ ਹੀ ਜੀ। ਕੇਰ ਤਾਂ ਮੈਂ ਹੀ ਕਰਨੀ ਹੈ। ਕਿਹਨੇ ਕੀ ਕਰਨੀ ਹੈ ਮੈਨੂੰ ਨਹੀਂ ਪਤਾ, ਪਰ ਮੈਂ ਬੜੇ ਲਾਡਾਂ ਨਾਲ ਰੱਖੀ ਹੈ। ਫਿਕਰ ਨਾ ਕਰੋ ਜੀ, ਸਾਡੇ ਪਰਿਵਾਰ ਦਾ ਮੈਂਬਰ ਬਣਨ ਜਾ ਰਹੀ ਹੈ ਇਹ। ਅਸੀਂ ਵੀ ਲਾਡਾਂ ਨਾਲ ਹੀ ਰੱਖਾਂਗੇ। ਨਾਲੇ ਸੁਖਨਾ ਇੱਕ ਤਾਂ ਵੀਰ ਹੈ ਮੇਰਾ। ਉਹ ਜੀ ਤੁਸੀਂ ਫਿਕਰ ਕਿਉਂ ਕਰ ਰਹੇ ਹੋ? ਸਹੁਰਿਆਂ ਵੱਲੋਂ ਇੰਨੀ ਅਨਮੋਲ ਚੀਜ਼ ਜਾ ਰਹੀ ਹੈ, ਪਿਆਰ ਨਾਲ ਤਾਂ ਰੱਖਣਗੇ। ਮੈਨੂੰ ਕੁਝ ਕਨਫਿਊਜ਼ਨ ਲੱਗ ਰਹੀ ਹੈ। ਪਾਪਾ
ਪਾਪਾ ਮੈਨੂੰ ਕਨਫਿਊਜ਼ਨ ਹੋ ਰਹੀ ਹੈ ਲੱਗਦਾ ਕਾਰ ਦੀ ਗੱਲ ਕਰ ਰਹੇ ਨੇ ਆਪਾਂ ਹੁਣੇ ਕਲੀਅਰ ਕਰ ਲੈਂਦੇ ਪੁੱਤ ਆ ਗੁੱਡੀ ਦੀ ਉਮਰ ਕਿੰਨੀ ਹੈ ਜੀ ਗੁੱਡੀ ਡੈਡੀ ਉਹ ਟਾਇਰ ਦੀ ਗੁੱਡੀ ਦੀ ਗੱਲ ਕਰ ਰਿਹਾ भाई थोड़े सामने खड़ी है आप देख लो ਅੱਛਾ ਫਿਰ ਮੈਨੂੰ ਭੁਲੇਖਾ ਪੈ ਗਿਆ ਹੋਣਾ डिम्पी ਇਹਨਾਂ ਨੂੰ ਆਰਸੀ ਤੇ ਕਾਗਜ਼ ਵਗੈਰਾ ਦਿਖਾ ਤੇ ਡੀਲ ਡਨ ਕਰੋ ਮੈਂ ਚੱਲਦਾ ਠੀਕ ਹੈ ਕਮਾਲ ਹੈ ਤੁਸੀਂ ਕੁੜੀ ਦੇ ਵੀ ਕਾਗਜ਼ ਬਣਵਾਏ ਨੇ ਉਹ ਡੈਡੀ ਦੇ ਕਹਿਣ ਦਾ ਮਤਲਬ ਹੈ ਕਿ ਡਿਗਰੀਆਂ ਤੇ ਸਰਟੀਫਿਕੇਟ ਨਾ ਸਾਨੂੰ ਬੇਵਕੂਫ ਸਮਝੋ ਉਹ ਤਾਂ ਆਰਸੀ ਦੀ ਗੱਲ ਵੀ ਕਰਕੇ ਗਏ ਆ ਆਰਸੀ ਜਿਹਦੇ ਮਤਲਬ ਰਾਸ਼ਨ ਕਾਰਡ ਤੇ ਡੀਲ ਦਾ ਉਹ ਬੇਟਾ ਵਿਆਹ ਦੀ ਡੀਲ ਫਿਰ ਸਾਡੇ ਵੱਲੋਂ ਡਨ ਯਾਰ ਮੈਨੂੰ ਇੱਕ ਗੱਲ ਦੱਸ ਤੇਰੇ ਡੈਡੀ ਇਹਨੇ ਸਨਕੀ ਕਿਉਂ ਨੇ ਪਹਿਲਾਂ ਤੂੰ ਦੱਸ ਤੇਰੇ ਜੀਜੇ ਇੰਨੇ ਕੱਬੇ ਕਿਉਂ ਨੇ ਜੀਜੇ ਤਾਂ ਹੁੰਦੇ ਹੀ ਇਹੋ ਜਿਹੇ ਆ। ਡੈਡੀ ਵੀ ਹੋ ਜੇ ਹੁੰਦੇ ਆ ਪਰ ਜਦੋਂ ਮੈਂ ਡੈਡੀ ਬਣੂੰਗਾ ਨਾ ਮੈਂ ਇਹੋ ਜਿਹਾ ਨਹੀਂ ਹੋਊਂਗਾ ਡੈਡੀ ਤਾਂ ਤੂੰ ਤਾਂ ਬਣੇਗਾ ਜੇ ਸਾਡਾ ਵਿਆਹ ਹੋ ਤੇ ਸਾਡਾ ਵਿਆਹ ਤਾਂ ਹੋ ਜੇ ਤੇਰੇ ਜੀਜੇ ਹੋਣ ਦੇਣਗੇ ਆਪਣਾ ਵਿਆਹ ਵੀ ਹੋਊ ਤੇ ਬਰਾਤ ਵੀ ਮੈਂ ਹੈਲੀਕਾਪਟਰ 'ਚ ਲੈ ਕੇ ਆਉਂਗਾ ਤੂੰ ਰਿਲੈਕਸ ਕਰ ਤੇ ਇੱਕ ਲੰਬਾ ਸਾਲ ਹੈ ਓਕੇ ਲਿਸਨ ਹੁਣ ਤੱਕ ਤੇਰੇ ਕਰਕੇ ਅਸੀਂ ਬਹੁਤ ਝੂਠ ਬੋਲਿਆ ਡੈਡੀ ਦੇ ਅੱਗੇ ਤੇ ਵਿਚਾਰੀ ਭਾਬੀ ਨਾਲ ਵੀ ਬਹੁਤ ਮਾੜਾ ਕੀਤਾ ਹੁਣ ਐਸੇ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਭੋਲੀ ਨੀਤੂ ਇਹ ਵੀ ਨਹੀਂ ਸਮਝਦੀ ਕਿ ਅਸੀਂ ਕੀ ਕਰਨ ਜੋਗੇ ਸੀ ਕਰਨਾ ਕਰਾਉਣਾ ਤਾਂ ਸਭ ਜੀਜਿਆਂ ਨੇ ਸੀ 2 ਆ ਚੁੱਕੇ ਸੀ ਤੇ ਤੀਜਾ ਆ ਰਿਹਾ ਸੀ ਪਤਾ ਨਹੀਂ ਕਿਹੜੀ ਪੋਲੀਟੀਕਲ ਪਾਰਟੀ ਦੇ ਪਤਾ ਨਹੀਂ ਕਿਹੜੇ ਬਲਾਕ ਦਾ ਪਤਾ ਨਹੀਂ ਕੀ ਬੋਬੀ ਧਾਲੀਵਾਲ ਲੈ ਉਹ ਆ ਗਏ ਵੈਲਕਮ ਟੂ ਮੇਰੀ ਚੀਜ਼ ਜੀਜਾ ਜੀ ਸਤਿ ਸ਼੍ਰੀ ਅਕਾਲ ਜੀਜਾ ਜੀ ਲੈ ਮੇਰੇ ਭਰਾ ਨੇ ਟਿਕਟਾਂ ਭੇਜੀਆਂ ਸੀ ਅਸੀਂ ਤੇ ਆਉਣਾ ਹੀ ਸੀ ਉਹ ਕਾਹਦੀਆਂ ਟਿਕਟਾਂ ਭੇਜੀਆਂ ਸੀ ਪੰਜਾਬ ਤੇ ਸਰਪੰਚ ਦੀਆਂ ਚੋਣਾਂ ਛੱਡ ਕੇ ਆ ਉਹ ਮੈਂ ਤਾਂ ਆਪ ਟਿਕਟਾਂ ਬਣਨੀਆਂ ਸੀ ਤੇਰੇ ਮੂੰਹ ਨੂੰ ਆ ਗਿਆ ਉਹ ਗੱਲਾਂ ਛਦਾਈਆਂ ਵਾਲੇ ਕੰਮ ਉਹ ਮੈਂ ਘੱਟ ਛਦਾਈਆਂ ਉਹ ਫੜ ਲੈ ਹੁਣ ਟਰਾਲੀ ਬਿਟਰ ਬਿਟਰ ਝਾਕੀ ਜਾਂਦਿਆ ਫੜ ਲਾ ਹੁਣ ਟਰਾਲੀ ਬਿਟਰ ਬਿਟਰ ਚੱਕੀ ਜਾਂਦੇ ਉਹ ਅੱਛਾ ਆ ਜਾਓ ਚਲ ਉਹ ਪੱਪੀ ਇਹ ਪੱਪੀ ਉਹ ਤੂੰ ਦਾਰੇ ਨੂੰ ਸਮਝਾਉਂਦੀ ਕਾਹਤੋਂ ਨਹੀਂ ਹੁਣ ਕੀ ਹੋ ਗਿਆ ਬਾਪੂ ਜੀ ਪਤੰਦਰ ਖਾ ਕੇ ਗੰਦ ਪਤਾਣ ਹੱਡੀਆਂ ਮੇਰੇ ਕਮਰੇ ਸੁੱਟ ਆਉਂਦਾ ਓਹੋ ਤੂੰ ਕਿਉਂ ਐਵੇਂ ਖਪੀ ਜਾਂਦਾ ਇਹ ਤਾਂ ਹੈ ਜਿਹੋ ਜਿਹਾ ਹੈਗਾ ਪਿਓ ਵਰਗਾ ਹੈ ਵਿਆਹ ਵਾਲਾ ਘਰ ਹੈ ਸਵਾਏ ਵਿਆਹ ਵਾਲਾ ਘਰ ਲੱਸੀ ਕਰਕੇ ਰੱਖਤੀ ਮੇਰੀ ਜਿੱਦੀ ਓ ਇੰਡੀਆ ਹੁੰਦੇ ਠਾਠ ਨਾਲ ਵਿਆਹ ਕਰਦੇ ਕਿੰਨੀ ਸ਼ਾਨ ਹੁੰਦੀ ਸਾਡੀ ਐਮਐਲਏ ਸਾਹਿਬ ਵੀ ਆਉਂਦੇ ਵਿਆਹ 'ਚ ਲੈ ਦੱਸ ਹੁਣ ਤੂੰ ਐਮਐਲਏ ਤੇ ਆ ਗਿਆ ਓਏ ਰੱਬ ਦੇ ਵਾਸਤੇ ਤੂੰ ਚੁੱਪ ਕਰ ਜਾ ਤੇਰੇ ਐਮਸੀ ਨਾਲੋਂ ਵੱਡਾ ਹੁੰਦਾ ਐਮਐਲਏ ਫੁਕਰਾ ਸੱਤੀ ਤੇ ਤੇਰੀ ਫਸ ਗਈ ਸਮਝ ਤੂੰ ਓਏ ਸ਼ਰਮ ਕਰ ਬਸ਼ਰਮਾ ਸੱਤੀ ਤੇਰੀ ਛੋਟੀ ਸਾਲੀ ਹੈ ਤੇ ਛੋਟੀ ਸਾਲੀ ਭੈਣਾ ਬਰਾਬਰ ਹੁੰਦੀ ਹੈ ਬਾਈ ਤੇ ਵੱਡੀ ਸਾਲੀ ਮਾਵਾ ਬਰਾਬਰ ਨਹੀਂ ਹੁੰਦੀ ਕੱਲ ਵਹੁਟੀ ਮੇਰੀ ਨੇ ਆਵਾਜ਼ ਮੈਨੂੰ ਦਿੱਤੀ ਤੇ ਤੌੜੀਆ ਭੱਜ ਕੇ ਤੂੰ ਫੜਾਉਣ ਚਲਾ ਗਿਆ ਉਹਨੂੰ ਅਬ ਸ਼ਰਮਾ ਤਾਸ਼ ਵਾਲੀ ਸੱਤੀ ਦੀ ਗੱਲ ਕਰਨ ਡਿਆ ਇਹ ਤੇ ਫਸ ਲੈਂਦੇ ਗੱਲ ਤੇਰੀ ਇਹ ਵੀ ਠੀਕ ਹੈ ਨਾਲੇ ਜੇ ਅਰਜਨਟੀਨਾ ਕੱਪ ਜਿੱਤੂਗੀ ਤਾਂ ਸੇਵੀਆਂ ਤਾਂ ਆਟੇ ਦੀਆਂ ਬਣਨਗੀਆਂ ਨਾ ਹੈ ਉਹ ਖੋਲ ਦੇ ਬਾਰੀ ਨੂੰ ਕੋਈ ਚੀਜ਼ਾਂ ਵੇਚਦੀ ਆ ਮੈਂ ਆਓ ਜੀਜਾ ਜੀ ਸਤਿ ਸ੍ਰੀ ਅਕਾਲ ਸਦਕੇ ਮੇਰਾ ਲੀਟਰ ਪੁੱਤ ਆ ਗਿਆ ਮੇਰੇ ਪੈਰੀ ਪੈਣਾ ਤੇ ਆ ਜਾ ਜਵਾਕ ਆ ਜਾ ਮਾਸਟਰ ਜੀ ਆ ਗਿਆ ਐਮ ਰਹਿੰਦੇ ਹੀ ਭਾਗਿਓ ਲਓ ਆ ਗਏ ਲੀਡਰ ਸਾਹਿਬ ਵੀ ਲੀਡਰ ਟੱਟੂ ਦਾ ਪਿੱਛੇ ਪੰਚੀ ਦੀਆਂ ਚੋਣਾਂ ਲੜੀਆਂ 6 ਵੋਟਾਂ ਦੀਆਂ ਘਰ ਦੀਆਂ ਉਹਦੇ ਚੋਂ ਵੀ 5 ਪਈਆਂ ਉਹ ਕਿਵੇਂ ਓਵਰ ਕੌਨਫੀਡੈਂਸ ਵਿੱਚ ਆਪਣੀ ਵੋਟ ਹੀ ਕਿਸੇ ਨੂੰ ਪਾਇਆ ਕਹਿੰਦਾ ਮੈਂ ਤੇ ਜਿੱਤਿਆ ਹੀ ਪਿਆ ਹੋਰ ਸੁਣਾ ਕੁੜੀਆਂ ਠੀਕ ਆ ਉਹ ਬੱਲੇ 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 ਤੇਰੇ ਆ ਬੜੀ ਚੀਜ਼ਾਂ ਨਾਲ ਮੈਚਿੰਗ ਕਰਕੇ ਆਈਆਂ ਓਏ ਆ ਜਾ ਸਾਂਡੂਆ ਆਪੋਜੀਸ਼ਨ ਤਾਂ ਪਹਿਲਾਂ ਹੀ ਆਣ ਕੇ ਬੈਠੀ ਆ ਹੋਰ ਬੰਦੇ ਸੱਜਣੋ ਕੀ ਹਾਲ ਬਸ ਵਧੀਆ ਭਾਈ ਲੇਟ ਹੋਣ ਲਈ ਮਾਫੀ ਦਿਓ ਕਿਉਂਕਿ ਰਸਤੇ 2-3 ਰੀਵਨ ਜੋ ਕੱਟਣੇ ਸੀ ਆਜਾ ਵੇਖੀ ਕਿਤੇ ਗੁੱਤਾਂ ਸਮੇਤ ਤੇ ਨਹੀਂ ਕੱਟ ਆਇਆ ਅੱਜ ਕੱਲ ਰਿਵਾਜ ਦਾ ਚੱਲ ਰਿਹਾ ਹੈ ਵੇ ਹਨੀ ਹਾਂਜੀ ਨਾ ਪੁੱਤ ਤੂੰ ਆਉਣ ਸਰ ਕਿੱਧਰ ਦੀ ਤਿਆਰੀ ਕਰ ਲਈ ਹੁਣ ਉਹ ਨੀਤੂ ਦੇ ਕਰਦੇ ਨੇ ਅੱਜ ਮੈਨੂੰ ਸ਼ਾਪਿੰਗ ਤੇ ਲੈ ਕੇ ਜਾਣਾ ਨਾ ਪੁੱਤ ਜਾਏ ਬਿਨਾ ਸਰਦਾ ਨਹੀਂ ਬੇਬੇ ਨੀਤੂ ਦੇ ਡੈਡੀ ਨੇ ਨਾਲ ਜਾਣਾ ਤੈਨੂੰ ਤਾਂ ਪਤਾ ਹੀ ਉਹਨਾਂ ਦਾ ਸੁਭਾਅ ਕਿੰਨਾ ਕੱਬਾ ਨਾ ਤੇਰੇ ਜੀਜਿਆਂ ਦਾ ਸੁਭਾਅ ਘੱਟ ਕੱਬਾ ਹੈ ਵੇ ਸਹੁਰਾ ਤਾਂ ਫੇਰ ਵੀ ਮੰਨ ਜੂ ਆ ਜੀਜੇ ਮਨਾਉਣੇ ਔਖੇ ਨੇ ਉਹ ਤਾਂ ਬੈਠੇ ਤੈਨੂੰ ਸਵੇਰ ਦੇ ਡਿੱਕੀ ਜਾਂਦੇ ਨੇ ਤੂੰ ਅੱਜ ਉਹਨਾਂ ਨੂੰ ਘੁਮਾਉਣਾ ਹੈ ਪੱਖੇ ਨਾਲ ਬੰਨ੍ਹ ਚੀਜ਼ਾਂ ਨੂੰ ਆਪੇ ਘੁੰਮੀ ਜਾਣਗੇ ਇਹਨਾਂ ਦਾ ਜੀ ਕਰੇ ਤਾਂ ਮੈਨੂੰ ਲਾਵਾਂ ਤੇ ਬੈਠੇ ਨੂੰ ਦਹੀਂ ਲੈਣ ਭੇਜ ਦੇਣ ਇਹ ਜੇ ਚੀਜ਼ਾਂ ਨਾਲ ਤਾਂ ਭੈਣਾਂ ਕਿਤੇ ਨਿਕਲ ਜਾਂਦੀਆਂ ਤਾਂ ਚੰਗਾ ਸੀ ਫਿੱਟੇ ਮੂੰਹ ਤੇਰੇ ਜੰਮਣ ਵਾਲੀ ਦੇ ਹੈਲੋ ਕਿੱਥੇ ਰਹਿ ਗਿਆ ਹਾਂ ਮੈਂ ਘਰੋਂ ਨਿਕਲ ਗਿਆ ਬਸ ਹਣੀ ਤੂੰ ਸੱਚ ਕਹਿ ਰਿਹਾ ਓ ਯਾਰ ਮੈਂ ਤਾਂ ਲਾਈਟਾਂ ਤੇ ਵੀ ਪਹੁੰਚ ਗਿਆ ਮਾਮਾ ਜੀ ਝੂਟਾ ਪੁੱਤ ਮੈਂ ਨਾ ਇੱਕ ਬਹੁਤ ਜ਼ਰੂਰੀ ਕੰਮ ਜਾਣਾ ਮੈਂ ਇੱਥੋਂ ਆ ਕੇ ਨਾ ਸੋਨੂ ਸੁਲਟੀ ਉਹ ਦੇਖੋ ਉਹ ਦੇਖੋ
ਬਸ ਪੁੱਤ ਨਹੀਂ ਇੱਕ ਹੋਰ ਇੱਧਰ ਇੱਧਰ ਹੁਣ ਬਸ ਯਾਰ ਹੈ ਨਹੀਂ ਇੱਕ ਹੋਰ ਉਹ ਅੱਜ ਕੱਲ ਟ੍ਰੈਫਿਕ ਬਹੁਤ ਵੱਧ ਗਿਆ ਨਾ, ਆਉਂਦਾ ਹੀ ਹੋਣਾ। ਜੀ ਨਹੀਂ, ਲੋਕਾਂ ਵਿੱਚ ਅੱਜਕੱਲ ਟਾਈਮ ਦੀ ਰਿਸਪੈਕਟ ਘਟ ਗਈ ਹੈ ਤੇ ਮੈਂ ਇਸ ਗੱਲ ਤੇ ਹੈਰਾਨ ਆ ਕਿ ਅੱਜ ਕੋਈ ਟਾਈਮ ਦੀ ਰਿਸਪੈਕਟ ਤੇ ਲੈਕਚਰ ਕਿਉਂ ਨਹੀਂ ਦੇ ਰਿਹਾ। ਲੈਕਚਰ ਜਿਹਦੇ ਵਾਸਤੇ ਤਿਆਰ ਹੈ ਉਹਨੂੰ ਸੁਣਾਵਾ ਕਿ ਤੂੰ ਸੁਣਨਾ ਹੈ ਇੱਥੇ ਹੀ। ਅੱਛਾ ਮੇਰੀ ਗੱਲ ਸੁਣੋ, ਹਾਂਜੀ ਮੈਂ ਤੁਹਾਨੂੰ ਚਾਕਲੇਟ ਲੈ ਕੇ ਦੇਣਾ, ਚਾਕਲੇਟ ਪਰ ਉਸ ਤੋਂ ਬਾਅਦ ਫਿਰ ਆਪਾਂ ਘਰ ਚੱਲਾਂਗੇ, ਠੀਕ ਹੈ? ਤੇ ਸ਼ਾਮ ਨੂੰ ਫਿਰ ਮੈਂ ਤੁਹਾਨੂੰ ਦੋ ਗੇੜੇ ਲਵਾ ਦਾਂ, ਓਕੇ ਪੱਕਾ? बेटा जी हले भी अपने फैसले बारे सोच लो। ਮੈਂ ਕਿਹਾ ਜੀ ਜੇ ਹੁਣ ਆਏ ਆ ਤਾਂ 10 ਮਿੰਟ ਹੋਰ ਵੇਟ ਕਰ ਲੈਣੇ ਆ, ਹੋ ਸਕਦਾ ਅਗਲਾ ਸੱਚੀ ਟ੍ਰੈਫਿਕ 'ਚ ਫਸ ਗਿਆ ਹੋਵੇ। ਨੀਤੂ, ਜਿਵੇਂ ਆਪਾਂ ਨੂੰ ਟਾਈਮ ਦਿੱਤੇ ਹੋਵੇ ਕਿਸੇ ਹੋਰ ਸਾਰਿਆਂ ਨੂੰ ਵੀ ਟਾਈਮ ਦਿੱਤਾ ਹੋਵੇ। ਕੋਈ ਭਰੋਸਾ ਨਹੀਂ ਇਹੋ ਜਿਹਾਂ ਦਾ, ਕੀ ਪਤਾ ਕਿੱਥੇ ਕਿੱਥੇ ਸ਼ਾਪਿੰਗਾਂ ਕਰਦਾ ਹੋਵੇ। ਭਾਬੀ ਜੀ ਪਲੀਜ਼। ਉਹ ਕਿੱਥੇ ਗਏ? ਪਤਾ ਨਹੀਂ ਹੁਣ ਲੈ ਆਓ ਬੈਠੀ ਆ ਤੁਹਾਡੀ ਹੰਸਾਂ ਦੀ ਜੋੜੀ। ਸਾਰਾ ਅਮਰੀਸ਼ੇ ਛੱਡ ਕੇ ਇਹਨਾਂ ਨੂੰ ਰੁੱਸ ਕੇ ਬੈਠਣ ਲਈ ਆਹੀ ਥਾਂ ਲੱਭੀ ਸੀ ਵੀ ਇੱਥੇ ਬੈਠੇ ਹੀ ਕਰਦੇ ਹੋ ਜਾਂ ਤਾਂ ਛਾਲ ਮਾਰੋ। ਓਏ ਤੂੰ ਆਪਣੀ ਬਕਵਾਸ ਬੰਦ ਕਰ। ਬਿੱਟੂ ਨੂੰ ਇਸ਼ਾਰਾ ਜਿਹਾ ਕਰਕੇ ਤਾਂ ਆਏ ਸੀ ਵੀ ਰੁੱਸ ਕੇ ਚੱਲਿਆ, ਪਰ ਬਣਾਉਣ ਕੀ ਆਇਆ ਹੀ ਨਹੀਂ। ਜੇ ਅੱਜ ਵੀ ਨਾ ਮਨਾਉਣਾ ਹੈ, ਮੈਂ ਰੁੱਸਣਾ ਹੀ ਬੰਦ ਕਰ ਦੇਣਾ ਯਾਰ, ਕੋਈ ਫਾਇਦਾ ਹੀ ਨਹੀਂ ਰੁੱਸਣ ਦਾ। ਮੈਂ ਤੇ ਕਹਿੰਦਾ ਚੱਲੀਏ ਯਾਰ, ਆਪੇ ਹੀ ਮੰਨ। ਉਹ ਭਾਈ ਪ੍ਰਾਹੁਣਿਓ, ਇੱਥੇ ਕਾਹਦੋਂ ਬਹਿ ਗਏ ਪੱਥਰਾਂ ਤੇ? ਆ ਪੱਥਰ ਵੀ ਕੱਢ ਲਓ ਸਾਡੇ ਥੱਲਿਓਂ, ਅਸੀਂ ਪੁੰਜੇ ਬਹਿ ਜੰਨੇ ਰੇਤਾ ਤੇ। ਦੱਸੋਗੇ ਵੀ ਹੁਣ ਤੁਸੀਂ ਮੂੰਹ ਕਾਹਤੋਂ ਵੱਟੀ ਬੈਠੇ ਹੋ? ਨਾ ਹੋਰ ਘੜੇ ਮੂੰਹ ਤੇ ਮਾਰ ਕੇ ਸੇਵੀਆਂ ਵਟੀਆਂ ਸੀ। ਉਹ ਮੇਰਾ ਮਤਲਬ ਪੁੱਤ ਹੋਇਆ ਕੀ ਹੈ, ਗੱਲ ਤਾਂ ਦੱਸੋ ਮੈਨੂੰ। ਓਏ ਸਾਡੇ ਦੋਹਾਂ ਦੇ ਟੱਬਰ ਉੱਤੇ ਤੁਸੀਂ ਮੱਛਰਾਂ ਕੇ ਪਾਏ ਆ, ਤੇ ਉਹ ਚਾਮ ਚੜਿਕ ਜਿਹਾ ਆਪਣਾ ਟੱਬਰ ਲੈ ਕੇ ਏਸੀ ਵਾਲੇ ਕਮਰੇ 'ਚ ਘਰਾੜੇ ਮਾਰਨ ਦੇ ਆ। ਉਹ ਜੀਜਾ ਜੀ ਉਹ ਏਸੀ ਦਾ ਖਰਾਬ ਆ, ਉਹ ਤਾਂ ਚੱਲਦਾ ਹੀ ਨਹੀਂ। ਫਿਰ ਤਾਂ ਏਸੀ ਵੀ ਸਾਡੇ ਨਾਲ ਤੇ ਹੋਇਆ, ਨਾ ਘਰ 'ਚ ਜਵਾਈਆਂ ਦੀ ਚੱਲੇ ਨਾ ਏਸੀ ਚੱਲੇ। ਓਏ ਹੋਮਮੇਡ ਜਿਹਾ ਲੀਡਰ ਰਾਤ ਤਾਂ ਏਸੀ ਨਾਲ ਸੈਲਫੀਆਂ ਖਿੱਚ ਕੇ ਫੇਸਬੁੱਕ ਤੇ ਪਾ ਰਹੇ ਆ। ਉਧਰ ਏਸੀ ਚੱਲ ਰਹੇ ਨੇ, ਇੱਧਰ ਭਾਂਬੜ ਬਲ ਰਹੇ ਨੇ। ਸਾਡਾ ਵੀ ਜੀ ਕਰਦਾ ਵੀ ਅਸੀਂ ਫੇਸਬੁੱਕ ਤੇ ਸੈਲਫੀਆਂ ਪਾਈਏ, ਹੁਣ ਅਸੀਂ ਐਗਜ਼ਾਸਟ ਫੈਨ ਨਾਲ ਖਿੱਚੀਏ। ਜਥੇਦਾਰ ਸਾਹਿਬ ਮੇਰੀ ਸੁਣ ਲਓ ਗੱਲ, ਜੇ ਟੋਬੇ ਵਿੱਚ ਡੱਡੂ ਬੋਲਣਗੇ ਤਾਂ ਚੀਨ ਦਾ ਪ੍ਰਧਾਨ ਮੰਤਰੀ ਤਾਂ ਬਦਲੂਗਾ ਹੀ ਹੈ। ਬੇਟੇ ਮੂੰਹ ਵਾਲੀ ਗੱਲ ਕੀਤੀ ਵੈਸੇ। ਓਏ ਸ਼ੇਰੋ, ਇੱਥੋਂ ਦਾ ਮੌਸਮ ਹੀ ਬਹੁਤ ਵਧੀਆ, ਇੱਥੇ ਏਸੀ ਦੀ ਕਿਹੜੀ ਲੋੜ ਹੈ? ਓ ਯਾਰ ਤੁਸੀਂ ਏਸੀ ਲਵਾਉਣ ਵਾਲੀ ਗੱਲ ਕਰੋ, ਅਸੀਂ ਭਾਵੇਂ ਨਮੋਨੀਆ ਨਾਲ ਮਰ ਜਾਈਏ, ਤੁਹਾਨੂੰ ਕੀ ਹੈ ਯਾਰ? ਜੀਜਾ ਜੀ ਤੁਸੀਂ ਸੈਲਫੀ ਖਿੱਚਣੀ ਆ ਨਾ, ਉਹ ਹੁਣ ਉੱਠ ਗਏ ਨੇ, ਜਾ ਕੇ ਉਸ ਏਸੀ ਨਾਲ ਖਿੱਚ ਲਓ। ਉਹ ਤੂੰ ਸਾਡੀ ਸੇਵਾ ਕਰਨ ਵਾਸਤੇ ਰੱਖਿਆ, ਤੂੰ ਕਿਤੇ ਸਾਥੋਂ ਨਾ ਸੇਵਾ ਕਰਾ ਲਈ। ਕਾਕਾ ਜੀ ਤੁਸੀਂ ਆਪ ਦੱਸੋ ਇੰਨੀ ਛੇਤੀ ਏਸੀ ਕਿਵੇਂ ਲੱਗਣਗੇ ਭਲਾ? ਬਿੱਟੂ, ਜਾਂ ਤਾਂ ਸ਼ਾਮ ਤੱਕ ਭਾਈ ਨਾਲ ਏਸੀ ਲਵਾਓ, ਨਹੀਂ ਫਿਰ ਉਹਦੇ ਵਾਲੀ ਪਟਾ ਦਿਓ। ਆਦੀ ਹੋਈ ਨਾ ਭਲਾ ਅਸੂਲ ਵਾਲੀ ਗੱਲ, ਸਾਰੇ ਬਰਾਬਰ। ਗੱਲ ਤੇਰੀ ਇਹ ਵੀ ਠੀਕ ਹੈ। ਚਲੋ ਮੇਰਾ ਸ਼ੇਰ, ਓਏ ਐ ਨਹੀਂ ਰੋਸੀ ਦਾ ਹੁੰਦਾ। ਆ ਜਾਓ ਪੁੱਤ ਬਣ ਕੇ ਘਰ ਨੂੰ ਚੱਲੀਏ। ਚੱਲੀਏ, ਸਾਡੀ ਤੇ ਆਪਣੀ ਭੁੱਖ ਨਾ ਜਾਣ ਨਿਕਲਦੀ। ਤੈਨੂੰ ਕਿਹਾ ਤਾਂ ਸੀ ਵੀ ਰੋਟੀ ਖਾ ਕੇ ਰੁੱਸਾਂਗੇ। ਯਾਰ ਤੇਰਾ ਬਾਪੂ ਤਾਂ ਜਮਾਂ ਲਿੱਦ ਕਰੀ ਜਾਂਦਾ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਉਹਨੂੰ ਜਥੇਦਾਰ ਬਣਾ ਕੇ ਨਹੀਂ ਦਿੱਤਾ। ਪਰ ਤੂੰ ਫਿਕਰ ਨਾ ਕਰ, ਮੈਂ ਘਰ ਦੇ ਸਾਰੇ ਕਮਰਿਆਂ 'ਚ ਏਸੀ ਲਵਾ ਦੇਣੇ ਆ। ਸਾਲਾ ਗੁਸਲਖਾਨਾ ਤੇ ਲੈਟਰਨ ਵੀ ਨਹੀਂ ਰਹਿਣ ਦੇਣੇ ਏਸੀ ਤੋਂ ਬਗੈਰ। ਉਹ ਮੇਰੇ ਭਤੀਜ ਦਾ ਵਿਆਹ ਨਹੀਂ ਖਰਾਬ ਹੋਣਾ ਚਾਹੀਦਾ। ਹੋਰ ਦੱਸ। ਇੱਕ ਚਾਚਾ ਉਹ ਜੀਜੇ ਜਿੱਦ ਕਰੀ ਜਾਂਦੇ ਆ ਵਿਆਹ ਦੇ ਕਾਰਡ ਚ ਪਾਉਣੇ ਆ। ਵਿਆਹ ਦੇ ਕਾਰਡ ਚ ਪਾਉਣੇ ਆ, ਪਰ ਇਸ ਮੁਲਕ ਚ ਦੇਣੇ ਕਿਹਨੂੰ ਆ? ਕਾਰਡ ਦੇ ਵਿੱਚ ਜਦੋਂ ਦਰਸ਼ਨ ਅਭਿਲਾਸ਼ੀ ਦੇ ਥੱਲੇ ਮੋਟਾ ਕਰਕੇ ਲਿਖਿਆ ਹੋਇਆ ਨਾ, ਕਰਨੈਲ ਸਿੰਘ ਕੈਲਾ ਵੱਡਾ ਜੀਜਾ, ਧਰਮ ਨਾਲ ਸਵਾਦ ਆ ਜਾਣਾ ਹੀ। ਉਹ ਸਵਾਦ ਨੂੰ ਰਸਮਲਾਈ ਨਾਲ ਲਿਖਣਗੇ ਕਾਰਡ ਦੇ ਤਰ੍ਹਾਂ ਨਾ। ਆਪਣੀ ਤਾਂ ਘਰ ਵਿੱਚ ਬੁੱਕ ਤੀ ਕੋਈ ਹਰੀ ਕਾਰਡ ਪਸੰਦ ਕਰਨ ਵੀ ਬੌਬੀ ਨੂੰ ਲੈ ਕੇ ਗਿਆ, ਜਿੱਧਰ ਦੇਖੋ ਬੌਬੀ ਢਾਲੀਵਾਲ ਵੱਡਾ ਲੀਡਰ। ਇਹ ਗੱਲ ਤੇ ਵੈਸੇ ਮੈਂ ਵੀ ਨੋਟ ਕੀਤੀ ਹੈ, ਜਥੇਦਾਰ ਤੇ ਬੁੱਢੀ ਨਾ ਇਹਦੇ ਅੱਗੇ ਪਿੱਛੇ ਯਈ ਕਰਦੇ ਫਿਰਦੇ ਨੇ। ਪਰ ਤੂੰ ਫਿਕਰ ਨਾ ਕਰ, ਤਗੜਾ ਰਹੀ ਬਸ। ਵਿਆਹ ਦੇ ਵਿੱਚ ਆਪਾਂ ਖਿੱਚ ਕੇ ਰੱਖਣਾ ਹੀ ਇਹਨੂੰ ਜਰਾ। ਖੰਗਣ ਨਹੀਂ ਦਿੰਦੇ, ਤੂੰ ਡਰਨਾ। ਹਾਂਜੀ ਜੀਜਾ ਜੀ ਉੱਠ ਖੜੇ। ਸਾਨੂੰ ਤਾਂ ਸੁੱਤੇ ਹੀ ਸਮਝ, ਜਦੋਂ ਸਾਨੂੰ ਕੋਈ ਪਰਿਵਾਰ ਚ ਪੁੱਛਦੇ ਹੀ ਨਹੀਂ। ਜੀਜਾ ਜੀ ਇਹ ਚੰਨ ਸਿੰਘ ਹੋਰੀ ਹੈ ਜੀ, ਇਹ ਦੇਖ ਰਹੇ ਸਾਰਾ ਇੰਤਜ਼ਾਮ ਵਿਆਹ ਦਾ। ਪਹਿਲਾਂ ਹੀ ਵੇਖਦਾ ਹੋਣਾ ਵਿਆਹ ਦੇ ਇੰਤਜ਼ਾਮ ਹੁਣ ਤੇ ਸਾਰੇ। ਆ ਤੇਰਾ ਜੀਜਾ ਕਰਨ ਡਿਆ ਇੰਤਜ਼ਾਮ, ਬੌਬੀ ਡਾਰਲਿੰਗ। ਬੇਬੇ ਮੈਨੂੰ ਭਾਵੇਂ ਵਿਆਹ 'ਚ ਕੁਛ ਨਾ ਦਿਓ, ਪਰ ਮੇਰੀ ਨਣਦ ਨੂੰ ਸੂਟ ਲਾ ਦਿਓ, ਨਹੀਂ ਤਾਂ ਬਾਅਦ 'ਚ ਬਹੁਤ ਸਿਆਪਾ ਪਾਊਗੀ। ਕੋਈ ਨਾ ਪੁੱਤ,
ਜਿਵੇਂ ਵੀ ਹੋਊ ਵਧੀਆ ਹੀ ਕਰਾਂਗੇ ਆਪਾਂ। ਠੀਕ ਹੈ। ਕਰਨਾ ਹੀ ਪੈਣਾ ਬੇਬੇ। ਮੇਰੀ ਸੱਸ ਤਾਂ ਬਾਲੀ ਕਪੱਤੀ ਹੈ, ਮੇਰੇ ਵੱਲ ਕਚੀਚੀਆਂ ਵਟ-ਵਟ ਵੇਖਦੀ ਹੈ, ਨਾਲੇ ਮੂੰਹ 'ਚ ਦੰਦ ਇੱਕ ਵੀ ਨਹੀਂ। ਕੋਈ ਨਾ ਪੁੱਤ, ਤੇਰਾ ਕੀ ਲੈ ਜੂ, ਆਪਦੇ ਬੁੱਟ ਸਜਾਊ। ਹਾਂ ਸੱਚ ਬੇਬੇ, ਹਨੀ ਦੀ ਬਹੂ ਵਾਸਤੇ ਕਿੰਨੇ ਸੂਟ ਸੋਚੇ ਆ ਤੂੰ? ਕੱਲਾ ਕੱਲਾ ਮੁੰਡਾ ਹੈ, 21 ਸੂਟ ਤਾਂ ਲਾਵਾਂਗੇ। ਹਾਏ ਹਾਏ 21? ਨਾ ਮੈਨੂੰ ਤਾਂ ਤੂੰ 11 ਦਿੱਤੇ ਸੀ। ਨਹੀਂ ਹਾਏ ਕਾ ਤੋਂ ਪਾਉਣੀ ਹੈ, ਇੱਕੋ ਤਾਂ ਭਰਾ ਹੈ ਤੇਰਾ ਉਹ। ਬੇਬੇ ਉਹਦੇ ਘਰਦਿਆਂ ਨੇ ਕਿਹੜਾ ਕੁਝ ਕਰਨਾ ਹੈ? ਮੈਂ ਤਾਂ ਕਹਿੰਨੀ ਆ ਨੀਤੂ ਵਾਸਤੇ ਸਿਰਫ 5 ਸੂਟ ਰੱਖੋ। ਸਹੀ ਗੱਲ ਹੈ, ਸਿੰਪਲ ਜਿਹਾ ਦਾ ਵਿਆਹ ਕਰਨਾ ਅਗਲਿਆਂ ਨੇ। ਲਓ ਜੀਜਾ ਜੀ, ਦੇਖੋ ਕਾਰਡ। ਓਏ ਆਹ ਕਾਰਡ ਕਿਉਂ ਜੀਜਾ ਜੀ ਪਸੰਦ ਨਹੀਂ ਆਇਆ? ਉਹ ਚਿੱਟੇ ਰੰਗ ਤੇ ਭੂਰੇ ਰੰਗ ਦੀ ਛਪਾਈ, ਐ ਲੱਗਦਾ ਜਿਵੇਂ ਮੇਮ ਤੇ ਮਾਤਾ ਨਿਕਲੀ ਹੁੰਦੀ ਹੈ। ਕਲੀ ਕਹਿਲਾ ਸਾਹਿਬ। ਉਹ ਮੈਂ ਤੇ ਪਹਿਲਾਂ ਕਿਹਾ ਸੀ ਕਾਰਡ ਪਸੰਦ ਕਰਨ ਧਾਲੀਵਾਲ ਸਾਹਿਬ ਗਏ ਆ, ਕੋਈ ਡੱਬ ਖੜੱਬਾ ਜਿਹਾ ਚੰਨ ਚੜਾ ਕੇ ਆਉਣਗੇ। ਓਏ ਆਪਣੀਆਂ ਗੱਲਾਂ ਮਾਰੀ ਜਾਣ ਡੇ। ਜਦੋਂ ਸੀਐਮ ਸਾਹਿਬ ਦਾ ਆ ਫੰਕਸ਼ਨ ਹੋਇਆ ਸੀ ਉਦੋਂ ਇਸੇ ਰੰਗ ਦਾ ਕਾਰਡ ਛਪਿਆ ਸੀ। ਗੱਲਾਂ ਮਾਰਦਾ। ਓਏ ਚਵਲਾ ਨਾ ਮਾਰ ਓਏ, ਸੀਐਮ ਸਾਹਿਬ ਦਾ ਕਾਰਡ ਦੱਸਣ ਡੇ ਆ। ਆਪਣਾ ਤੇ ਰਾਜੀ ਆਧਾਰ ਕਾਰਡ ਨਹੀਂ ਬਣਿਆ। ਲੀਡਰਾਂ ਦੇ ਜਾਣ ਤੋਂ ਬਾਅਦ ਪਲੇਟਾਂ ਚੋਂ ਕਾਜੂ ਚੁੱਕ ਚੁੱਕ ਕੇ ਖਾਣ ਵਾਲਿਆ। ਤੇਰੀ ਭਰਾਵਾ ਪਤਾ ਨਹੀਂ ਕੀ ਸਕੀਮ ਸੀ, ਪਰ ਸਾਨੂੰ ਤੇਰੀ ਇਹ ਕਲਰ ਸਕੀਮ ਬਿਲਕੁਲ ਪਸੰਦ ਨਹੀਂ ਆਈ। ਕਲੀ ਕਹਿਲਾ ਸਾਹਿਬ। ਤੇ ਹੋਰ ਕੀ, ਉਹ ਭਾਈ ਸਾਹਿਬ ਜੈਲੋ ਕਲਰ ਦਾ ਹੋਵੇ ਕਾਰਡ, ਉੱਤੇ ਲਾਲ ਰੰਗ ਦੀ ਕੀਤੀ ਹੋਵੇ ਛਪਾਈ, ਸਿੱਧੀ ਜਾ ਕੇ ਅਗਲੇ ਦੀ ਹਿੱਕ 'ਚ ਵੱਜੇ, ਅਗਲੇ ਦੀ ਨਿਕਲੇ ਚੀਕ ਬੁਲਬੁਲੀ। ਇਨਕਲਾਬ। ਸਾਡੇ ਵੱਲੋਂ ਤੁਹਾਡਾ ਇਹ ਕਾਰਡ ਕੈਨਸਲ ਆ ਓਏ। ਪਰ ਜੀਜਾ ਜੀ ਹੁਣ ਤਾਂ ਅਸੀਂ ਐਡਵਾਂਸ ਵੀ ਦੇ ਆਏ ਆ, ਅੱਧੇ ਕਾਰਡ ਤਾਂ ਛਪ ਵੀ ਗਏ ਹੋਣੇ ਜੀਜਾ ਜੀ। ਤੇ ਯਾਰੋ ਛਾਪਣ ਵਾਲੇ ਕੋਲ ਗੱਤਾ ਮੁੱਕ ਗਿਆ, ਹੋਰ ਛਾਪ ਲਏਗਾ। ਜਿਹੜੇ ਛਪ ਗਏ ਹੋਣਗੇ ਉਹਨਾਂ ਦੇ ਡੂਨੇ ਬਣ ਜਾਣਗੇ ਕੱਲ ਨੂੰ। ਪਰ ਜੀ ਉਹ ਤੇਰੇ ਪਰ ਨੇ ਸਾਡੇ ਪਰ ਕੁਤਰ ਕੇ ਰੱਖਦੇ, ਆ ਕੰਨ ਕੁਤਰੇ ਕੇ ਸਾਨੂੰ ਪਰ ਕੁਤਰੇ ਬਣਾਤਾ। ਦੇਖੋ ਕਹਿਲਾ ਸਾਹਿਬ, ਸਾਡੇ ਦਾ ਟੈਚੀ ਪੈਕ ਨੇ, ਤੁਸੀਂ ਵੀ ਚੱਕੋ ਆਪਣੇ ਝੋਲੇ। ਓਏ ਓਏ ਆ ਝੋਲਿਆਂ ਦੇ ਟੈਚੀ ਕਰਦੇ ਨਹੀਂ ਤੇ ਮੈਨੂੰ ਕਾਰਡ ਪਸੰਦ ਆ ਮੇਰਾ ਮਤਲਬ ਤੁਸੀਂ ਵੀ ਚੱਕੋ ਆਪਣੇ ਸੂਟਕੇਸ। ਚਲੋ ਚੱਲੀਏ। ਪਰ ਜੀਜਾ ਜੀ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ। ਚੂੜੀਆਂ ਦੇਖ ਮੇਰੀਆਂ ਸੋਹਣੀਆਂ ਨੇ। ਕਿੰਨੇ ਦੀਆਂ? ਬੇਬੇ ਆ 2 ਜਾ, ਆ ਜਾ, ਲੱਖ। ਤੂੰ ਵੀ ਆ ਜਾ। ਬੇਬੇ ਮੈਨੂੰ ਹਨੀ ਵੀਰ ਦੇ ਵਿਆਹ ਦਾ ਬੜਾ ਹੀ ਚਾਹ ਹੈ, ਕੜੋਲੀ ਮੈਂ ਹੀ ਭਰੂੰਗੀ। ਤੂੰ ਭਰ ਲਈ ਪੁੱਤ। ਨਾ ਐ ਕਿਵੇਂ ਭਰੂਗੀ ਇਹ ਕਢੋਲੀ? ਇਹਦੇ ਤੋਂ ਵੱਡੀ ਮੈਂ ਆ। ਤੇ ਤੇਰੇ ਤੋਂ ਵੱਡੀ ਮੈਂ ਆ। ਨਾ ਜੇ ਤੂੰ ਵੱਡੀ ਐ ਇਹਦਾ ਮਤਲਬ ਇਹ ਤਾਂ ਨਹੀਂ ਸਾਰੇ ਕੰਮ ਤੂੰ ਕਰੇਂਗੀ। ਪਰ ਮੇਰੀ ਗੱਲ ਪਰ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਸਾਰੇ ਕੰਮ ਛੋਟੀ ਕਰੇ। ਕੜੋਲੀ ਤਾਂ ਮੈਂ ਹੀ ਭਰੂੰਗੀ। ਦੇਖ ਲੈ ਬੇਬੇ, ਦੇਖ ਲੈ, ਸਾਲ 2 ਸਾਲ ਦੋਵੇਂ ਜੰਮ ਕੇ ਗਈਆਂ ਮੇਰੇ ਤੋਂ ਪਹਿਲਾਂ, ਮੇਰੇ ਤੇ ਰੋਬ ਮਾਰਦੀਆਂ ਨੇ। ਜੇ ਅਸੀਂ ਛੋਟੇ ਹਾਂ ਇਸ ਦਾ ਮਤਲਬ ਇਹ ਨਹੀਂ ਇਹ ਵੱਡੇ ਨੇ। ਵੀ ਹੁਣ ਮੈਨੂੰ ਇਹ ਤਾਂ ਦੱਸ ਦੋ, ਮੈਂ ਕਿਹੜੇ ਖੂਹ 'ਚ ਜਾਵਾਂ? ਕਿਵੇਂ ਲੜਨ ਲੱਗੀਆਂ ਨੇ? ਹਾਂਜੀ ਤੇ ਕਾਰਡ ਤੇ ਲਿਖੋ ਤੁਸੀਂ ਕਰਨੈਲ ਸਿੰਘ ਕੈਲਾ, ਐਕਸ ਪ੍ਰੈਜ਼ੀਡੈਂਟ, ਈਆਰਟੀਸੀ EMPLOYEE ਯੂਨੀਅਨ, ਮੋਗਾ ਯੂਨਿਟ, ਪੰਜਾਬ, ਇੰਡੀਆ। ਤੇ ਇਹ ਗੱਲ ਤਾਂ ਮੇਰਾ ਵੀ ਲਿਖੋ। ਠੇਕੇਦਾਰ ਨਛੱਤਰ ਸਿੰਘ ਬੈਨੀਪਾਲ, L1 ਲਾਇਸੈਂਸ ਹੋਲਡਰ, ਰਾਜਸਥਾਨ, ਇੰਡੀਆ। ਪਰ ਭਾਜੀ ਕਾਰਡ ਤੇ ਸਿਰਫ ਨਾਮ ਲਿਖੇ ਜਾਂਦੇ ਨੇ। ਯਾਰ ਹੱਦ ਹੋ ਗਈ, ਘਰ ਦੇ ਤਾਂ ਘਰ ਦੇ, ਇੱਥੇ ਤਾਂ ਸਾਨੂੰ ਬਾਹਰ ਦੇ ਵੀ ਨਹੀਂ ਬੋਲਣ ਦਿੰਦੇ। ਕੈਲਾ ਸਾਹਿਬ ਚਲੋ ਚੱਲੀਏ। ਤੁਸੀਂ ਚੱਲੋ, ਮੇਰਾ ਤੇ ਮੰਨ ਗਏ ਨੇ ਲਿਖਣ ਵਾਸਤੇ। ਓ ਯਾਰ ਤੂੰ ਜਿਵੇਂ ਕਹਿੰਦੇ ਲਿਖ ਦੇ ਨਾ। ਬਟ ਕਾਰਡ ਚ ਨਹੀਂ ਥਾਂ ਹੈ ਨਹੀਂ, ਕਿੱਥੇ ਲਿਖਾਂ? ਉਹ ਯਾਰ ਥਾਂ ਨੂੰ ਕੀ ਹੈ, ਕਾਰਡ ਮਾਸਾ ਕੇ ਲੰਬਾ ਕਰ ਲੈ, ਥੋੜਾ ਕਾਗਜ਼ ਹੀ ਵੱਧ ਲੱਗ ਜਾਏਗਾ। ਕੀ ਹੋ ਚੱਲਿਆ? ਹਾਂ ਫਿਰ ਮੇਰੇ ਅਹੁਦੇ ਵੀ ਲਿਖੋ। ਓ ਜੀਜਾ ਜੀ ਹੁਣ ਤੁਹਾਡਾ ਕਿਹੜਾ ਅਹੁਦਾ? ਵੈਰੀ ਕਲੋਜ਼ ਟੂ ਗਨਮੈਨ ਆਫ ਸੀਐਮ ਐਂਡ ਨੇਬਰ ਆਫ ਰਿਟਾਇਰਡ ਤਹਿਸੀਲਦਾਰ ਤਰਨ ਤਾਰਨ। ਗੱਲਾਂ ਮਾਰਦੇ ਆ। ਫਿਰ ਤਾਂ ਜੀ ਕਾਰਡ ਨਹੀਂ, ਰਸਾਲਾ ਹੀ ਛਪੂਗਾ। ਤਾਂ ਫਿਰ ਮਨਜ਼ੂਰ ਹੈ ਨਾ? ਹਾਂ ਮਨਜ਼ੂਰ ਹੈ। ਤੇ ਠੀਕ ਹੈ, ਕੜੋਲੀ ਮੈਂ ਹੀ ਭਰਾਂਗੀ। ਠੇਕੇਦਾਰ ਸਾਹਿਬ ਤੇਰੇ ਨਾਲ ਰਹਿਣਗੇ ਤੇ ਘੋੜੀ ਤੇ ਹਨੀ ਦੇ ਨਾਲ ਦਾਰਾ ਬੈਠੂਗਾ। ਨਹੀਂ ਮੈਨੂੰ ਇਹ ਤਾਂ ਦੱਸ ਦੋ, ਆ ਬਗਾਨੇ ਮੁਲਕ 'ਚ ਘੋੜੀ ਕਰਨੀ ਕਿਹਨੇ ਐ? ਤਾਂ ਫਿਰ ਠੀਕ ਹੈ, ਘੜੋਲੀ ਮੈਂ ਵੀ ਨਹੀਂ ਭਰਨ ਦੇਣੀ। ਕਿਉਂ ਉਹਦੇ ਵਿਆਹ ਦਾ ਜਲੂਸ ਕੱਢਣ ਲੱਗੀ ਹੋ ਤੁਸੀਂ? ਲਓ ਜੀ ਕਰ ਲਿਆ ਨੋਟ। ਹੁਣ ਕੱਢੋ ਫਿਰ ਥੋੜੀ ਥਾਂ ਹੋਰ ਤੇ ਉੱਤੇ ਲਾਓ ਮੇਰੀ ਫੋਟੋ। ਕਿ ਨਹੀਂ ਕੈਲਾ ਸਾਹਿਬ? ਦੁਰ ਫਿਟੇ ਮੂੰਹ, ਵਿਆਹ ਦੇ ਕਾਰਡ ਤੇ ਜੀਜੇ ਦੀ ਫੋਟੋ। ਵਾਹ, ਤੇਰੀ ਵੀ ਆਈਡੀਆ ਬਹੁਤ ਅੱਛਾ। ਉਹ ਠੇਕੇਦਾਰਾ ਇਦਾਂ ਤਾਂ ਕਦੇ ਨਹੀਂ ਹੁੰਦਾ। ਤੇਰੀ ਵੀ ਲਾਵਾਂਗੇ ਛੋਟੂ। ਹਾਂ ਹੁੰਦਾ ਭਾਵੇਂ ਨਾ ਹੋਵੇ, ਪਰ ਇਹਦਾ ਮਤਲਬ ਇਹ ਨਹੀਂ ਕਿ ਹੋ ਹੀ ਨਹੀਂ ਸਕਦਾ। ਪਰ ਭਾਜੀ ਵਿਆਹ ਦੇ ਕਾਰਡ ਤੇ ਫੋਟੋ ਛਪਦੀ ਨਹੀਂ ਆਮ ਤੌਰ ਤੇ। ਤੇ ਯਾਰ ਤੂੰ ਖਾਸ ਤੌਰ ਤੇ ਛਾਪ ਦੇ, ਅਸੀਂ ਤੈਨੂੰ ਮਨਾ ਕੀਤਾ। ਨਿਕਲੂ ਤਾਂ ਫਿਰ ਤੁਹਾਡਾ ਤੇ ਕੁੜੀ ਦਾ ਨਾਂ ਛੋਟਾ ਕਰਨਾ ਪਊਗਾ। ਕਰ ਦੇ। ਫਿਰ ਤੁਹਾਡੇ ਨਾਂ ਦਿਖਣੇ ਨਹੀਂ। ਯਾਰ ਵੈਸੇ ਤੈਨੂੰ ਇਸ ਵਿਆਹ 'ਚ ਮੁੰਡਾ ਕੁੜੀ ਦਿਖ ਰਿਹਾ ਕਿਤੇ? ਕਰ ਦੇ। ਲਓ ਜੀ ਹੋ ਜਾਊਗਾ। ਲਓ ਫਿਰ ਹੁਣ ਪਤਾ ਲੱਗੂ ਦੁਨੀਆ ਨੂੰ ਭਾਈ ਜੀਜੇ ਕੀ ਸ਼ੈ ਹੁੰਦੇ ਆ। ਤੂੰ ਵੀ ਦੇਖੇ? ਨਹੀਂ। ਓਏ ਜਾ ਤੂੰ ਵੀ, ਅਸੀਂ ਤਾਂ ਦੋਵੇਂ ਦੇਖਿਆ ਆ। ਭਰਾਵਾ ਤੂੰ ਵੀ ਪਾਪੜ ਤੂੰ ਵੀ ਮੈਨੂੰ ਵੀ ਦਿਖਾ ਕੇ ਲਿਆਓ। ਹਾਂ ਉਹ ਮੇਰਾ ਕੱਛਾ ਸੁੱਕਣਾ ਪਾਇਆ ਸੀ, ਉਹ ਕਿੱਥੇ ਆ? ਹੁਣ ਫੇਰ ਤੁਸੀਂ ਲੋੜ ਹੈ ਇਸ ਵੇਲੇ? ਨਹੀਂ, ਕੱਛਾ ਪੈਕ ਕਰੋ, ਆਪਾਂ ਇੰਡੀਆ ਜਾਣਾ। ਓ ਧਾਲੀਵਾਲ ਸਾਹਿਬ, ਹੁਣੇ ਤਾਂ ਤੁਸੀਂ ਨੱਚਦੇ ਫਿਰਦੇ ਸੀ, ਹੁਣ ਕੀ ਹੋ ਗਿਆ? ਖਬਰਦਾਰ, ਜੇ ਮੈਨੂੰ ਧਾਲੀਵਾਲ ਸਾਹਿਬ ਕਿਹਾ ਤਾਂ ਹੁਣ ਧਾਲੀਵਾਲ ਨੂੰ ਧਾਲੀਵਾਲ ਸਾਹਿਬ ਨਹੀਂ ਕਵਾਂਗੇ, ਹੋਰ ਸਿੰਗਲਾ ਸਾਹਿਬ ਕਵਾਂਗੇ। ਆ ਬਸ ਕਰਾ ਤੂੰ। ਦੋਵੇਂ ਵੱਡੇ ਜੀਜਿਆਂ ਨੂੰ ਜੀਜਾ ਜੀ ਜੀਜਾ ਜੀ। ਉਹ ਮੇਰੀ ਵਾਲੀ ਤੇਰੀ ਜ਼ੁਬਾਨ ਸੁੱਕਦੀ ਆ। ਬਹਿਨੀ ਕਹਿ ਦੇਣਾ ਜੀਜੇ ਨੂੰ ਜੀਜਾ ਜੀ। ਸਤਿਕਾਰਯੋਗ ਜੀਜਾ ਜੀ।
ਓਏ ਪ੍ਰਾਹੁਣਿਆ ਹੁਣ ਗੁੱਸਾ ਕਾਹਤੋਂ ਕਰ ਲਿਆ? ਉਹ ਜੇ ਇੱਥੇ ਆ ਕੇ ਵੀ ਕੁੱਤੇ ਖਾਣੀ ਕਰਾਉਣੀ ਸੀ ਤਾਂ ਇੰਡੀਆ 'ਚ ਮਾੜਿਆ ਸੀ। ਵੇ ਜੀਜਾ ਪਤਾ ਤਾਂ ਲੱਗੇ ਕਿਹੜੀ ਗੱਲੋਂ ਪੂੰਛ ਨੂੰ ਅੱਗ ਲਵਾਈ ਫਿਰਦਾ ਹੈ। ਪੂੰਛ ਨੂੰ ਅੱਗ ਲਾਉਣ ਨੂੰ ਕਿਹੜਾ ਜੀਜਾ ਲੰਗੂਰ ਹੈ? ਇਹਨੂੰ ਛੱਡੋ, ਆਪਣੇ ਨਮੂਨੇ ਨੂੰ ਸੰਭਾਲ ਕੇ ਰੱਖੋ। ਇੱਕ ਦੇ ਮੂੰਹ ਚੋਂ ਆਵਾਜ਼ ਨਹੀਂ ਨਿਕਲਦੀ ਤੇ ਦੂਜੇ ਦਾ ਮੂੰਹ ਹੀ ਵਿੰਗਾ ਹੈ। ਓਏ ਹੁਣ ਤੁਸੀਂ ਆਪਣੇ ਬੂਥੇ ਬੰਦ ਕਰੋਗੇ ਕਿ ਨਹੀਂ? ਜੀਜਾ ਜੀ ਤੁਸੀਂ ਇੱਕ ਕੰਮ ਕਰੋ, ਤੁਸੀਂ ਇੱਥੇ ਬੈਠੋ, ਹੁਣ ਦੱਸੋ ਹੋਇਆ ਕੀ? ਉਹ ਕੀ ਦੱਸਾਂ? ਉਹ ਜਾ ਸਾਡੀ ਇੱਥੇ ਲੋੜ ਹੀ ਨਹੀਂ, ਅਸੀਂ ਮੁੜ ਜੰਨੇ ਆ। ਓਹੋ ਬੇ ਪੁੱਤ ਕਾਹਨੂੰ ਐਵੇਂ ਤੱਤਾ ਹੋਈ ਜਾਂਦਾ ਹੋਇਆ ਕੀ ਆ? ਖੁੱਲ ਕੇ ਦੱਸ। ਉਹ ਖੁੱਲਣ ਨੂੰ ਮੈਂ ਕੀ ਲੈਣਾ ਬਣਿਆ, ਖੁੱਲਾ ਹੀ ਆ ਨਾ। ਤੁਸੀਂ ਬੜੇ ਸਿਆਣੇ ਨਿਕਲੇ। ਉਹ ਦੋਵੇਂ ਵੱਡੇ ਜਵਾਈਆਂ ਨੂੰ ਲੈ ਗਏ ਕੁੜੀ ਦਿਖਾਉਣ ਵਾਸਤੇ। ਐਸ ਜਵਾਈ ਦਾ ਚੱਟਾ ਮੋਤੀਆ ਉਤਰਿਆ ਸੀ, ਮੈਨੂੰ ਕੁੜੀ ਨਹੀਂ ਸੀ ਦੀਦੀ। ਜਾਣ ਤਾਂ ਵੈਸੇ ਇਹਨਾਂ ਨੂੰ ਵੀ ਬੰਦਾ ਸੀ। ਹਾਂ ਬਈ ਦਿਖਾਣਾ ਤਾਂ ਬਣਦਾ ਸੀ। ਇਸ ਗੱਲ ਤੋਂ ਨਾ ਮੈਂ ਵੀ ਬੜੀ ਬੇਇੱਜ਼ਤੀ ਮਹਿਸੂਸ ਕਰਦੀ ਆ। ਇਹ ਦੋਨੋਂ ਮਿਸਣੀਆਂ ਚਾਹੀਆਂ ਤੇ ਮੈਂ। ਓਏ ਤੂੰ ਬਲਦੀ ਤੇ ਤੇਲ ਨਾ ਪਾ ਨਾ ਪਾ। ਇਹ ਤਾਂ ਚਲੋ ਜੀਜਾ ਹੀ ਨੇ, ਤੇਰੇ ਮੈਂ ਮੋਰਾ ਚ ਮੁੱਕੀ ਮਾਰ ਕੇ ਤੇਰੇ ਸੀਨ ਕੱਢ ਦੂੰ। ਓਏ ਲਾਲ ਦੇ ਪ੍ਰਾਹੁਣਿਆ ਹਣੀ ਦਾ ਸਹੁਰਾ ਸਖਤ ਬਹੁਤ ਹੈ। ਹੋਈ ਜਾਵੇ ਸਖਤ, ਉਹ ਮੈਂ ਉਹ ਚ ਮੇਖਾ ਠੋਕਣੀਆਂ। ਉਹ ਮੇਰਾ ਮਤਲਬ ਪੁੱਤ ਕੱਬੇ ਸੁਭਾਅ ਦਾ ਹੈ। ਮਾਰਦੇ ਆ ਗੱਲਾਂ। ਬਾਰ-ਬਾਰ ਜਾਇਆ ਧੀਏ ਕੰਮ ਖਰਾਬ ਹੋ ਜੂ। ਉਹ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ। ਜਾਂ ਤਾਂ ਸਾਨੂੰ ਵੀ ਲੈ ਕੇ ਜਾਓ ਕੁੜੀ ਵਾਲਿਆਂ ਦੇ ਘਰ ਦੇਖ ਦਿਖਾਣੀ ਕਰਨ, नहीं तो कुकी लब कच्चा कर बैग चलिए। ਵਿਧਾਤਾ ਦੀ ਲਿਖੀ ਮਿਟ ਜੇ ਪਰ ਸਾਡਾ ਲਿਖਿਆ ਨਹੀਂ ਮਿਟਣਾ। ਭੈਣਾਂ ਦਾ ਪਰਛਾਵਾਂ ਤੇਰੇ ਤੇ, ਭੈਣਾਂ ਦੀ ਭੈਣ ਬਣਨਾ ਪਊਗਾ। ਘਰ ਵਾਲੀ ਦੀ ਲਾੜੀ ਬਣ ਕੇ ਫੇਰੇ ਲਵੇਂਗਾ ਤੂੰ। ਲਿਖਾ ਲੈ ਮੈਥੋਂ। ਬੇਬੇ ਬਿੱਟੂ ਤੇ ਬਾਪੂ ਨਹੀਂ ਦਿੰਦੇ ਕਿਤੇ। ਦਿਖਦੇ ਤਾਂ ਬੌਬੀ ਤੇ ਕੁੱਕੀ ਵੀ ਨਹੀਂ ਕਿਤੇ ਮੈਨੂੰ। ਲਓ ਜੀ ਆ ਗਏ ਡੇਂਜਰ ਜ਼ੋਨ ਚ। ਬੁਲਟ ਪ੍ਰੂਫ ਜਾਕਟਾਂ ਪਾ ਕੇ ਅੰਦਰ ਜਾਣਾ ਪਊ। ਆ ਜਾ ਵੀ ਕੁੱਕੀ। ਚਲੋ ਭੈਣੇ। ਓਏ ਤੂੰ ਰੁਕ ਪ੍ਰਾਹੁਣਿਆ, ਜਵਾਈ ਭਾਈ ਐ, ਅਗਲੇ ਆਪ ਲੈਣ ਆਉਣਗੇ। ਆਹੋ ਸਹੀ ਗੱਲ ਹੈ ਜੀਜਾ ਜੀ, ਇੱਥੇ ਹੀ ਰੁਕੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਹਾਡੀ ਸ਼ਕਲ ਮੇਰੇ ਕੁੜਮ ਸਾਹਿਬ ਨਾਲ ਬਹੁਤ ਮਿਲਦੀ ਹੈ। ਮੈਂ ਤੁਹਾਡਾ ਕੁੜਮ ਸਾਹਿਬ ਹੀ ਆ ਜੀ। ਉਠੋ। ਕਿਉਂ? ਇਹ ਗਿੱਲੀ ਹੈ, ਬੈਠਣਾ ਹੀ ਹੈ ਤਾਂ ਉੱਥੇ ਬਹਿ ਜਾਓ। ਜੇ ਅਗਲਾ ਨਾ ਲੈਣ ਆਇਆ ਫੇਰ? ਉਹ ਕੁੱਕੀ ਮੈਂ ਸਿਰਫ 5 ਮਿੰਟ ਵੇਟ ਕਰਨੀ ਆ। ਉਹ ਜੇ ਉਹ ਨਾ ਲੈਣ ਆਇਆ ਨਾ ਤੇ ਮੈਂ ਆਪ ਹੀ ਅੰਦਰ ਜਾ ਵੜੂ। ਐਡੀ ਦੂਰ ਆਏ ਆ, ਬਿਨਾ ਮਿਲੇ ਥੋੜੀ ਜਾਵਾਂਗੇ। ਸੁਭਾਅ ਦਾ ਸੱਚੀ ਇੰਨਾ ਕੌੜਾ ਹੈ? ਲਾਹੌਰ ਭੈਣੇ ਇਹ ਤਾਂ ਕੁੱਤਾ ਰੱਖੇ, ਕੁੱਤਾ ਘਰ ਛੱਡ ਕੇ ਦੌੜ ਜਾਂਦਾ। ਕਹਿੰਦਾ ਭੌਂਕਣ ਦੀ ਵਾਰੀ ਤਾਂ ਦਿੰਦਾ ਨਹੀਂ। ਆਪਾਂ ਤਾਂ ਸਿੱਧੇ ਵਿਆਹ ਤੇ ਮਿਲਣਾ ਸੀ ਨਾ, ਮਨਾ ਕੀਤਾ ਸੀਗਾ ਨਾ ਤੁਹਾਨੂੰ। ਅਫਸਰੋ ਮੈਂ ਤਾਂ ਤੁਹਾਨੂੰ ਖੁਸ਼ਖਬਰੀ ਸੁਣਾਉਣ ਆਇਆ ਸੀ ਜੀ। ਦੱਸੋ। ਉਹ ਜਿਹੜਾ ਆਪਣਾ ਛੋਟਾ ਜਵਾਈ ਹੈ ਜੀ, ਉਹ ਪੰਜਾਬ ਦਾ ਬਹੁਤ ਬੜਾ ਲੀਡਰ ਹੈ। ਉਹਨਾਂ ਦੀ ਸਰਕਾਰ ਦੁਨੀਆ ਭਰ ਚ ਰਹਿੰਦੇ ਚੋਟੀ ਦੇ ਪੁਲਿਸ ਅਫਸਰਾਂ ਦਾ ਸਨਮਾਨ ਕਰਨ ਲੱਗੀ ਹੈ। ਪੂਰੇ ਮੌਰੀਸ਼ਸ ਵਿੱਚੋਂ ਇੱਕ ਹੀ ਪੁਲਿਸ ਅਫਸਰ ਚੁਣਿਆ ਗਿਆ। ਪੁੱਛੋ ਭਲਾ ਕਿਹੜਾ? ਬਖਤਾਵਰ ਸਿੰਘ। ਐਮ ਆਈ ਰਾਈਟ? ਤੁਸੀਂ ਹੋ ਜੀ ਤੁਸੀਂ। ਤੁਸੀਂ ਇਹ ਬਰਫੀ ਕਿਉਂ ਨਹੀਂ ਲੈ ਰਹੇ? ਆਪਣਾ ਛੋਟਾ ਜਵਾਈ ਵੀ ਨਾਲ ਹੀ ਆਇਆ ਜੀ, ਬਾਹਰ ਖੜਾ ਗੇਟ ਤੇ। ਤੁਸੀਂ ਕਹੋ ਤਾਂ ਲੈ ਕੇ ਆਵਾਂ? ਉਹਨਾਂ ਨੂੰ ਬਾਹਰ ਕਿਉਂ ਖੜਾਇਆ? ਲਿਆਓ ਉਹਨਾਂ ਨੂੰ। ਮੈਂ ਲਿਆਉਣਾ ਜੀ। 4.5 ਮਿੰਟ ਹੋ ਗਏ। ਲੈ ਬਈ ਲੀਡਰਾ, ਕੁੜਮ ਸਾਹਿਬ ਤਾਂ ਤੇਰਾ ਨਾਂ ਸੁਣ ਕੇ ਹੀ ਖੁਸ਼ ਹੋ ਗਏ। ਆ ਤੇਰੀਆਂ ਖਬਰਾਂ ਪੜ੍ਹਦੇ ਰਹਿੰਦੇ ਨੇ ਉਹ। ਹੈ ਖਬਰਾਂ? ਇੱਕ ਵਾਰ ਤੇ ਖਬਰ ਆਈ ਸੀ ਜਦੋਂ ਸਟੇਜ ਟੁੱਟ ਗਈ ਸੀ ਤੇ ਤੁਹਾਡੀ ਲੱਤ ਫਸ ਗਈ ਸੀ। ਸ਼ਟ ਅਪ। ਉਹ ਵੱਡੇ ਲੀਡਰਾਂ ਦੀਆਂ ਪੱਤਰਕਾਰ ਬਦਾ ਚੜਾ ਕੇ ਖਬਰਾਂ ਲਾਉਂਦੇ ਰਹਿੰਦੇ ਨੇ। ਚਲੋ ਤੁਸੀਂ। ਕੁੜਮ ਸਾਹਿਬ ਦੀ ਸ਼ਰਤ ਹੈ ਇੱਕ, ਉਹ ਕਹਿੰਦੇ ਤੁਹਾਡਾ ਪ੍ਰਾਹੁਣਾ ਐਡਾ ਬੜਾ ਲੀਡਰ ਹੈ, ਹਨੀ ਦੇ ਵਿਆਹ ਦਾ ਇੱਕ ਫੰਕਸ਼ਨ ਪੰਜਾਬ 'ਚ ਵੀ ਹੋਣਾ ਚਾਹੀਦਾ ਹੈ। ਹਾਂ ਤੇ ਕਿਹੜੀ ਗੱਲ ਆ? ਉਹ ਬਾਪੂ ਜੀ ਇੱਕ ਉੱਥੇ ਰੱਖ ਦਿਆਂਗੇ। ਚਲੋ ਤੁਸੀਂ। ਚਲੋ ਭੈਣੇ। ਆਓ ਜੀ, ਆਓ ਆਓ, ਆਜੋ ਜੀ। ਆਓ ਜੀ, ਆਓ ਜੀ। ਜੀ। ਆਲੋ ਉਹ ਵਾਹ ਜੀ ਵਾਹ, ਵਾਹ ਜੀ ਵਾਹ।
ਤੁਸੀਂ ਬਾਹਰ ਕਿਉਂ ਖੜੇ ਰਹੇ ਜੀ? ਆਜੋ। ਥੈਂਕ ਯੂ ਜੀ, ਥੈਂਕ ਯੂ। ਵਾਹ ਜੀ ਵਾਹ, ਹੈ ਆ ਤਾਂ ਬਈ ਕਮਾਲ ਹੀ ਹੋ ਗਈ। ਕੁੱਕੀ ਉਹ ਆਪਣੇ ਵਾਲੇ ਤਾਂ ਉਹੀ ਕਹੀ ਜਾਂਦੇ ਸੀ ਬਈ ਹਨੀ ਦਾ ਸਹੁਰਾ ਬੜਾ ਕੁੱਤੇ ਸੁਭਾਅ ਦਾ ਹੈ, ਉਹ ਇਹ ਤਾਂ ਬੰਦਾ ਹੀ ਬੜਾ ਮਲਾਪੜਾ ਹੈ। ਨਾ ਜੀ ਨਾ, ਮੇਰੇ ਸਾਹਮਣੇ ਤਾਂ ਕਦੇ ਇਹੋ ਜਿਹੀ ਗੱਲ ਨਹੀਂ ਹੋਈ। ਕਿਉਂ ਨਹੀਂ ਹੁੰਦੀ ਜੀ? ਹੁੰਦੀ ਤਾਂ ਹੁੰਦੀ ਆ, 20 ਵਾਰ ਤੇ ਤੁਸੀਂ ਆਪ ਕਿਹਾ। ਖੈਰ ਨੇਤਾ ਜੀ ਇਹ ਤਾਂ ਦੱਸੋ ਕਿ ਫੰਕਸ਼ਨ ਦੀ ਡੇਟ ਕੀ ਰੱਖੀ ਹੈ? ਡਿਪਾਰਟਮੈਂਟ ਤੋਂ ਜਾਣ ਵਾਸਤੇ ਪਰਮਿਸ਼ਨ ਲੈਣੀ ਪੈਂਦੀ ਹੈ ਨਾ। ਉਹ ਜਨਾਬ ਉੱਥੇ ਜਾ ਕੇ ਤੁਸੀਂ ਭੰਗੜਾ ਹੀ ਤਾਂ ਪਾਉਣਾ, ਭੰਗੜੇ ਦੀ ਕਾਹਦੀ ਪਰਮਿਸ਼ਨ ਹੁੰਦੀ ਹੈ? ਉਹ ਜੀ ਜਦੋਂ ਹੁਣ ਮਾਨ ਸਨਮਾਨ ਹੋਊਗਾ ਭੰਗੜੇ ਸ਼ੰਗੜੇ ਦਾ ਪਹਿਣਗੇ ਜੀ ਫਿਰ। ਕੀ ਰੱਖੋਗੇ ਸਨਮਾਨ ਚ? ਆਈ ਮੀਨ ਟੂ ਸੇ ਕਿ ਸ਼ੀਲਡ, ਟਰਾਫੀ। ਉਹ ਇੱਕ ਗੱਲ ਦੱਸੋ, ਤੁਸੀਂ ਕੁੜੀ ਵਿਆਹਣੀ ਆ ਜਾਂ ਜਵਾਈ ਜਿੱਤਣਾ ਟੂਰਨਾਮੈਂਟ 'ਚ? ਮਤਲਬ ਜੀ ਇੰਨੀ ਨੇੜੇ ਦੀ ਰਿਸ਼ਤੇਦਾਰੀ ਕੋਈ 골ਡ ਦੀ ਐਡਮੀ ਹੋਊਗੀ ਜੀ। ਹਾਂਜੀ ਹਾਂਜੀ ਹਾਂਜੀ। ਅੱਛਾ, ਕਿਹੜੀ ਕੰਟਰੀਜ਼ ਤੋਂ ਪੁਲਿਸ ਅਫਸਰ ਸਹਿਬਾਨ ਆ ਰਹੇ ਨੇ? ਲੈ ਦੱਸ, ਦਾ ਦਿਮਾਗ ਠੀਕ ਹੈ? ਓਏ ਉੱਥੇ ਪੁਲਿਸ ਵਾਲਿਆਂ ਨੂੰ ਸੱਦ ਕੇ ਅਸੀਂ ਲਾਠੀ ਚਾਰਜ ਕਰਾਉਣਾ, ਸਾਡੇ ਵੱਲੋਂ ਜਿਹੜੀ ਮਰਜ਼ੀ ਆ ਜੇ। ਮੈਨੂੰ ਰੈਂਕ ਰੂੰਕ ਦਾ ਕੋਈ ਚੱਕਰ ਨਹੀਂ ਜੀ, ਜਿਹੜਾ ਕਾਬਲ ਹੋਊਗਾ ਆ ਜਾਊਗਾ ਜੀ ਉਹ। ਜਿਵੇਂ ਕਿ ਮੇਰੀ ਕਾਬਲੀਅਤ ਨੂੰ ਤੁਸੀਂ ਨਜ਼ਰ ਅੰਦਾਜ਼ ਨਹੀਂ ਨਾ ਕਰ ਸਕੇ। ਹੈਲੋ, ਉਹ ਕਾਬਲੀਅਤ ਕੁਬਲੀਅਤ ਵਾਲੀ ਕੋਈ ਗੱਲ ਨਹੀਂ, ਤੈਨੂੰ ਦੱਸਾਂ ਇਹ ਤਾਂ ਰਿਸ਼ਤੇਦਾਰੀ ਪੈ ਗਈ ਕਰਕੇ ਤਾਂ ਤੁਹਾਨੂੰ ਸੱਦਣਾ ਉੱਥੇ। ਉਹ ਗੱਲ ਸੁਣੋ, ਮੈਂ ਵੀ ਸਨਮਾਨ ਦੇ ਚੱਕਰ ਵਿੱਚ ਹੀ ਤੈਨੂੰ ਬਰਦਾਸ਼ਤ ਕਰ ਰਿਹਾ ਨਹੀਂ। ਅੱਜ ਤੱਕ ਮੇਰੀ ਦੂਜੀ ਚਪੇੜ ਨਹੀਂ ਕਿਸੇ ਨੇ ਖਾਧੀ। ਪੁੱਛ ਕਿਉਂ? ਹਾਂ ਕਿਉਂ? ਕਿਉਂਕਿ ਪਹਿਲੀ ਚਪੇੜ 'ਚ ਹੀ ਮੈਂ ਧੌਣ ਦਾ ਤੀਜਾ ਮਣਕਾ ਭੰਨ ਦਿੰਦਾ ਹੈ। ਲੈ ਦੱਸੋ, ਹੁਣ ਤੁਸੀਂ ਸਾਡੇ ਚਪੇੜਾ ਮਾਰੋਗੇ? ਇਹਦਾ ਮਤਲਬ ਕੁੱਤੇ ਸੁਭਾਅ ਵਾਲੀ ਗੱਲ ਸਹੀ ਸੀ। ਇਸ ਹਿਸਾਬ ਨਾਲ ਤਾਂ ਸਹੀ ਸੀ ਭੈਣੇ ਫਿਰ। ਨਾਲੇ ਗੱਲ ਸੁਣ, ਉਹ ਤੇਰੇ ਵਰਗੇ ਪੁਲਿਸ ਨੂੰ ਮੈਂ ਆਪਣਾ ਬੋਡੀਗਾਰਡ ਨਾ ਰੱਖਾਂ? ਗਾਰਡ ਕਾਦੇ ਤੇ ਰੱਖੇਗਾ ਜਦੋਂ ਬੋਡੀ ਹੀ ਨਹੀਂ? ਤੁਸੀਂ ਵੀ ਕੁੜੀ ਕੱਲੇ ਮੂੰਹ ਨਾਲ ਹੀ ਵਿਆਹਤੀ। ਗੱਲ ਸੁਣੋ ਮੇਰੀ, ਜੇ ਮੰਗ ਤੰਗ ਕੇ ਕਿਤੇ ਤੋਂ 4 ਪੈਸੇ ਇਕੱਠੇ ਹੋ ਗਏ ਨਾ, ਸਭ ਤੋਂ ਪਹਿਲਾਂ ਤੂੰ ਬੋਡੀ ਲਵਾਈ। ਉਹ ਆ ਬੋਡੀ ਨਹੀਂ, ਹੋਰ ਮੈਂ ਟਰੱਕ ਦੀ ਬੋਡੀ ਲਵਾ ਲਵਾਂ? ਉਹੀ ਛਦਾਈਆਂ ਵਾਲੀ ਗੱਲ। ਉਹ ਮੈਂ ਘੱਟ ਛਦਾਈਆਂ? ਓਏ ਗੱਲ ਸੁਣ ਮੂਰਖਾ, ਇਹਨੂੰ ਬੋਡੀ ਕਹਿੰਦੇ? ਫਿੱਟ ਲਾਣਤ ਹੈ ਇਹੋ ਜੀ ਬੋਡੀ ਤੇ। ਇਹ ਜੀ ਬੋਡੀਆਂ ਵਾਲੇ ਸਾਡੇ ਮੁਲਕ ਦੇ ਵਿੱਚ ਕੋੜ ਕਿਰਲੇ। ਓ ਹੈਲੋ, ਗੱਲ ਸੁਣ। ਬਸ ਜੀ ਬਸ, ਬਹੁਤ ਹੋ ਗਿਆ, ਚਲੋ ਇੱਥੋਂ। ਮੈਂ ਹੁਣ ਤੁਹਾਡੀ ਹੋਰ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦੀ। ਰਹਿਣ ਦੇ ਬਸ ਕਰ, ਤੂੰ ਘੱਟ ਕਰਦੀ ਆ। ਓਏ ਹੋਏ, ਤੁਸੀਂ ਆਪਣਾ ਕਲੇਸ਼ ਕਾਹਤੋਂ ਛੇੜ ਲਿਆ? ਓਏ ਸਨਮਾਨ ਦਾ ਤਾਂ ਪਤਾ ਨਹੀਂ, ਪਰ ਅਪਮਾਨ ਦਾ ਹਾਰ ਤਾਂ ਹੁਣੀ ਪਾਈ ਜਾ ਰਹੇ ਹੋ। ਬਾਪੂ ਨਹੀਂ, ਤੈਨੂੰ ਮਨਾ ਕੀਤਾ ਸੀ ਨਾ, ਜੋ ਮਰਜ਼ੀ ਹੋ ਜੇ, ਵਿਆਹ ਤੋਂ ਪਹਿਲਾਂ ਕੋਈ ਰਸਮ ਨਹੀਂ ਹੋਊਗੀ। ਤੂੰ ਫੇਰ ਲੈ ਆਇਆ ਇਹਨਾਂ ਨੂੰ ਇੱਥੇ ਦੇਖ ਦਿਖਾਈ ਕਰਨ। ਇਹ ਦੇਖ ਦਿਖਾਈ ਕਰਨਾ ਹੈ? ਹਾਂਜੀ, ਪਹਿਲਾਂ ਵੀ ਦੋਹੇ ਜੀਜੇ ਤੇ ਭੈਣਾਂ ਨਾਲ ਦੇਖ ਦਿਖਾਈ ਕਰ ਗਏ ਬੜੀ ਚਲਾਕੀ ਦੇ ਨਾਲ। ਇੱਕ ਕੋਠੀ ਦੇਖਣ ਦੇ ਬਹਾਨੇ ਤੇ ਦੂਜਾ ਗੱਡੀ। ਲੈ ਜਜਮਾਨਾ, ਚਿੱਠੀ 'ਚ ਆ ਸ਼ਰਤਾਂ ਤਾਂ ਦਿੱਤੀਆਂ, ਲਿਖ। ਹੁਣ ਦੱਸ ਹੋਰ ਕੀ ਲਿਖਾਉਣਾ? ਹੋਰ ਲਿਖਾਣਾ ਮੈਂ ਤੇਰੀ ਮਾਂ ਦਾ ਸਿਰ। ਜਿੰਨਾ ਮੈਂ ਲਿਖਾਣਾ ਸੀ ਲਿਖਾਤਾ। ਹੁਣ ਰਹਿਣ ਵੀ ਦੋ ਜੀ, ਗੱਲ ਵੱਧ ਜੂ। ਮੈਂ ਵੀ ਇਹੀ ਚਾਹੁੰਦਾ ਬਈ ਜਿੰਨੀ ਗੱਲ ਵਧਣੀ ਹੈ ਹੁਣੇ ਹੀ ਵੱਧ ਜਾਏ। ਤੇ ਜੇ ਟੁੱਟਣੀ ਹੈ ਨਾ ਤਾਂ ਹੁਣੇ ਹੀ ਟੁੱਟ ਜੇ। ਇਹ ਕੀ ਬਕਵਾਸ ਕਰ ਰਹੀ ਆ ਤੂੰ? ਰਿਲੈਕਸ ਜਾਨੂ, ਰਿਲੈਕਸ। ਇੱਕ ਲੰਬਾ ਸਾਹ ਲਓ। ਬਿਲਕੁਲ। ਆ ਜਾ ਬਈ। ਮੈਂ ਤਾਂ ਹਨੀ ਤੋਂ ਪੈਸੇ ਲੈ ਕੇ ਅੱਜ ਪਾਰਲਰ ਚੱਲੀ ਆ, ਤੂੰ ਚੱਲਣਾ? ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਚੱਲੂੰਗੀ। ਫਿਰ ਪੈਸੇ? ਉਹ ਭਾਈ ਇਹ ਬਖਤੌਰ ਸਿੰਘ ਦੇ ਘਰੋਂ ਬੰਦਾ ਆਇਆ, ਕੋਈ ਸੁਨੇਹਾ ਲੈ ਕੇ। ਹਾਂ ਚਲੋ। ਵਾਹਿਗੁਰੂ। ਉਹ ਜੀ ਮੈਂ ਬਖਤਾਵਰ ਸਿੰਘ ਦੇ ਘਰੋਂ ਵਿਆਹ ਦੀ ਚਿੱਠੀ ਲੈ ਕੇ ਆਇਆ ਜੀ। ਚਿੱਠੀ? ਓਏ ਆਏ ਕਾ ਸਾਹਿਬ ਚਿੱਠੀ ਲੈ ਕੇ? ਹਾਂਜੀ ਹਾਂਜੀ। ਵਧਾਈਆਂ ਵੀ ਵਧਾਈਆਂ। ਓਏ ਆਪਾਂ ਸਾਰੇ ਉਹੀ ਬਖਤੌਰ ਸਿੰਘ ਨੂੰ ਕੱਪਾ ਬੰਦਾ ਸਮਝਦੇ ਰਹੇ, ਕਿੰਨਾ ਨਰਮ ਨਿਕਲਿਆ। ਮੈਂ ਸਦਕੇ ਜਾਵਾ। ਵੇ ਸਾਹੇ ਚਿੱਠੀ ਲੈ ਕੇ ਆਇਆ? ਹਾਂਜੀ। ਲੈ ਫੜਾ ਭਾਈ, ਲੈ ਦੇਖ ਲਓ ਪੁੱਤ, ਪੰਜਾਬ ਦੇ ਰਿਵਾਜ ਇੱਥੇ ਵੀ ਰੱਖੇ ਹੋਏ ਨੇ। ਲੈ ਫੜਾ। ਇਹ ਸਾਹੇ ਚਿੱਠੀ ਨਹੀਂ ਜੀ, ਸੈਮੀ ਸਾਹੇ ਚਿੱਠੀ ਹੈ। ਉਵੇਂ ਜੀ ਜਿਵੇਂ ਫਾਈਨਲ ਮੈਚ ਤੋਂ ਪਹਿਲਾਂ ਸੈਮੀ ਫਾਈਨਲ ਮੈਚ ਨਹੀਂ ਹੁੰਦਾ। ਹਾਂਜੀ, ਇਹ ਚਿੱਠੀ ਨਹੀਂ ਜੀ, ਹਦਾਇਤਾਂ ਨੇ। ਇਹ ਮੈਂ ਤੁਹਾਨੂੰ ਆਪ ਪੜ੍ਹ ਕੇ ਸੁਣਾਉਂਗਾ ਤੇ ਤੁਹਾਡੇ ਸਾਰਿਆਂ ਦੇ ਸਾਈਨ ਕਰਵਾ ਕੇ ਵਾਪਸ ਲੈ ਕੇ ਜਾਊਂਗਾ। ਉਸ ਤੋਂ ਬਾਅਦ ਫਿਰ ਫਾਈਨਲ ਸਾਹੇ ਚਿੱਠੀ ਆਊਗੀ। ਲਓ ਸੁਣੋ। ਲਿਖਤਮ ਸਰਦਾਰ ਬਖਤਾਵਰ ਸਿੰਘ, ਪੜਤਮ ਜਥੇਦਾਰ ਤੇਜਾ ਸਿੰਘ ਅਤੇ ਉਸ ਦਾ ਪਰਿਵਾਰ, ਖਾਸ ਕਰਕੇ ਉਸ ਦੇ ਤਿੰਨੇ ਜਵਾਈ ਸਰਦਾਰ ਕਰਨੈਲ ਸਿੰਘ ਕੈਲਾ, ਠੇਕੇਦਾਰ ਨਛੱਤਰ ਸਿੰਘ ਅਤੇ ਬੌਬੀ ਢਾਲੀਵਾਲ। ਦੋਵੇਂ ਹੱਥ ਜੋੜ ਕੇ ਦਾਸ ਦੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਸੂਰਤ ਹਾਲ ਇਹ ਹੈ ਜੀ ਕਿ ਮੇਰੀ ਸਪੁੱਤਰੀ ਬੀਬੀ ਨੀਤੂ ਦਾ ਸ਼ੁਭ ਵਿਆਹ
ਸਰਦਾਰ ਤੇਜਾ ਸਿੰਘ ਦੇ ਸੁਪੁੱਤਰ ਹਰਿੰਦਰ ਸਿੰਘ ਨਾਲ ਆਉਂਦੀ 15 ਤਰੀਕ ਨੂੰ ਹੋਣਾ ਨਿਯਤ ਹੋਇਆ ਹੈ ਜੀ। ਸਾਡਾ ਧੀ ਵਾਲੇ ਗਰੀਬਾਂ ਦਾ ਤੁਹਾਡੇ ਭਗਵਾਨਾਂ ਨਾਲ ਕੋਈ ਟੱਕਰਾ ਨਹੀਂ ਹੈ ਜੀ। ਗਰੀਬੀ ਦਾਵੇ ਨਾਲ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕਿ ਵਿਆਹ ਦੀਆਂ ਰਸਮਾਂ ਬਹੁਤ ਹੀ ਸਾਦੇ ਢੰਗ ਨਾਲ ਗੁਰਦੁਆਰਾ ਸਾਹਿਬ ਵਿੱਚ ਠੀਕ ਸਵੇਰੇ 9:30 ਸ਼ੁਰੂ ਹੋਣਗੀਆਂ। ਲਾਮਾ ਫੇਰੇ ਤੋਂ ਬਾਅਦ ਉੱਥੋਂ ਹੀ ਲੰਗਰ ਪਾਣੀ ਛਕਾ ਕੇ 12:40 ਤੱਕ ਡੋਲੀ ਤੋਰ ਦਿੱਤੀ ਜਾਵੇਗੀ ਜੀ। ਇਹ ਤਾਂ ਹਾਫ ਸ਼ਿਫਟ ਹੋਈ। ਉਹ ਪੂਰੀਆਂ ਲਾਵਾਂ ਵੀ ਕਰਾਊਗਾ ਕਿ ਅੱਧੀਆਂ ਹੀ? ਹਾਂ। ਬਰਾਤ ਵਿੱਚ ਕੋਈ ਸ਼ਰਾਬ ਪੀਣ ਵਾਲਾ ਨਾ ਹੋਵੇ, ਕੋਈ ਭੰਗੜਾ ਪਾਉਣ ਵਾਲਾ ਨਾ ਹੋਵੇ। ਆਹੋ ਬਰਾਤੇ ਗਾਦਾ ਫਿਰ ਤੇ ਸਮਝੋ ਸਤਸੰਗ ਤੇ ਹੀ ਚੱਲੇ ਆ। ਮੇਰੀ ਡਿਊਟੀ ਬਾਹਰ ਜੋੜਿਆਂ ਤੇ ਹੀ ਲਾ ਦੇ, ਫਿਰ ਅੱਗੇ ਜਾ ਕੇ ਕੀ ਲੈਣਾ। ਗੱਲ ਤਾਂ ਇਹ ਵੀ ਠੀਕ ਹੈ। ਮੁੰਡੇ ਦੇ ਜੀਜਿਆਂ ਨੂੰ ਕਾਬੂ ਰੱਖਣ ਦੇ ਖਾਸ ਪ੍ਰਬੰਧ ਕੀਤੇ ਜਾਣ ਜੀਓ। ਲੋ ਜੀਜਾ ਦੇ ਵੀ ਬੰਨ੍ਹਤੀਆਂ ਗੋਟੇ ਵਾਲੀਆਂ ਪੱਗਾਂ ਨਾ। ਜੀਜਾ ਨੂੰ ਕਾਬੂ 'ਚ ਰੱਖਣ ਨੂੰ ਜੀਜਾ ਬੰਦਰਾ। ਚੁੱਪ ਕਰ, ਹੇੜ ਲਾਈ ਐ। ਇਹ ਬੇਨਤੀ ਵੀ ਪ੍ਰਵਾਨ ਕੀਤੀ ਜਾਵੇ ਕਿ ਬਰਾਤ ਵਿੱਚ 5 ਤੋਂ ਜ਼ਿਆਦਾ ਬੰਦੇ ਨਾ ਆਉਣ ਜੀ। ਇਹ ਦਾਸ ਦੇ ਅਸੂਲਾਂ ਦੇ ਬਰਖਲਾਫ ਹੈ। ਬਸ ਪੰਜੇ, ਉਹ 11 ਤਾਂ ਅਸੀਂ ਇੰਡੀਆ ਤੋਂ ਆਏ ਬੈਠੇ ਯਾਰ। ਤੇ ਬਿੱਟੂ ਪਾ ਕੇ 12। ਆਹੋ ਤੇ ਠੀਕ ਹੈ ਨਾ, ਉਹਨੂੰ ਕੋ 3 ਵਾਰੀ ਵਿਆਹ ਕਰ ਲਿਆ ਸੀ, 4-4 ਕਰਕੇ ਆ ਜਾਾਂਗੇ। ਉਹ ਤਾਂ ਇੱਕ ਵੀ ਅੱਧਾ ਕਰਨ ਨੂੰ ਫਿਰਦਾ। ਪਹਿਲਾ ਵਿਆਹ ਹੋਊਗਾ ਜਿਹ 'ਚ ਪਰਚੇ ਬਹਿਣਗੀਆਂ ਵੀ ਜਿਹਦਾ ਟੈਂਡਰ ਨਿਕਲਿਆ ਉਹੀ ਜਾਊਗਾ ਬਰਾਤ। ਆ ਗੱਲ ਜਰਾ ਧਿਆਨ ਨਾਲ ਸੁਣਿਓ ਜੀ। ਸਪੈਸ਼ਲ ਨੋਟ, ਜੇ ਇਹਨਾਂ ਚੋਂ ਤੁਹਾਨੂੰ ਇੱਕ ਵੀ ਸ਼ਰਤ ਨਾ ਮਨਜ਼ੂਰ ਹੋਵੇ ਤਾਂ ਸਾਡੇ ਵੱਲੋਂ ਇਹ ਰਿਸ਼ਤਾ ਨਾ ਮਨਜ਼ੂਰ ਹੀ ਸਮਝਿਆ ਜਾਵੇ ਜੀ। ਨਾ ਹੱਦ ਹੋ ਗਈ। ਲੈ ਆ ਕੀ ਗੱਲ ਬਣੀ? ਓਏ ਜੀ ਕਰਦਾ ਕੋਈ ਦੇਖ ਲੈ, ਮੈਂ ਕੈਪਟਨ ਸਾਹਿਬ ਨੂੰ ਕੀ ਮੂੰਹ ਦਿਖਾਉਂ? ਲੈ ਦੱਸ ਭਲਾ, ਇਹ ਵੀ ਕੋਈ ਗੱਲ ਹੋਈ? ਪੁੱਤ ਐ ਤਾਂ ਆਪਾਂ ਸ਼ਰੀਕੇ ਚ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਕਿਸੇ ਨੂੰ। ਇੰਨਾ ਸਾਦਾ ਵਿਆਹ ਨਾ, ਤੇਰੇ ਚ ਕਾਜਾ ਕੋਈ ਕਿ ਕੁੜੀਆਂ ਦੀ ਕਮੀ ਆ ਤੈਨੂੰ? ਉਹ ਮੈਂ ਤਾਂ ਹਾਲੇ ਵੀ ਕਹਿਣਾ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਆਪਾਂ ਇੰਡੀਆ ਮੁੜ ਚਲੀਏ, ਤੂੰ ਫਿਕਰ ਨਾ ਕਰ ਪੁੱਤ, ਮੈਂ ਤੇਰੇ ਵਾਸਤੇ 20 ਕੁੜੀਆਂ ਲੱਭ ਦੂੰ। ਇਹ ਕੋਈ ਗੱਲ ਬਣਦੀ ਐ? ਆਖੇ 5 ਬੰਦੇ ਆ ਜਾਓ, ਉਹ 5-7 ਤਾਂ ਉਹਦੇ ਬੋਡੀਗਾਰਡ ਹੀ ਹੋਣਗੇ। ਮੈਂ ਐਸਐਸਪੀ ਸਾਹਿਬ ਨੂੰ ਬੁਲਾਉਣ ਫਿਰਦਾ। ਉਹ ਤੇਰੇ ਐਮਸੀ ਨਾਲੋਂ ਵੱਡਾ ਹੀ ਹੁੰਦਾ ਉਹ ਥੱਲੇ ਵੀ ਧਿਆਨ ਦੇ ਲੋ ਜੀ। ਉਹ ਗੱਡੀ ਵਾਲਾ ਗੱਡੀ ਦਿਖਾਉਣ ਵਾਸਤੇ ਹੈ, ਜਿਹੜੀ ਬਰਾਤ ਵਾਸਤੇ ਫਾਈਨਲ ਕਰਨੀ ਹੈ। ਦੇਖ ਲੈਂਦੇ ਮਾੜੀ ਜੀ। ਆਹੋ ਖੈਰ, ਤੁਹਾਡੇ ਦੇਖਣ ਦਾ ਫਾਇਦਾ ਵੀ ਕੀ ਆ? ਹੋਣਾ ਤੇ ਇਸ ਘਰ 'ਚ ਉਹੀ ਆ ਜੋ ਜੀਜੇ ਨੇ ਕਰਨਾ। ਜਿਹੜੇ ਹਿਸਾਬ ਨਾਲ ਇਸ ਘਰ 'ਚ ਜੀਜਿਆਂ ਦੇ ਗੈਂਗ ਦੀ ਦਹਿਸ਼ਤ ਆ ਨਾ, ਉਹ ਵਿਆਹ ਵਾਲੀ ਗੱਡੀ ਛੱਡ ਗੁੱਡੀ ਚੇਂਜ ਕਰ ਦੇਣ। ਆ ਦੇਖੋ ਜੀ ਗੱਡੀ, ਕਰੋ ਪਸੰਦ। ਜੇ ਪਸੰਦ ਆ ਤਾਂ ਫਿਰ ਦਈਏ ਆਰਡਰ ਫੁੱਲ ਫਲ ਆਉਣ ਦਾ। ਉਹ ਭਾਈ ਸਾਹਿਬ ਪਿੱਤੀ 'ਚ ਗੱਡੀ ਨਹੀਂ ਚੱਲਣੀ। ਇਹਦੇ ਨਾਲ ਤਾਂ ਉਹ ਜਿਹੜੀ ਸਾਡੀ ਘਰੇ ਖੜੀ ਆ ਉਹ ਨਹੀਂ ਚੰਗੀ। ਉਹ ਕੋਈ ਨਾ, ਇਹ ਵੀ ਚੱਲੂਗੀ। ਇਹਦੇ ਛਾਨੀ ਨਾਲ ਸਰਬਾਲਾ ਬਹਿ ਜਾਊਗਾ ਤੇ ਬੇਬੇ ਨਾਲ ਮੈਂ। ਬਈ ਵੱਡੀ ਆ, ਮੇਰਾ ਹੱਕ ਬਣਦਾ ਹੈ। ਚੁੱਪ ਕਰ ਜਾ, ਸਭ ਤੋਂ ਛੋਟੀ ਮੈਂ ਆ, ਹੱਕ ਤਾਂ ਮੇਰਾ ਬਣਦਾ ਹੈ। ਠੀਕ ਆ, ਵਿਚਕਾਰਲੀ ਨੂੰ ਮਾਰ ਦੋ ਦੋਨੇ ਜਾਣੀਆਂ ਰਲ ਕੇ। ਮੈਨੂੰ ਲੱਗਦਾ ਜਿੰਨਾ ਤੁਸੀਂ ਗੱਲ-ਗੱਲ ਤੇ ਲੜਦੀਆਂ ਉਹਨਾਂ ਤਿੰਨੇ, ਤੁਸੀਂ ਇੱਕ ਦੂਜੀ ਨੂੰ ਹੀ ਮਾਰ ਛੱਡਣਾ। ਸਾਡੇ 'ਚੋਂ ਕੋਈ ਬਹਿ ਕੇ ਜਾਏਗਾ ਇਹਦੇ 'ਚ, ਤੁਸੀਂ ਨਹੀਂ ਜਾਂਦੀਆਂ। ਮੈਂ ਤਾਂ ਕਹਿੰਦੀ ਆ ਤੂੰ ਜੀ ਆਪ ਜਾ ਕੇ ਗੱਲ ਕਰ ਉਹਨਾਂ ਨਾਲ। ਮੈਂ ਹੁਣ ਕੀ ਗੱਲ ਕਰਾਂ? ਇਹੋ ਜਿਹੇ ਵਿਆਹਾਂ ਦਾ ਆਹੀ ਪੰਗਾ ਹੁੰਦਾ ਹੈ। ਵਿਚੋਲਾ ਕੋਈ ਹੁੰਦਾ ਨਹੀਂ ਵਿੱਚ, ਨਿਰਾ ਓਲਾ ਹੀ ਓਲਾ ਹੁੰਦਾ। ਉਹ ਜੇ ਪੰਜਾਬ 'ਚ ਹੁੰਦੇ ਕਿਸੇ ਤੋਂ ਸਿਫਾਰਿਸ਼ ਲਵਾ ਲੈਂਦੇ। ਪੁੱਤ ਮੇਰਿਆ, ਹੁਣ ਤਾਂ ਮਿੰਤ ਵਾਲੀ ਉਹ ਗੱਲ ਹੈ। ਕੁੜੀ ਨੂੰ ਸਮਝਾ ਕਿਸੇ ਤਰ੍ਹਾਂ ਜਾ ਕੇ ਕਿ ਆਪਣੇ ਬਾਪ ਨੂੰ ਮਨਾਵੇ। ਘੱਟੋ ਘੱਟ 11 ਬੰਦੇ ਦਾ ਜਨ ਚਾਉਣਗੇ ਹੀ, ਜਿਹੜੇ ਇੰਡੀਆ ਤੋਂ ਆਏ ਬੈਠੇ ਆ। ਹੋਰ ਦੇਖੋ ਜੀ, ਆ ਖੜੀ ਹੈ, ਕਰੋ ਚੈੱਕ। ਲਿਆਂਦੀ ਤੁਹਾਡੀ ਵੱਡੀ ਗੱਡੀ। ਇਹਦੇ ਅੱਗੇ ਇੰਜਨ ਲਵਾ ਵੱਡਾ ਸਾਰਾ। ਕਿੱਡੀ ਰੇਲ ਗੱਡੀ ਲੈ ਕੇ ਆਇਆ ਤੂੰ। ਪਹਿਲੀ ਗੱਡੀ ਨਾਲੋਂ 2-2.5 ਕਿਲੋ ਭਾਰੀ ਹੈ, ਹੋਰ ਕੀ। ਨਹੀਂ ਠੀਕ ਹੈ। ਇਹ 'ਚ ਲਾੜਾ ਸਰਬਾਲਾ ਬੇਬੇ ਤੇ ਤਿੰਨੇ ਭੈਣਾਂ ਹੋ ਗਏ 6 ਜਣੇ। ਵੱਡੇ ਛੋਟੇ ਦਾ ਫਰਕ ਹੀ ਖਤਮ। ਇਹਦੇ ਗੱਬੇ ਤਾਂ ਗਬਰਾ ਜਵਾਈਏ ਬੈਠੂ ਕਿ ਨਹੀਂ? ਆਹੋ, ਇਹਦੇ ਪਿੱਛੇ ਬੱਸ ਦੇ ਵਾਂਗੂ ਪੌੜੀ ਲਵਾ ਦਿਓ, ਅਸੀਂ ਦੋਵੇਂ ਪਿੱਛੇ ਲੱਗ ਕੇ ਆ ਜਾਾਂਗੇ। ਗੱਲ ਤੇਰੀ ਇਹ ਵੀ ਠੀਕ ਹੈ। ਇਹ ਤਾਂ ਉਸ ਗੱਲ ਵਾਂਗੂ ਵੀ ਜੇ ਗਿੰਦੇ ਪਾਣੀ ਦਾ ਕੁੰਡਾ ਖੜਕਾਵਾਂਗੇ ਤਾਂ ਮੀਂਹ ਤਾਂ ਆਊਗਾ ਹੀ ਕਿ ਨਹੀਂ? ਲੈ ਦੱਸ, 10 ਸੀਟਾਂ ਵਾਲੀ ਗੱਡੀ ਫੇਰ ਆ ਗਈ। ਉਹ ਬਿੱਟੂ ਪਾ ਕੇ 12 ਜੀ ਤੇ ਅਸੀਂ ਕਰਦੇ ਆ ਯਾਰ। ਵੈਸੇ ਵਿਆਹ 'ਚ ਜੇ ਟਾਈਮ ਹੈਗਾ, ਮੈਂ ਕਹਿੰਦਾ ਇਹਦੇ ਤੇ ਚਵਾਰਾ ਛੱਤ ਲੋ, ਫੇਰ ਹੀ ਸਰਨਾ ਆਪਣਾ। ਆਹੋ ਜੀ, ਵਾਪਸੀ ਤੇ ਤਾਂ ਬੌਟੀ ਵੀ ਹੋਣੀ ਆ ਤੇ ਨਾਲ ਉਹਦਾ ਭਰਾ ਵੀ। ਬਸ ਭਰਾ ਬਾਰੇ ਸੋਚ ਲਓ। ਲਾੜਾ ਲੜੀ ਤਾਂ ਇੱਕ ਸੀਟ ਜਿੰਨੀ ਜਗ੍ਹਾ ਘੇਰਦੇ ਹੁੰਦੇ ਆ। ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ, ਕੁੜੀ ਦੇ ਭਰਾ ਨੇ ਨਾਲ ਲੈਣ ਕੀ ਆਉਣਾ? ਉਹਨਾਂ ਨੂੰ ਸਾਡੇ ਤੇ ਇਤਬਾਰ ਨਹੀਂ ਹੈਗਾ। ਗੱਲ ਤੇਰੀ ਇਹ ਵੀ ਠੀਕ ਹੈ। ਛੇਤੀ ਕਰੋ ਯਾਰ, ਮੈਂ ਜਾ ਕੇ ਗੱਡੀ ਧਵਾਣੀ ਵੀ ਹੈ। ਉਹ ਅਟਕਲਾ, ਤੈਨੂੰ ਕਾਹਦੀਆਂ ਕਾਲੀਆਂ ਪੈਣ ਡਈਆਂ? ਇੱਕ ਤਾਂ ਨਾਂ ਧਵਾਈ ਤੇ ਉਹਦਾ ਜੂਆਂ ਪੈਣ ਲੱਗੀਆਂ। ਉਹ ਮੈਨੂੰ ਨਹੀਂ ਗੱਡੀ ਪਸੰਦ। ਅਜੇ ਨਹੀਂ ਪਸੰਦ ਨਾ? ਲੈ ਫੇ ਮੇਰੇ ਵੱਲੋਂ ਗੱਡੀ ਡਨ ਨੇ। ਤੇ ਮੇਰੇ ਵੱਲੋਂ ਵੀ। ਸਾਨੂੰ ਪਸੰਦ ਹੈ। ਇਹ 11 ਬੰਦੇ ਤਾਂ ਇੰਡੀਆ ਤੋਂ ਆ ਕੇ ਬੈਠੇ ਆ। 2 ਵਰਗਾ ਮੇਰਾ ਚਾਚਾ, ਉੱਪਰੋਂ ਇੱਕ ਉਹਨਾਂ ਦਾ ਕੇਅਰ ਟੇਕਰ ਆ। 14 ਤੋਂ ਬਾਅਦ ਇੱਕ ਬੰਦਾ ਨਹੀਂ ਆਊਗਾ। ਸੌਰੀ, ਡੈਡੀ ਨੇ ਜੋ ਕਹਿ ਦਿੱਤਾ। ਅੱਛਾ 11 ਨਹੀਂ 9 ਨੋ 7 ਨਹੀਂ। ਮੈਂ ਵੀ ਨਾ ਆਵਾਂ। ਚਾਚਾ, ਪੰਗੇ ਤੇ ਪੰਗੇ ਪੈ ਰਹੇ ਮੇਰੇ ਵਿਆਹ ਦੇ। ਚਾਚਾ ਕੀ ਹੋ ਗਿਆ? ਪੰਗਾ ਪੈ ਗਿਆ।
ਕੀ ਹੋ ਗਿਆ? ਮੇਰਾ ਵਿਆਹ ਰੁਕ ਗਿਆ। ਵਿਆਹ ਰੁਕ ਗਿਆ? ਹੋਰ ਓਏ ਮੈਂ ਵੀ ਦੇਖਾਂ ਕੌਣ ਸਾਲਾ ਤੇਰਾ ਵਿਆਹ ਰੋਕਦਾ। ਚੱਲ ਉਹ ਕੁੜੀਏ ਸਾਹਮਣੇ ਆਇਆ, ਚੱਲ। ਉਹ ਤੇਰੀ ਹਿੰਮਤ ਕਿਵੇਂ ਹੋਈ ਸਾਡੇ ਘਰ ਆਉਣ ਦੀ? ਤੇਰੀ ਹਿੰਮਤ ਕਿਵੇਂ ਹੋਈ ਆਪਣੇ ਹੀ ਘਰ ਆਉਣ ਦੀ? ਨਾ ਤੇਰੀ ਹਨੀ ਨਾਲ ਗੱਲ ਨਹੀਂ ਸੀ ਹੋਈ ਓਏ ਵੀ ਜਦੋਂ ਤੱਕ ਅਸੀਂ ਤੇਰੇ ਘਰ ਰਹਾਂਗੇ ਤੂੰ ਰੈਸਟੋਰੈਂਟ 'ਤੇ ਰਹੇਗਾ? ਹੁਣ ਆ ਕੀ ਹੈ? ਮੁੰਡੇ ਦਾ ਵਿਆਹ ਟੁੱਟ ਗਿਆ ਬਾਈ ਜੀ, ਤਾਂ ਮਜਬੂਰੀ ਚ ਆਉਣਾ ਪੈ ਗਿਆ। ਹਨੀ ਪੁੱਤ ਹੁਣ ਤਾਂ ਮੈਂ ਇੱਥੇ ਹੀ ਰਹੂੰਗਾ। ਓਏ ਕਦੇ ਤਾਂ ਅਕਲ ਤੋਂ ਕੰਮ ਲੈ ਲਿਆ ਕਰ। ਕਿਉਂ ਸਰੀਰ ਵਾਂਗ ਤੇਰਾ ਦਿਮਾਗ ਵੀ ਮੋਟਾ ਹੋ ਗਿਆ? ਉਹ ਸੁੱਖ ਨਾਲ ਬੱਠਲ ਜਿੱਡਾ ਦਾ ਸਿਰ ਹੈ, ਛੋਟਾ ਦਿਮਾਗ ਚੱਲਣਾ ਵੀ ਕਿੱਥੇ ਸੀ ਇਹਦੇ ਚ? ਜੀ ਉਹ ਲੱਗਣਾ ਸੀ ਜਿੱਦਾਂ ਏਡੇ ਵੱਡੇ ਟੱਲ ਦੇ ਵਿੱਚ ਨਿੱਕੀ ਜੀ ਘੰਟੀ ਭੁੜਕਦੀ ਫਿਰਦੀ। ਉਹ ਜਥੇਦਾਰ ਜੀ, ਉਹ ਜੇ ਚਾਚਾ ਤੁਹਾਨੂੰ ਆਇਆ ਇੱਥੇ ਇੰਨਾ ਹੀ ਮਾੜਾ ਲੱਗਦਾ ਤੇ ਤੁਸੀਂ ਜਾ ਕੇ ਰੈਸਟੋਰੈਂਟ 'ਚ ਮੰਜਾ ਡਾਲੋ। ਗੱਲ ਤਾਂ ਇਹ ਵੀ ਠੀਕ ਆ। ਉਹ ਟਕੇ ਦਾ ਥਾਣੇਦਾਰ ਸਾਡੇ ਰਾਜਿਆਂ ਵਰਗੇ ਜਵਾਈਆਂ ਨੂੰ ਕੁਝ ਕਹਿ ਜੇ। ਉਹ ਮੈਂ ਤਾਂ ਇੱਕ ਮਿੰਟ ਯਾਰ, ਕਿਸੇ ਸਿਆਣੇ ਬੰਦੇ ਨੂੰ ਗੱਲ ਤੇ ਕਰ ਲੈਂਦੇ ਆ। ਚੁੱਪ ਰਿਹਾ ਕਰੋ ਜਥੇਦਾਰ ਜੀ। ਚਾਚਾ ਜੀ ਉਹ ਰਾਜਾ ਵਾਲੀ ਗੱਲ ਦੁਬਾਰਾ ਰਿਪੀਟ ਕਰੋ। ਹਾਂ ਓਏ ਬਸ ਬਰਾਉਣਿਆ, ਉਹ ਹੁਣ ਜਦ ਅਗਲਾ ਅੜੇ ਗਿਆ ਹੈ, ਅਸੀਂ ਬਗਾਨੇ ਮੁਲਕ 'ਚ ਉਹਦੇ ਨਾਲ ਲੜਦੇ ਫਿਰੀਏ? ਬਗਾਨਾ ਹੈ ਤੁਹਾਡੇ ਲਈ, ਜਿੰਨਾ ਉਹਦਾ ਹੈ ਨਾ ਉਹਨਾਂ ਮੇਰਾ ਵੀ ਹੈ ਮੁਲਕ। ਨਾਲੇ ਬਾਈ ਤੂੰ ਮੈਨੂੰ ਬਗਾਨਾ ਸਮਝਦਾ ਹੋਏਗਾ, ਮੇਰੇ ਲਈ ਤਾਂ ਹਨੀ ਪੁੱਤਾਂ ਵਰਗਾ। ਹਾਂ ਬਈ ਇੱਕ ਗੱਲ ਹੋਰ, ਮੈਨੂੰ ਤਾਂ ਚਾਚੇ ਦੀਆਂ ਗੱਲਾਂ ਤੋਂ ਹੁਣ ਪਤਾ ਲੱਗਾ ਬਈ ਉਹ ਥਾਣੇਦਾਰ ਆ। ਮੈਂ ਡੀਐਸਪੀ ਸਮਝ ਕੇ ਉਹੀ ਡਰੀ ਗਿਆ। ਓਏ ਕਿਉਂ ਬਲਦੀ ਤੇ ਤੇਲ ਪਾਈ ਜਾਂਦਾ? ਨਾਲੇ ਭਾਈ ਸਾਹਿਬ ਜੇ ਵੋਟਾਂ 5 ਸਾਲ ਬਾਅਦ ਪੈਣਗੀਆਂ ਤਾਂ ਗੋਡੇ ਦਾ ਫੋੜਾ ਆਪੇ ਨਿਕਲੂ। ਅਗਲੇ ਦੇ ਵੀ ਕੋਈ ਅਸੂਲ ਨੇ। ਓਏ ਜਾਣਦਾ ਮੈਂ ਉਹਦੇ ਉਸੂਲਾਂ ਨੂੰ। ਆਉਂਦਾ ਮੇਰੇ ਕੋਲ ਰੈਸਟੋਰੈਂਟ 'ਚ, ਐਨੀ ਤਾਂ ਸਮੁੰਦਰ 'ਚ ਨਹੀਂ ਹੋਣੀ ਮੱਛੀ ਜਿੰਨੀ ਉਹ ਮੇਰੇ ਕੋਲੋਂ ਫ੍ਰੀ ਖਾ ਗਿਆ। ਨਾਲੇ ਉਹ ਆਪਣੇ ਹੋਣ ਵਾਲੇ ਜਵਾਈ ਦੀ ਇੱਜ਼ਤ ਕਰੇ ਨਾ ਕਰੇ, ਸਾਡੇ ਜਵਾਈਆਂ ਨੂੰ ਕਿਵੇਂ ਕੁਝ ਕਹਿ ਗਿਆ? ਠੀਕ ਗੱਲ ਹੈ ਜੀ, ਚਾਚਾ ਗੁੱਸੇ ਵਾਲਾ ਬੰਦਾ, ਚੀਰ ਕੇ ਨਹੀਂ ਰੱਖ ਦੇਗਾ ਉਹਨੂੰ। ਨਾਲੇ ਇਹਨਾਂ ਦੇ ਰੈਸਟੋਰੈਂਟ ਤਾਂ ਐਡੇ ਐਡੇ ਚਾਕੂ ਪਏ ਹੁੰਦੇ ਆ। ਆਹੋ ਜੀ, ਇਹਨਾਂ ਗੱਲਾਂ ਕਰਕੇ ਕਤਲ ਕੁਤਲ ਤਾਂ ਹੋ ਹੀ ਜਾਂਦੇ ਆ। ਇਹ ਵੀ ਠੀਕ ਆ। ਚਾਚਾ ਜੀ, ਮੈਂ ਇੱਥੇ ਵਿਆਹ ਕਰਾਉਣਾ ਹੈ, ਕਤਲੋਗਾਰਦ ਨਹੀਂ। ਮੈਨੂੰ ਤਾਂ ਲੱਗਦਾ ਜਿਹੜਾ ਇੰਨਾ ਕੁ ਰਿਸ਼ਤਾ ਮੇਰਾ ਜੁੜਿਆ ਉਹ ਵੀ ਟੁੱਟ ਜਾਣਾ। ਓਏ ਐ ਕਿਵੇਂ ਟੁੱਟ ਜੂ? ਜਾ ਕੇ ਗੱਲ ਕਰਦੇ ਆ, ਵਿਆਹ ਵੀ ਹੋਊਗਾ ਤੇ ਜਵਾਈਆਂ ਦੀ ਇੱਜ਼ਤ ਵੀ ਹੋਊਗੀ। ਆ ਕੀਤੀ ਨਾ ਮਰਦਾਂ ਵਾਲੀ ਗੱਲ। ਉਹ ਇਹਨੂੰ ਘਰ ਰੱਖੋ ਜਥੇਦਾਰ ਜੀ, ਇਹਨੂੰ ਘਰੋਂ ਕਿਉਂ ਕੱਢਿਆ ਜੀ? ਦੇਖੋ ਜੀ ਵੱਡੇ ਮੂੰਹ ਦੀਆਂ ਵੱਡੀਆਂ ਗੱਲਾਂ। ਉਹ ਮੰਨਿਆ ਤੁਸੀਂ ਮੌਰੀਸ਼ਸ ਦੇ ਵੱਡੇ ਅਫਸਰ ਹੋ, ਪਰ ਹੋ ਤਾਂ ਤੁਸੀਂ ਪੰਜਾਬੀ ਹੀ ਨਾ। ਪੰਜਾਬ ਨੂੰ ਨਹੀਂ ਸਮਝਦੇ? ਓਏ ਖੁਸ਼ੀਆਂ ਗਮੀਆਂ ਭੈਣਾਂ ਭਾਈਆਂ ਤੇ ਸਾਕ ਸੰਬੰਧੀਆਂ ਨਾਲ ਹੀ ਨਿਭਦੀਆਂ ਨੇ। ਸੋ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਬਖਤਾਵਰ ਸਿਆਂ, ਵਿਆਹ ਤਾਂ ਪੂਰੇ ਵਾਜੇ ਗਾਜੇ ਨਾਲ ਹੋਊਗਾ, ਤੇ ਹੋਊਗਾ ਵੀ ਉਵੇਂ ਜਿਵੇਂ ਸਾਡੇ ਜਵਾਈ ਚਾਹਣਗੇ। ਹੁਣ ਠੋਕ ਕੇ ਆਉਗੀ ਬਰਾਤ ਤੇ ਨਾਲੇ ਪੈਣਗੇ ਭੰਗੜੇ, ਉਹ ਵੀ ਜਿੱਥੇ ਜਿੱਥੇ ਸਾਡਾ ਦਿਲ ਕਰੂ। ਤੇਰੇ ਵਾਲੇ ਪੁਆਇੰਟ ਕੈਂਸਲ। ਚੱਲ ਬਈ। ਉਹ ਇੱਥੇ ਦਾਰੂ ਪਿਆਲਾ ਵੀ ਬੁੜਕੂ, ਆਪਾਂ ਬੱਕਰੇ ਵੀ ਦੇੜਾਂਗੇ ਤੇ ਮੁਰਗੇ ਵੀ ਪਾੜਾਂਗੇ, ਕਰਨੀ ਜੋ ਕਰਨਾ। ਇੱਥੇ ਡੀਜੇ ਵੀ ਲੱਗੂਗਾ ਤੇ ਡਾਂਸਰਾਂ ਵੀ ਆਉਣਗੀਆਂ। ਤੂੰ ਚੀਜ਼ ਬੜੀ ਐ ਮਸਤ ਮਸਤ। ਹਾਂ, ਪ੍ਰਾਹੁਣਿਆਂ ਨੂੰ ਸ਼ਾਂਪਾਂ ਪਾਉਣੀਆਂ ਪੈਣਗੀਆਂ, ਭੈਣਾਂ ਨੂੰ 5-5 ਸੂਟ ਦੇਣੇ ਪੈਣਗੇ, ਮਿਲਨੀਆਂ ਵੀ ਹੋਣਗੀਆਂ ਤੇ ਫੇਰਾ ਵੀ ਪਊਗਾ। ਜੇ ਸਭ ਕੁਝ ਮਨਜ਼ੂਰ ਆ ਤਾਂ ਠੀਕ ਆ, ਨਹੀਂ ਤਾਂ ਕੁੜੀਆਂ ਦੀ ਘਾਟ ਨਹੀਂ ਹੈਗੀ ਮੇਰੇ ਭਤੀਜ ਨੂੰ। ਮਸਾਂ ਤਾਂ ਇੱਕ ਕੁੜੀ ਮਿਲੀ ਸੀ, ਲੱਗਦਾ ਹੁਣ ਇਹ ਵੀ ਜਾਊ ਮੇਰੇ ਹੱਥੋਂ। ਓਏ ਅਸੀਂ ਮੁੰਡੇ ਵਾਲੇ ਆ, ਮੁੰਡੇ ਵਾਲੇ। चलो फिर ठीक है, चुको अपना मुंडा, निकलो मेरे घरों। ਸਰ ਇੱਕ ਹੀ ਕਰੇ ਸਰ, ਇੱਕ ਮਿੰਟ। ਚਾਚਾ ਕੀ ਕਰੀਏ ਨਾ ਯਾਰ, ਮੇਰੇ ਵਿਆਹ ਦਾ ਮਾਮਲਾ। ਉਹ ਯਾਰ ਤੂੰ ਮੈਨੂੰ ਕੀ ਸਮਝਾ ਰਿਹਾ, ਉਹਨੂੰ ਸਮਝਾ ਜਿਹਨੂੰ ਰਿਸ਼ਤਿਆਂ ਦੀ ਕੋਈ ਕਦਰ ਹੀ ਨਹੀਂ। ਟਿੱਚ ਸਮਝਦਾ ਸਾਰੇ ਰਿਸ਼ਤਿਆਂ ਨੂੰ। ਵੇਖ ਕਿਵੇਂ ਘਰ ਦੇ ਡਰਾ ਕੇ ਰੱਖੇ ਹੋਏ ਨੇ। ਸ਼ਟ ਅਪ। ਸਾਡੇ ਡੈਡੀ ਜੀ ਸਾਨੂੰ ਬਹੁਤ ਪਿਆਰ ਕਰਦੇ ਨੇ, ਕੋਈ ਵੀ ਨਹੀਂ ਡਰਦਾ ਡੈਡੀ ਜੀ ਤੋਂ। ਮਤਲਬ ਡਰਦੇ ਆ ਪਰ ਖੁਸ਼ੀ ਨਾਲ ਡਰਦੇ ਆ, ਡਰ ਨਾਲ ਨਹੀਂ ਡਰਦੇ। ਡੈਡੀ ਜੀ ਸਾਨੂੰ ਜਿਵੇਂ ਮਰਜ਼ੀ ਰੱਖਦੇ ਨੇ, ਇਹ ਸਾਡੇ ਘਰ ਦਾ ਮਾਮਲਾ ਹੈ, ਤੁਹਾਨੂੰ ਇਸ ਗੱਲ 'ਚ ਦਖਲ ਦੇਣ ਦੀ ਕੋਈ ਲੋੜ ਨਹੀਂ। ਭਾਈ ਸਾਹਿਬ, ਮੈਂ ਹੱਥ ਜੋੜਦੀ ਹਾਂ ਤੁਹਾਡੇ ਅੱਗੇ, ਇਸ ਤੋਂ ਪਹਿਲਾਂ ਕਿ ਕੁਝ ਹੋ ਜਾਏ ਤੁਸੀਂ ਇੱਥੋਂ ਚਲੇ ਜਾਓ ਇਹਨਾਂ ਨੂੰ ਲੈ ਕੇ ਸਾਰਿਆਂ ਨੂੰ। ਸੋਚ ਲਓ, ਜੇ ਇਸ ਮੌਕੇ ਅਸੀਂ ਰਿਸ਼ਤਾ ਤੋੜਤਾ ਤਾਂ ਕੁੜੀ ਵਿਆਹਣੀ ਔਖੀ ਹੋ ਜਾਣੀ ਹੈ ਤੁਹਾਨੂੰ। रिश्ते मेरी धी लई पंजाब फिरदे मेरे अगे पीछे, चाहे तो कल ब्याला मैं अपनी धी कल। ਵੇ ਮੇਰਾ ਵੀ ਮੁੰਡਾ ਸੜਕਾਂ ਤੇ ਨਹੀਂ ਰੁਲਦਾ ਫਿਰਦਾ, ਹੱਥਾਂ ਨੂੰ 10 ਮਕਲਾਵੇ ਲੈ ਆਉਂ ਆਪਦੇ ਪੁੱਤ ਦੇ। ਗੱਲਾਂ ਕਰਦਾ ਇਹ ਬੇਬੇ। ਤੂੰ ਹਟ ਵੇ। ਚਲੋ ਬਈ। ਓ ਚਲੋ ਚੰਗਾ ਹੋਇਆ ਜੇ ਵਿਆਹ ਨਹੀਂ ਹੋਇਆ, ਨਹੀਂ ਆ 5 ਬੰਦੇ ਵਾਲੀ ਗੱਲ ਸੁਣ ਕੇ ਮੇਰੀ ਐਵੇਂ ਜਾਨ ਸੁੱਕੀ ਪਈ ਸੀ।
ਕੁੱਲ ਮਿਲਾ ਕੇ ਹੋਇਆ ਤਾਂ ਮਾੜਾ ਕੰਮ ਆ। ਮਾੜੇ ਵਰਗਾ ਮਾੜਾ? ਸਾਧੂ ਸਾਹਿਬ ਤੁਸੀਂ ਤਾਂ ਯੂਨੀਅਨ ਦੇ ਪ੍ਰਧਾਨ ਹੋ, ਤੁਸੀਂ ਕੱਢੋ ਕੋਈ ਮਸਲੇ ਦਾ ਹੱਲ ਹੈ। ਮੈਂ ਯੂਨੀਅਨ ਦਾ ਟੱਟੂ ਪ੍ਰਧਾਨ। ਜਿੱਥੇ ਕਿਤੇ ਯੂਨੀਅਨ ਦੀ ਮੀਟਿੰਗ ਹੁੰਦੀ ਮੇਰੀ ਚਾਹ ਪਾਣੀ ਪਿਆਉਣ ਦੀ ਡਿਊਟੀ ਲੱਗਦੀ ਉੱਥੇ। ਉਹ ਮੈਂ ਚਵਲ ਹੀ ਮਾਰੀ ਸੀ ਵੀ ਮੈਂ ਜੀਐਮ ਦੇ ਥੱਪੜ ਮਾਰ ਕੇ ਸਸਪੈਂਡ ਹੋਇਆ ਸੀ। ਦਰਅਸਲ ਮੈਂ ਬੱਸ ਦੀ ਬਾਰੀ ਲਾ ਕੇ ਤੇ ਆਪਣੇ ਬਾਥਰੂਮ ਨੂੰ ਲਾ ਲਈ ਸੀ ਜਾ ਕੇ, ਉਸ ਚੱਕਰ 'ਚ ਸਸਪੈਂਡ ਹੋਇਆ ਮੈਂ। ਨੇਤਾ ਜੀ ਤੁਸੀਂ ਉਹ ਦਿਓ ਕੋਈ ਸਲਾਹ, ਥੋੜੀ ਤਾਂ ਵੱਡੇ ਵੱਡੇ ਲੀਡਰ ਨਾਲ ਬੈਠਣੀ ਉੱਠਣੀ ਹੈ। ਉਹ ਭਰਾਵੋ ਉੱਠਦਾ ਹੀ ਆ, ਬਹਿਣ ਕੌਣ ਦਿੰਦਾ ਮੈਨੂੰ ਕੁਰਸੀ ਉਦੋਂ ਤੱਕ ਮਿਲਦੀ ਆ ਜਦੋਂ ਤੱਕ ਮੇਨ ਬੰਦੇ ਨਹੀਂ ਆਉਂਦੇ। ਜਦੋਂ ਉਹਨਾਂ ਦੇ ਮੇਨ ਬੰਦੇ ਆਉਂਦੇ ਆ ਉਦੋਂ ਕਹਿੰਦੇ ਉੱਠੋ ਉੱਠੋ ਵੀ ਲੀਡਰ ਆ ਗਿਆ। ਉਹ ਠੇਕੇਦਾਰ ਸਾਹਿਬ ਤੁਹਾਡੇ ਕੋਲ ਹਰ ਤਰ੍ਹਾਂ ਦਾ ਬੰਦਾ ਹੁੰਦਾ, ਤੁਸੀਂ ਕੁਝ ਦੇਖੋ। ਉਹ ਭਰਾਵਾ ਮੈਨੂੰ ਵੀ ਟਕੇ ਹੀ ਰਹਿਣ ਦੇ। ਕਾਹਦਾ ਠੇਕੇਦਾਰ, ਬੀਕਾਨੇਰ ਦਾ 1-2 ਟਕੇ ਦਾ ਕੁਆੜੀਆ ਮੈਂ। ਉਹ ਠੇਕੇ ਵਾਲੇ ਤਾਂ ਮੈਨੂੰ ਪਊਆ ਧਾਰਾ ਨਹੀਂ ਦਿੰਦੇ, ਠੇਕੇਦਾਰ ਸੁਆਹ ਹੋਇਆ ਮੈਂ। ਕੁੱਲ ਮਿਲਾ ਕੇ ਆਪਾਂ ਤਿੰਨੋਂ ਹੈ ਤਾਂ ਲੰਡੂ ਬੰਦੇ ਹੀ ਆ। ਗੱਲ ਤੇਰੀ ਇਹ ਵੀ ਠੀਕ ਹੈ। ਦੇਖੋ ਭਾਈ ਸਾਹਿਬ, ਜੇ ਬੱਕਰਾ ਮਿੰਗਣਾ ਕਰੂਗਾ ਤਾਂ ਆਸ਼ਕ ਦਾ ਦਿਲ ਤਾਂ ਟੁੱਟੂਗਾ ਹੀ ਕਿ ਨਹੀਂ? ਉਹ ਬੱਕਰੇ ਦੀਆਂ ਮੇਂਗਣਾ ਦਾ ਤੇ ਪਤਾ ਨਹੀਂ, ਪਰ ਆਪਾਂ ਤਿੰਨਾਂ ਨੇ ਰਲ ਕੇ ਲੈ ਤਾਂ ਬਹੁਤ ਕੀਤੀ ਔਰ ਆਸ਼ਕ ਦਾ ਦਿਲ ਵੀ ਟੁੱਟਿਆ। ਇਹਦਾ ਮਤਲਬ ਮੈਂ ਸਿਆਣੀ ਗੱਲ ਕਰ ਗਿਆ ਹਨਾ। ਉਹ ਫਾਇਦਾ ਤਾਂ ਹੁਣ ਤਾਂ ਆ ਜੇ ਹੁਣ ਅੱਗੋਂ ਵੀ ਆਪਾਂ ਸਿਆਣੀ ਗੱਲ ਕਰੀਏ। ਲਓ ਫਿਰ ਹਨੀ ਦਾ ਵਿਆਹ ਤੇ ਹੁਣ ਇੱਥੇ ਹੀ ਹੋਏਗਾ। ਲਓ ਫਿਰ ਰੱਖੋ ਮੋਮਬੱਤੀ ਤੇ ਹੱਥ। ਹੁਣ ਤਾਂ ਫਿਰ ਇੱਥੇ ਹੀ ਲੱਗਣਗੇ ਡੇਰੇ, ਜਦ ਤੱਕ ਹੋ ਨਹੀਂ ਜਾਂਦੇ ਲਾਵਾਂ ਫੇਰੇ। ਹਾਂਜੀ ਨੇਤਾ ਜੀ। ਉਹ ਸੰਧੂ ਸਾਹਿਬ ਕਿੱਥੇ ਰਹਿ ਗਏ ਤੁਸੀਂ? ਉਹ ਆਪਾਂ ਕੁੜੀ ਦਾ ਟਾਈਮ ਚੱਕਣਾ। ਉਹ ਮੈਨੂੰ ਵੀ ਪਤਾ ਟਾਈਮ ਚੱਕਣਾ ਸੀ। ਇਧਰ ਚਰਨੇ ਵਾਲੀ ਗੱਡੀ ਖਰਾਬ ਹੋ ਗਈ ਹੈ। ਆਹੋ ਹੋਰ ਗੱਡੀ ਲੈ ਕੇ ਆ ਰਿਹਾ ਮੈਂ। ਚੰਗਾ। रुक जा बिन पौड़ी तो
ਆ ਚੋਰਾਂ ਵਾਂਗੂ ਕੱਲੇ ਕੱਲੇ ਪੁੱਤ ਦਾ ਵਿਆਹ ਕਰੀ ਜਾਂਦੇ ਆ। ਉਹ ਪਿੰਡ ਵਾਜੇ ਗਾਜੇ ਨਾਲ ਵਿਆਹ ਕਰਦੇ, ਕਿੰਨੀ ਚਿੱਤ ਹੁੰਦੀ ਸਾਡੀ। ਮੈਂ ਪਟਵਾਰੀ ਸਾਹਿਬ ਨੂੰ ਸੱਦਣਾ ਸੀ ਵਿਆਹ ਤੇ। ਮੈਂ ਸੁਣਿਆ ਐਮਸੀ ਨਾਲੋਂ ਤਾਂ ਵੱਡੇ ਹੁੰਦਾ ਪਟਵਾਰੀ। ਵੀ ਹੁਣ ਤਾਂ ਹੋਣੇ ਹੀ ਹੋਣੇ ਮੇਰੇ ਲਾਵਾ ਤੇਰੇ। ਉਹ ਗੱਡੀ ਆ ਗਈ। ਓਏ ਆਇਓ ਆਇਓ ਚਾਂਦੀਓ। ਵਾਹ ਜੀਜਾ ਜੀ, ਇਸ ਤੋਂ ਵੱਡੀ ਬੱਸ ਨਹੀਂ ਲੱਭੀ ਕੋਈ। ਓਏ ਮੌਰੀਸ਼ੀਅਸ ਦੀ ਸਰਕਾਰੀ ਬੱਸ ਇਹਨੂੰ ਤੇ ਬਖਤਾਵਰ ਸਿੰਘ ਦਾ ਨਾਕਾ ਵੀ ਨਹੀਂ ਰੋਕ ਸਕਦਾ। ਚਲੋ ਚਲੋ ਚੜੋ ਚੜੋ ਆਇਓ ਚਲੋ 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 ਕੋਈ ਰਾਹ ਦਾ ਬਰਾਤੀ ਨਾ ਹੋਵੇ ਬਈ। ਓਏ ਉਹ 90 ਕਿਲੋਮੀਟਰ ਦਾ ਸਾਰਾ ਮੌਰੀਸ਼ਸ ਮੁੱਕ ਜਾਂਦਾ। ਰਾਹ ਦੀ ਸਵਾਰੀ ਨੂੰ ਕਿ ਆਪਾਂ ਲੜਕਾ ਕੇ ਵਿੱਚ ਦੀ ਜਾਣਾ। ਓ ਬਹਿ ਜਾ ਸਾਂਡੂਆ। ਓ ਏਡੀ ਬੱਸ ਆ, ਹੁਣ ਤਾਂ ਭਾਵੇਂ ਲਿਟ ਕੇ ਚਲਾ ਜਾਵਾਂ ਇਹਦੇ ਚ। ਡਿੰਪੀ ਗੱਲ ਸੁਣ, ਬਾਹਰ ਪਾਪਾ ਤੇ ਰਿੰਪੀ ਦੋਨੋਂ ਖੜੇ ਨੇ। ਤੁਸੀਂ ਨਾ ਇੱਧਰੋਂ ਨਹੀਂ ਆਉਣਾ। ਜਦੋਂ ਉਹ ਦੋਵੇਂ ਇੱਧਰ ਉੱਧਰ ਹੋਣ ਨੀਤੂ ਨੂੰ ਫੇਰ ਭੇਜੀ। ਛੇਤੀ ਕਰ, ਜੇ ਤੇਰੀ ਭਾਬੀ ਨੇ ਦੇਖ ਲਿਆ ਨਾ ਤੇਰੇ ਤੋਂ ਪਹਿਲਾਂ ਮੈਨੂੰ ਭੱਜਣਾ ਪੈਣਾ। ਤੂੰ ਸਾਰੀ ਉਮਰ ਡਰਦਾ ਹੀ ਰਹੀ। ਤੂੰ ਚੱਲ ਹੁਣ। ਧਿਆਨ ਨਾਲ। ਮੈਂ ਦੁਨੀਆ ਦਾ ਪਹਿਲਾ ਭਰਾ ਹੋਊਂਗਾ ਜਿਹੜਾ ਆਪਣੀ ਭੈਣ ਨੂੰ ਭੱਜਣ 'ਚ ਮਦਦ ਕਰ ਰਿਹਾ। You are so sweet, brother. Listen, fridge ਵਿੱਚ ਚਾਕਲੇਟ ਪਏ ਨੇ। ਕੋਈ ਨਾ, ਮੈਂ ਖਾ ਲੂੰਗਾ, ਟੈਨਸ਼ਨ ਨਾ ਲੈ। ਖਬਰਦਾਰ ਜੇ ਖਾ ਦਿੱਤਾ ਉਹ ਮੇਰੇ ਆ। ਜਦੋਂ ਮਿਲਣ ਆਏਗਾ ਨਾਲ ਲੈ ਕੇ ਆਈ। ਚੱਲ ਕੁੜੀਏ ਭੱਜ ਹੁਣ, ਲਾ ਲਾਡੀਆਂ ਨੂੰ ਥੁੱਕ। ਡੈਡੀ ਜੀ ਡੈਡੀ ਜੀ। ਹਾਂ ਕੀ ਹੋਇਆ? ਨੀਤੂ ਨੀਤੂ ਭੱਜ ਗਈ। ਨੀਤੂ ਡੈਡੀ ਜੀ ਨੀਤੂ? ਡੈਡੀ ਜੀ। ਫਿਕਰ ਨਾ ਕਰ, ਮੈਂ ਕਾਰ ਦੀ ਚਾਬੀ ਲੈ ਕੇ ਆਂਦਾ ਹੈ। ਉਦੋਂ ਤੱਕ ਨਾ ਮੈਂ ਪੁਲਿਸ ਨੂੰ ਫੋਨ ਕਰਦੀ ਆ। ਹੈਲੋ, ਹਾਂਜੀ ਮੈਡਮ ਦੱਸੋ, ਵਾਟ ਕੈਨ ਆਈ ਡੂ ਫॉर ਯੂ? ਸਾਨੂੰ ਤੁਹਾਡੀ ਹੈਲਪ ਚਾਹੀਦੀ ਹੈ। ਸਾਡੀ ਨਾ ਕੁੜੀ ਭੱਜ ਗਈ। ਮੇਰੀ ਤਾਂ ਆਪਣੀ ਕੁੜੀ ਭੱਜ ਗਈ ਹੈ, ਮੈਂ ਤੁਹਾਡੀ ਕੀ ਹੈਲਪ ਕਰਾਂ? ਐਨੀਵੇ ਤੁਸੀਂ ਕੁੜੀ ਦਾ ਨਾਂ ਤੇ ਹੁਲੀਆ ਦੱਸੋ। ਉਹਦਾ ਨਾਮ ਨੀਤੂ ਹੈ ਤੇ ਉਹਦਾ ਰੰਗ ਨਾ ਕੁਝ ਜ਼ਿਆਦਾ ਹੀ ਗੋਰਾ ਹੈ। ਉਹ ਤੇਰਾ ਫਿੱਟੇ ਮੰਗੂ। ਮੈਡਮ ਘਰ ਦੇ ਮਾਮਲਿਆਂ 'ਚ ਪੁਲਿਸ ਨੂੰ ਨਹੀਂ ਪਾਈਦਾ ਹੁੰਦਾ। ਫਿਰ ਹੁਣ ਅਸੀਂ ਕੀ ਕਰੀਏ? ਕਰਨਾ ਕਰਾਣਾ ਕੀ ਹੈ, ਮੇਰੀ ਤਰ੍ਹਾਂ ਆਪ ਹੀ ਲੱਭੋ। तू तो कह रही थी कि बारात हेलीकॉप्टर च लेके आएगा। आया तो सरकारी बस ते आ। और तू ਤਾਂ ਖੁਸ਼ਕਿਸਮਤ ਆ ਕਮਲੀਏ। ਦੁਨੀਆ ਦੀ ਪਹਿਲੀ ਵੋਟੀ ਹੈ ਜਿਹੜੀ ਘਰ ਵਾਲੇ ਦੀ ਬਰਾਤ ਚੱਲੀ ਹੈ। ਗਰਮੇਲ ਕਰੀ ਦੇਖ ਲੈ, ਆਪਾਂ ਤਾਂ ਹੁਣ ਤੱਕ ਆਪਣੇ ਜਵਾਈਆਂ ਨੂੰ ਖੂਨ ਪੀਣਾ ਹੀ ਸਮਝਦੇ ਰਹੇ। ਅੱਜ ਪਤਾ ਲੱਗਾ ਕਿ ਲੋੜ ਪੈਣ ਤੇ ਖੂਨ ਦਾਨ ਵੀ ਕਰ ਸਕਦੇ। ਕਰ ਸਕਦੇ ਆ ਭਾਈ, ਕਰ ਸਕਦੇ ਆ। ਡੈਡੀ ਜੀ ਗੱਡੀ ਤੇਜ਼ ਚਲਾਓ, ਐ ਨਹੀਂ ਫੜੇ ਜਾਣੇ ਉਹ। ਉਹਨਾਂ ਦਾ ਤਾਂ ਪਤਾ ਨਹੀਂ ਉਹਨਾਂ ਨੇ ਫੜੇ ਜਾਣਾ ਹੈ ਕਿ ਨਹੀਂ ਫੜੇ ਜਾਣਾ, ਪਰ ਤੇਰੀ ਗੱਲ ਮੰਨ ਕੇ ਓਵਰ ਸਪੀਡਿੰਗ 'ਚ ਮੈਂ ਜ਼ਰੂਰ ਫੜੇ ਜਾਣਾ ਹੈ। ਇਹ ਤਾਂ 60 ਤੇ ਹੀ ਚੱਲੂ ਬਸ। ਡੈਡੀ ਜੀ ਇੰਨੇ ਵੀ ਨਹੀਂ ਚੱਲਦੀ ਤੁਹਾਡੀ। ਜਲਦੀ ਤਾਂ ਬਹੁਤ ਹੈ ਬੇਟਾ ਜੀ, ਪਰ ਤੇਰੀ ਜ਼ੁਬਾਨ ਜਿੰਨੀ ਨਹੀਂ ਚਲਦੀ। ਸੋਹਣਿਆ ਥੋੜਾ ਜਿਹਾ ਹੌਲੀ ਚੱਲ, ਕਿਸੇ 'ਚ ਵੱਜ ਬੁੱਝ ਨਾ ਜਾਵੇ। ਉਹ ਪਰਵਾਹ ਨਹੀਂ ਕਰਨੀ ਤੁਸੀਂ, ਬੈਠਾ ਤੁਹਾਡਾ ਜਵਾਈ, ਵਾਲ ਨਹੀਂ ਵਿੰਗਾ ਹੁੰਦਾ। ਓਲੇ ਮਾਰ ਮਾਰ ਕੇ ਜੁੱਤੀਆਂ ਤੇਰੇ ਸਿਰ 'ਚ ਕੋ ਵਾਲ ਛੱਡਣਗੇ ਤੇ ਵਿੰਗਾ ਹੋਏਗਾ। ਉਹ ਟਕਿਆਲਾ ਸਾਡੂਆ, ਤੂੰ ਤਾਂ ਆਪ ਕਈ ਵਾਰ ਬਾਲ ਬਚੇ। ਥੋੜਾ ਜਿਹਾ ਤੇਜ਼ ਚੱਲੋ ਡੈਡੀ ਜੀ। ਬੇ ਪੁੱਤ ਮੈਂ ਰੋਕੀ ਵੀ 2 ਮਿੰਟ, ਬਸ ਮੈਨੂੰ ਉਲਟੀ ਆਉਂਦੀ ਆ। ਨੰਦ ਪੜਾਉਣੇ ਕਿ ਨਹੀਂ ਮੁੰਡੇ ਦੇ? ਹੁਣ ਉਲਟੀ ਸਿੱਧੀ ਜੋ ਆਉਂਦੀ ਹੈ ਵਿੱਚੇ ਹੀ ਕਰੀ ਜਾਓ ਇੱਥੇ। ਬੇ ਪੁੱਤ ਮੇਰਾ ਜੀ ਕੱਚਾ ਹੁੰਦਾ ਹੈ। ਉਹ ਬੇਬੇ ਤੇਰਾ ਤਾਂ ਤੇ ਕੱਲੀ ਦਾ ਜੀ ਕੱਚਾ ਹੁੰਦਾ। ਜੇ ਫੜੇ ਗਏ ਜੇਲ੍ਹ 'ਚ ਸਾਰੇ ਜੀ ਪੱਕੇ ਹੋ ਜਾਣਗੇ। ਡੈਡੀ ਜੀ ਉਧਰ ਨੀਤੂ ਹੱਦਾਂ ਟੱਪ ਗਈ।
ਤੁਸੀਂ ਉਹ ਰੈੱਡ ਲਾਈਟ ਵੀ ਨਹੀਂ ਟੱਪ ਸਕਦੇ। ਰੂਲ ਇਜ਼ ਰੂਲ। ਓਹੋ ਕੁੱਕੂ, ਜੇ ਡੈਡੀ ਵੀ ਨੀਤੂ ਵਾਂਗ ਰੂਲ ਤੋੜਨ ਲੱਗ ਗਏ ਫਿਰ ਨੀਤੂ ਆ ਡੈਡੀ 'ਚ ਫਰਕ ਕੀ ਰਹਿ ਜਾਊਗਾ? ਡੈਡੀ ਆਰਾਮ ਨਾਲ ਚੱਲੋ। ਹੁਣ ਤਾਂ ਹੋਣੇ ਹੀ ਹੋਣੇ ਮੇਰੇ ਲਾਵਾਂ ਫੇਰੇ, ਹੁਣ ਤਾਂ ਹੋਣੇ ਹੀ ਹੋਣੇ ਮੇਰੇ ਲਾਵਾਂ ਫੇਰੇ, ਹੁਣ ਤਾਂ ਹੋਣੇ ਹੀ ਹੋਣੇ ਮੇਰੇ ਲਾਵਾਂ ਫੇਰੇ। ਫੌਜਾਂ ਥੱਲੇ ਮੋਰਚਾ ਫਤਿਹ ਕਰਨ ਦਾ ਵੇਲਾ ਆ ਗਿਆ। ਚਲੋ ਬੱਚਿਓ ਸ਼ਾਬਾਸ਼। ਆ ਜਾਓ ਬਈ, ਆ ਜਾਓ, ਆ ਜਾਓ। ਲੈ ਵੀ ਮੁੰਡਿਆ, ਹੁਣੇ ਨਾ ਕहीं ਚੀਜ਼ੀਆਂ ਕਰਕੇ ਰਿਸ਼ਤਾ ਟੁੱਟ ਗਿਆ ਸੀ। ਲੈ ਜੀਜਾ ਜੀ, ਅੱਜ ਜੁੜਿਆ ਵੀ ਤਾਂ ਤੁਹਾਡੇ ਕਰਕੇ ਹੀ ਹੈ। ਉਹ ਨਹੀਂ ਨਹੀਂ, ਸਾਡਾ ਤੇ ਡਰਾਈਵਰਾਂ ਦਾ ਕੰਮ ਹੀ ਹੁੰਦਾ ਸਵਾਰੀਆਂ ਨੂੰ ਉਹਨਾਂ ਦੇ ਰਿਸ਼ਤਿਆਂ ਤੱਕ ਲੈ ਕੇ ਜਾਣਾ। ਚਲੋ ਚਲੋ ਜਲਦੀ ਕਰੋ। ਮੇਰੇ ਸੱਚੇ ਪਾਤਸ਼ਾਹ ਦੇ ਦੁਨੀਆ ਤੋਂ ਰੰਗ ਨਿਆਰੇ, ਆਪੇ ਆਪਣੇ ਬੰਦਿਆਂ ਦੇ ਯੋ ਕਰਦਾ ਪਾਰ ਉਤਾਰੇ। ਡੈਡੀ ਜੀ ਤੁਸੀਂ ਨਾ ਸਿੱਧੇ ਚੱਲੋ। ਡੈਡੀ ਜੀ ਇਹ ਤਾਂ ਐਵੇਂ ਹੀ ਮਾਰੀ ਜਾਂਦੀ ਹੈ, ਤੁਸੀਂ ਲੈਫਟ ਚੱਲੋ। ਮੈਂ ਕਹਿੰਦੀ ਹਾਂ ਜੇ ਤੁਸੀਂ ਇਹਨਾਂ ਦੋਨਾਂ ਨੂੰ ਛੱਡੋ ਤੁਸੀਂ ਰਾਈਟ ਚਲੋ। ਸ਼ਟ ਅਪ। ਮੇਰੇ ਸੱਚੇ ਪਾਤਸ਼ਾਹ ਦੇ ਦੁਨੀਆ ਤੋਂ ਰੰਗ ਨਿਆਰੇ, ਆਪੇ ਆਪਣੇ ਬੰਦਿਆਂ ਦੇ ਉਹ ਕਰਦਾ ਪਾਰ ਉਤਾਰੇ। ਵਾਹਿਗੁਰੂ ਦੀ ਕਿਰਪਾ ਨਾਲ ਮੁੱਕ ਗਏ ਝਗੜੇ ਛੇੜੇ, ਵਾਹਿਗੁਰੂ ਦੀ ਕਿਰਪਾ ਨਾਲ ਮੁੱਕ ਗਏ ਝਗੜੇ ਛੇੜੇ। ਵੀ ਹੁਣ ਤਾਂ ਲਓ ਜੀ, ਕਾਰਜ ਸੰਪੂਰਨ ਹੋ ਚੁੱਕੇ ਨੇ। ਜੇ ਕਿਸੇ ਨੇ ਆਸ਼ੀਰਵਾਦ ਦੇਣਾ ਤਾਂ ਹੁਣ ਵੀ ਜੀ ਸਦਕੇ ਦੇ ਸਕਦਾ, ਫਿਰ ਨਾ ਕਿਹੋ ਮੈਂ ਰਹਿ ਗਿਆ। ਹਾਂ ਧੀਏ, ਮੈਂ ਤੈਨੂੰ ਦੱਸ ਨਹੀਂ ਸਕਦਾ ਅੱਜ ਇਸ ਪਿਓ ਦਾ ਦਿਲ ਕਿੰਨਾ ਖੁਸ਼ ਹੈ। ਮੱਲਾ ਦਾ ਇਹ ਸਦਮਾ ਖਾ ਗਿਆ, ਨਹੀਂ ਤਾਂ ਇਹ ਪਿੱਟਦਾ ਹੋਣਾ ਚਾਹੀਦਾ ਸੀ ਉਹਨੂੰ। ਗੁਰੂ ਮਹਾਰਾਜ ਦੀ ਕਿਰਪਾ ਨਾਲ ਮੇਰੀ ਧੀ ਦਾ ਘਰ ਵੀ ਵਸ ਗਿਆ, ਮੇਰੀ ਮੁੱਛ ਵੀ ਖੜੀ ਹੈ। ਮਾਰੇ ਯਾਰ, ਸਾਡੇ ਚ ਧੀ ਵਿਆਹ ਕੇ ਖੁਸ਼ ਹੁੰਦੇ ਨੇ, ਇਹ ਧੀ ਨੂੰ ਭਜਾ ਕੇ ਖੁਸ਼ ਹੋ ਰਿਹਾ। ਜੀਤ ਸਿਆ, ਤੇਰਾ ਦੇਣਾ ਮੈਂ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ। ਨਾ ਜੀ ਨਾ, ਸਭ ਤੁਹਾਡੀ ਕਿਰਪਾ। ਚਲੋ ਠੀਕ ਹੈ ਜੀਤ ਸਿੰਘ ਜੀ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਂਦਾ ਹੈ, ਪਰ ਤੁਹਾਡੇ ਪ੍ਰਾਹੁਣਿਆਂ ਦੀ ਮੈਂ ਕੋਈ ਸ਼ਰਤ ਨਹੀਂ ਮੰਨਾਂਗਾ। ਪ੍ਰਾਹੁਣਿਆਂ ਦੀ ਕੋਈ ਸ਼ਰਤ ਨਹੀਂ ਹੁੰਦੀ ਬਖਤਾਵਰ ਸਿੰਘ ਜੀ, ਉਹ ਤਾਂ ਮੋਮ ਦੇ ਨੱਕ ਨੇ, ਜਿੱਧਰ ਮਰਜ਼ੀ ਮੋੜ ਲਓ। ਬਸ ਮੋੜਨਾ ਪਿਆਰ ਨਾਲ ਪੈਂਦਾ ਹੈ। ਵਿਆਹ ਤੁਹਾਡੇ ਹੀ ਮੁਤਾਬਕ ਹੋਊਗਾ, ਬਸ ਹੋਊਗਾ ਐ ਕਿ ਪ੍ਰਾਹੁਣਿਆਂ ਨੂੰ ਲੱਗੂਗਾ ਉਹਨਾਂ ਦੀ ਸਕੀਮ ਦੇ ਨਾਲ ਹੋਇਆ। ਇਹ ਝੋਟੇ ਦੇ ਆਪਸ ਚ ਜੱਫੀਆਂ ਪਾਈ ਜਾਂਦੇ ਨੇ, ਇਹ ਕਿਤੇ ਆਪਸ ਚ ਮਿਲੇ ਹੋਏ ਤੇ ਨਹੀਂ ਹੈਗੇ। ਮਿਲੇ ਹੋਏ ਕਾਹਨੂੰ ਆ? ਮੱਲਾ ਦਾ ਥਾਣੇਦਾਰ ਸ਼ਰਮਿੰਦਾ ਹੋਏ ਜੱਫੀਆਂ ਪਾਈ ਜਾਂਦਾ ਚਾਚੇ ਨੂੰ। ਗਰਮੇਲ ਕੁਰੇ, ਇੱਕ ਮਿੰਟ ਵਾਲੀ ਉਹ ਗੱਲ ਹੈ। ਆਪਣੇ ਭਰਾ ਨੂੰ ਕਹਿ ਕੇ ਮੁੰਡੇ ਦੇ ਵਿਆਹ ਦੀ ਪਾਰਟੀ 'ਚ ਉਸ ਐਮਸੀ ਨੂੰ ਸੱਦ ਲੈ, ਮਾੜੀ ਮੋਟੀ ਇੱਜ਼ਤ ਬਾਜੂ। ਨਿਕਾਹ ਨਾ ਬੋਲੀ ਬੇ ਨਹੀਂ ਬੋਲਦੀ, ਸਮਝ ਤਾਂ ਗਿਆ ਹੀ ਹੋਵੇਗਾ ਫੁਕਰਾ। ਜੀਜਾ ਜੀ, ਲਫ਼ਜ਼ ਵਿੱਚ ਹੀ ਕੋਈ ਖੁਮਾਰੀ ਹੁੰਦੀ ਹੈ ਜੀ, ਇਸੇ ਕਰਕੇ ਤਾਂ ਸਾਰੇ ਜੀਜਿਆਂ ਨੂੰ ਸੇਮ ਹੀ ਬਿਮਾਰੀ ਹੁੰਦੀ ਹੈ ਜੀ। ਬੇਟਾ ਜੀ, ਤੁਸੀਂ ਪੀਣੀ ਸ਼ੁਰੂ ਕਰਤੀ? ਨੋ, ਮੈਂ ਤਾਂ ਜੀ ਆ ਗੱਲੇ ਟਮਾਟਰ ਹੀ ਮੰਗਾਏ ਸੀ, ਆ ਜਗਾੜ ਜਾ ਤਾਂ ਇਹਨਾਂ ਨੇ ਆਪੇ ਕਰ ਲਿਆ। ਓਹ ਗਲਾਸ ਖਾਲੀ ਹੋ ਗਿਆ, ਟਮਾਟਰ ਹੋਰ ਪਾਓ ਜੀਜਾ ਜੀ ਨੂੰ। ਸਾਹਮਣੇ ਤਾਂ ਪਏ ਨੇ, ਆਪੇ ਪਾ ਲੈਣਗੇ। ਤੇਰੀ